ਚੱਲ ਸਾਡੇ ਪਿੰਡ ਤੈਨੂੰ ਛੱਲੀਆਂ ਚਬਾਵਾਂਗਾ, ਚੱਲ ਸਾਡੇ ਪਿੰਡ ਤੈਨੂੰ ਛੱਲੀਆਂ ਚਬਾਵਾਂਗਾ। ਬਾਜਰੇ ਦੀ ਰੋਟੀ ਸਾਗ ਮੱਖਣ ਖਵਾਵਾਂਗਾ, ਚੱਲ ਸਾਡੇ ਪਿੰਡ ਤੈਨੂੰ ਛੱਲੀਆਂ ਚਬਾਵਾਂਗਾ, ਚੱਲ ਸਾਡੇ ਪਿੰਡ ਤੈਨੂੰ ਛੱਲੀਆਂ ਚਬਾਵਾਂਗਾ। ਵੇਖ ਕੇ ਤੂੰ ਪਿੰਡ ਸਾਡਾ ਸ਼ਹਿਰ ਭੁੱਲ ਜਾਵੇਂਗੀ, ਵੇਖ ਕੇ ਤੂੰ ਪਿੰਡ ਸਾਡਾ ਸ਼ਹਿਰ ਭੁੱਲ ਜਾਵੇਂਗੀ। ਦੂਜੇ ਤੀਜੇ ਪੰਨੀ ਸੱਤੀ ਪਿੰਡ ਸਾਡੇ ਆਵੇਂਗੀ, ਸ਼ਹਿਦ ਨਾਲੋਂ ਮਿੱਠੇ ਤੈਨੂੰ। ਪਿੰਡਾਂ ਵਿੱਚੋਂ ਪਿੰਡ ਸਨੀਂਦਾ ਮੱਲੀਆਂ, ਮੱਲੀਆਂ ਦੇ ਉਦੋਂ ਬਲਦ ਸਨੀਂਦੇ ਗਲ ਜਿਨ੍ਹਾਂ ਦੇ ਟੱਲੀਆਂ, ਗੋਡੇ ਗੋਡੇ ਮੱਕੀ ਬੀਜਦੇ ਗਿੱਠ ਗਿੱਠ ਲੱਗਦੀਆਂ ਛੱਲੀਆਂ। ਪਰ ਛੱਲੀਆਂ ਦੀ ਗੱਲ ਨਹੀਂ ਮੈਂ ਕਰਨੀ, ਗੱਲ ਤਾਂ ਮੈਂ ਕਰਨੀ ਹੈ ਇੱਕ ਖਾਸ ਪਿੰਡ ਦੀ। ਜੀ ਹਾਂ ਦੋਸਤੋ, ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਕਮਲਜੀਤ ਸਿੰਘ ਸਿੱਧੂ। ਦੋਸਤੋ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਤੁਹਾਡਾ ਪਿੰਡ ਲੈ ਕੇ ਅਸੀਂ ਹਾਜ਼ਰ ਹਾਂ ਤੇ ਇਸ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਹਾਂ ਦੁਆਬੇ ਦੇ ਵਿੱਚ। ਜੀ ਹਾਂ ਇਸ ਟਾਈਮ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਪਿੰਡ ਜਗਪਾਲਪੁਰ ਦਾ ਬੋਰਡ, ਜਿਹੜਾ ਕਿ ਦੁਆਬੇ ਦੇ ਵਿੱਚ ਫਗਵਾੜੇ ਦੇ ਬਿਲਕੁਲ ਨਾਲ ਕਾਲੀ ਵੇਈ ਨਦੀ ਦੇ ਕੰਢੇ ਦੇ ਉੱਤੇ ਵਸਿਆ ਹੋਇਆ ਇੱਕ ਖੂਬਸੂਰਤ ਪਿੰਡ ਹੈ ਜਗਪਾਲਪੁਰ। ਤੇ ਅੱਜ ਆਪਾਂ ਇਸ ਪਿੰਡ ਦੇ ਇਤਿਹਾਸ ਬਾਰੇ ਜਾਣਾਂਗੇ, ਇੱਥੋਂ ਦੇ ਲੋਕਾਂ ਨਾਲ ਮਿਲਾਂਗੇ, ਇੱਥੋਂ ਦੇ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਕਿਸ ਤਰ੍ਹਾਂ ਦਾ ਪਿੰਡ ਦਾ ਸੱਭਿਆਚਾਰ ਹੈਗਾ ਤੇ ਕੀ ਪਿੰਡ ਦੀਆਂ ਗਤੀਵਿਧੀਆਂ ਨੇ ਔਰ ਕਿਸ ਤਰੀਕੇ ਨਾਲ ਇਹ NRI ਭਰਾਵਾਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਹੈਗੀਆਂ ਆ ਵਿਕਾਸ ਦੇ ਜਿਹੜੇ ਕੰਮ ਹੈਗੇ ਆ ਉਹ ਕੀਤੇ ਗਏ ਨੇ। ਤੋਂ ਅੱਜ NRI ਭਰਾਵਾਂ ਦੀ ਬਦੌਲਤ ਪਿੰਡ ਦਾ ਜਿਹੜਾ ਨਕਸ਼ ਨੁਹਾਰ ਆ ਉਹ ਵੀ ਬਦਲਿਆ ਹੋਇਆ ਤੇ ਉਹ ਜਾ ਕੇ ਆਪਾਂ ਪਿੰਡ ਦੇ ਲੋਕਾਂ ਨਾਲ, ਇੱਥੋਂ ਦੇ ਵਸਨੀਕਾਂ ਨਾਲ ਹੀ ਗੱਲਬਾਤ ਕਰਦੇ ਹਾਂ ਤੇ ਆਓ ਤੁਹਾਨੂੰ ਲੈ ਚੱਲਦੇ। ਦੋਸਤੋ ਪਿੰਡ ਦੇ ਇਤਿਹਾਸ ਬਾਰੇ ਅਗਰ ਮੈਂ ਗੱਲ ਕਹਾਂ ਤੇ ਜਗਪਾਲਪੁਰ ਦੀਆਂ ਇਹਨਾਂ ਗਲੀਆਂ ਦੇ ਵਿੱਚੋਂ ਅੱਜ ਮੈਂ ਜਦੋਂ ਲੰਘ ਰਿਹਾ ਤੇ ਮੈਨੂੰ ਇਸ ਪਿੰਡ ਬਾਰੇ ਇੰਨਾ ਪਤਾ ਲੱਗਿਆ ਕਿ ਇਹ ਪਿੰਡ ਜਿਹਦਾ ਪਹਿਲਾ ਨਾਂ ਨਿਮਾਣਾ ਸੀਗਾ, ਜਗਪਾਲ ਗੋਤ ਦੇ ਜੱਟਾਂ ਨੇ ਇਹ ਪਿੰਡ ਵਸਾਇਆ, ਜਿਨ੍ਹਾਂ ਦਾ ਵਡੇਰਾ ਬਾਬਾ ਗੁੱਦੜ ਜਿਹੜਾ ਕਿ ਜਗਰਾਓਂ ਦੇ ਬੋਪਾ ਰਾਏ ਕਲਾ ਪਿੰਡ ਤੋਂ ਉੱਠ ਕੇ ਆਇਆ ਸੀ ਤੇ ਇਸ ਕੱਲਰ ਤੇ ਬੇਆਬਾਦ ਜ਼ਮੀਨ ਦੇ ਵਿੱਚ ਆ ਕੇ ਉਸਨੇ ਮੋੜੀ ਗੱਡੀ ਸੀ ਤਾਂ ਜਾ ਕੇ ਇਹ ਪਿੰਡ ਜਿਹੜਾ ਆਬਾਦ ਹੋਇਆ। ਤਾਂ ਇਸੇ ਤਰ੍ਹਾਂ ਹੀ ਜਗਪਾਲ ਗੋਤ ਦੇ ਜੱਟ ਭਾਈਚਾਰੇ ਦੇ ਨਾਂ ਦੇ ਉੱਤੇ ਹੀ ਜਿਹੜਾ ਇਹ ਪਿੰਡ ਹੈ ਜਗਪਾਲਪੁਰ ਪਿਆ ਤੇ ਇਸ ਪਿੰਡ ਨੇ ਅੱਜ ਇੱਥੋਂ ਤੱਕ ਤਰੱਕੀ ਕੀਤੀ ਹੈਗੀ ਆ ਕਿ ਇਸ ਪਿੰਡ ਦਾ ਜਿਹੜਾ ਬਹੁਤਾ ਜਿਹੜਾ ਭਾਈਚਾਰਾ ਹੈਗਾ ਆ ਉਹ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠਾ ਹੋਇਆ ਔਰ ਪਿੰਡ ਦਾ ਵਿਕਾਸ ਕਰ ਰਿਹਾ ਹੈਗਾ। 250 ਸਾਲ ਪੁਰਾਣਾ ਵਸਿਆ ਇਹ ਪਿੰਡ ਜਿਹੜਾ ਕਿ ਕਾਲੀ ਵੇਈ ਨਦੀ ਜਿਹੜੀ ਕਿ ਇਤਿਹਾਸਕ ਨਦੀ ਹੈਗੀ ਆ ਔਰ ਇਤਿਹਾਸ ਦੇ ਵਿੱਚ ਜਿਹੜਾ ਜਿਸ ਦਾ ਜ਼ਿਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੈਗਾ ਆ ਤੇ ਉਸ ਨਦੀ ਦੇ ਕੰਢੇ ਦੇ ਉੱਤੇ ਇਹ ਵਸਿਆ ਹੋਇਆ ਪਿੰਡ ਹੈ। ਕਹਿ ਸਕਦੇ ਹੈਗੇ ਕਿ ਇਸ ਪਿੰਡ ਦੇ ਵਿੱਚ ਹੁਣ ਵੀ ਜਦੋਂ ਕਦੇ ਨਦੀ ਜਿਹੜੀ ਹੈਗੀ ਆ ਉਹ ਚੜ੍ਹਾਅ ਦੇ ਉੱਤੇ ਆਉਂਦੀ ਹੈਗੀ ਆ ਤੇ ਇਸ ਪਿੰਡ ਤੱਕ ਜਿਹੜਾ ਉਹਦਾ ਪਾਣੀ ਆ ਉਹ ਆ ਜਾਂਦਾ ਹੈਗਾ। ਤੇ ਇਸ ਪਿੰਡ ਦੇ ਬਾਕੀ ਵਸਨੀਕ, ਬਾਕੀ ਗਲੀਆਂ ਤੇ ਬਾਕੀ ਜਿਹੜੀਆਂ ਇਤਿਹਾਸਕ ਥਾਵਾਂ ਜਾਂ ਇਸ ਪਿੰਡ ਦੇ ਜਿੰਨੇ ਵੀ ਘਰ-ਬਾਰ ਹੈਗੇ ਆ ਉਹਨਾਂ ਦੇ ਨਾਲ ਮੈਂ ਰੂਬਰੂ ਕਰਾਊਂਗਾ, ਗੱਲਾਂ ਕਰਾਂਗੇ ਆਪਾਂ ਜਾ ਕੇ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਪਿੰਡ ਤੇ ਪਿੰਡ ਦੀਆਂ ਕਿਹੋ ਜਿਹੀਆਂ ਗਲੀਆਂ ਨੇ, ਕਿਹੋ ਜਿਹੇ ਘਰ-ਬਾਰ ਨੇ ਤੇ ਕਿਸ ਤਰੀਕੇ ਦੇ ਇੱਥੋਂ ਦੇ ਵਸਨੀਕ ਨੇ। ਤੇ ਆਓ ਫਿਰ ਚੱਲਦੇ ਹਾਂ, ਜਾ ਕੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਪਿੰਡ ਜਗਪਾਲਪੁਰ। ਸਭ ਤੋਂ ਪਹਿਲਾਂ ਮੱਥਾ ਟੇਕਦੇ ਹਾਂ, ਗੁਰੂ ਦਰਸ਼ਨ ਕਰਦੇ ਹਾਂ ਤੇ ਮੱਥਾ ਟੇਕ ਕੇ ਲੈਂਦੇ ਹਾਂ ਗੁਰੂ ਬਾਬੇ ਦਾ ਆਸ਼ੀਰਵਾਦ। ਐਸੀ ਲਾਲ ਐਸੀ ਲਾਲ ਐਸੀ ਲਾਲ ਐਸੀ ਲਾਲ ਤੁਝ ਬਿਨ ਕੌਣ ਕਰੇ गरीब निवाज गुसैया मेरा
ਮੇਰਾ ਮਾਥੇ ਛਤਰ ਤਰੇ ਐਸੀ ਲਾਲ ਐਸੀ ਲਾਲ। ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਹੁਣ ਕਰਦੇ ਹੈਗੇ ਆ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਜੀ ਹੋਰਾਂ ਨਾਲ ਗੱਲਬਾਤ ਤੇ ਉਹਨਾਂ ਨੂੰ ਪੁੱਛਦੇ ਆ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧਕੀ ਕਮੇਟੀ ਆ ਉਹਨਾਂ ਵੱਲੋਂ ਕੀ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਸਹੂਲਤਾਂ ਸੰਗਤ ਲਈ ਇੱਥੇ ਦਿੱਤੀਆਂ ਗਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਜੋ ਕਿ ਇੱਥੋਂ ਦਾ ਪ੍ਰਬੰਧ ਹੈ, ਸਰਦਾਰ ਕੁਲਦੀਪ ਸਿੰਘ ਜੀ ਜਗਪਾਲ ਪ੍ਰਧਾਨ ਹਨ ਅਤੇ ਸਰਦਾਰ ਗੁਰਦੇਵ ਸਿੰਘ ਜੀ ਜਗਪਾਲ ਉਹ ਇੱਥੋਂ ਦੇ ਖਜ਼ਾਨਚੀ ਹਨ ਅਤੇ ਹੋਰ ਸਮੂਹ ਮੈਂਬਰ ਸਹਿਬਾਨ, ਉਹਨਾਂ ਦੇ ਵੱਲੋਂ ਹਰੇਕ ਸਾਲ ਜੋ ਗੁਰਪੁਰਬ ਹਨ ਸਾਰੇ ਪਾਤਸ਼ਾਹਾਂ ਦੇ ਉਹ ਮਨਾਏ ਜਾਂਦੇ ਹਨ। ਗੁਰੂ ਕਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਜੋ ਹੋਰ ਵੀ ਕੋਈ ਲੋੜਵੰਦ ਹੋਵੇ, ਵਿਦਿਆਰਥੀ ਹੋਵੇ, ਉਹਨਾਂ ਵਾਸਤੇ ਫੀਸਾਂ ਵੀ ਭਰੀਆਂ ਜਾਂਦੀਆਂ ਹਨ। ਲੋੜਵੰਦ ਕੋਈ ਲੜਕੀ ਹੋਵੇ ਉਹਨਾਂ ਦੇ ਵਿਆਹ ਕਾਰਜਾਂ ਦੇ ਵਿੱਚ ਵੀ ਸਹਾਇਤਾ ਕੀਤੀ ਜਾਂਦੀ ਹੈ ਗੁਰੂ ਘਰ ਦੇ ਵੱਲੋਂ। ਤੇ ਬਾਬਾ ਜੀ ਮੈਨੂੰ ਐਂ ਦੱਸੋ, ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਦਿਦਾਰੇ ਕੀਤੇ ਆ, ਇੱਧਰ ਮੈਨੂੰ ਮਗਲੇ ਪਾਸੇ ਨਿਸ਼ਾਨ ਸਾਹਿਬ ਜਿਹੜਾ ਹੈਗਾ ਉਹ ਲੱਥਾ ਹੋਇਆ ਨਜ਼ਰ ਆ ਰਿਹਾ, ਇਹਦਾ ਕੀ ਕਾਰਨ ਹੈ? ਇਹ ਅਸੀਂ ਜੋ ਕਿ NRI ਭਰਾਵਾਂ ਵੱਲੋਂ ਅਤੇ ਸਾਬਕਾ ਮੁੱਖ ਗ੍ਰੰਥੀ ਭਾਈ ਉਜਾਗਰ ਸਿੰਘ ਜੀ ਗੋਪਾਲ ਉਹਨਾਂ ਦੀ ਜੋ ਮਾਇਆ ਸਾਡੇ ਪਾਸ ਪਈ ਸੀ, ਉਹਨਾਂ ਦੇ ਵੱਲੋਂ ਨਵਾਂ ਨਿਸ਼ਾਨ ਸਾਹਿਬ ਜੋ ਜੈਕ ਵਾਲਾ ਲਗਾਇਆ ਜਾਣਾ ਹੈ। ਕਿਉਂਕਿ ਪਹਿਲਾਂ ਚਰਖੜੀ ਵਾਲਾ ਨਿਸ਼ਾਨ ਸਾਹਿਬ ਸੀ, ਉਹਦੇ ਉੱਪਰ ਚੜ੍ਹਨ ਦੀ ਬੜੀ ਔਖ ਆਉਂਦੀ ਸੀ, ਸੇਵਾਦਾਰ ਨਹੀਂ ਸੀ ਮੰਨਦੇ, ਸਾਰਿਆਂ ਨੂੰ ਡਰ ਲੱਗਦਾ ਸੀ। ਇਸ ਕਰਕੇ ਨਵਾਂ ਜੈਕ ਵਾਲਾ ਨਿਸ਼ਾਨ ਸਾਹਿਬ ਚਾੜ੍ਹਿਆ ਜਾਣਾ ਉਹ ਤਿਆਰੀ ਕੀਤੀ ਜਾ ਰਹੀ, ਇੱਟਾਂ ਆਈਆਂ ਆ ਅਤੇ ਥੋੜ੍ਹੇ ਦਿਨਾਂ ਤੱਕ ਉਹਨਾਂ ਦੀ ਉਹ ਸੇਵਾ ਜਿਹੜੀ ਹੋ ਜਾਣੀ ਹੈ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਤਹਿਸੀਲ ਦੇ ਲਾਗੇ ਵੱਸੇ ਪਿੰਡ ਜਗਪਾਲਪੁਰ ਵਿੱਚ 3 ਗੁਰਦੁਆਰੇ ਹਨ। ਜਗਪਾਲ ਗੋਤ ਦੇ ਜੱਟ ਭਾਈਚਾਰੇ ਦੇ ਨਾਲ ਹੀ ਸਿੱਧੂ, ਸੰਦਰ, ਬੰਗੜ, ਕਲੇਰ, ਚੰਦੜ, ਮਾਹੀ ਅਤੇ ਭਵਰਾ ਗੋਤ ਦੇ ਵਸਨੀਕ ਵੀ ਵੱਸਦੇ ਹਨ। 2500 ਦੀ ਆਬਾਦੀ ਤੇ 300 ਘਰਾਂ ਵਾਲੇ ਪਿੰਡ ਦੇ ਬਹੁਤੇ ਵਸਨੀਕ ਵੱਖ-ਵੱਖ ਦੇਸ਼ਾਂ ਵਿੱਚ ਗਏ ਹੋਏ ਹਨ। ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਕੀ ਪਿੰਡ ਦੀ ਸੱਥ ਵਿੱਚ, ਉੱਥੇ ਜਾ ਕੇ ਕਰਦੇ ਹਾਂ ਬਾਕੀ ਗੱਲਬਾਤ। ਗਰਮੀਆਂ ਦੇ ਦਿਨਾਂ ਵਿੱਚ ਕਿਸੇ ਰੁੱਖ ਦੀ ਛਾਂ ਥੱਲੇ ਬਹਿਣ ਦਾ ਆਨੰਦ ਤਾਂ ਰੁੱਖ ਥੱਲੇ ਬਹਿ ਕੇ ਹੀ ਪਤਾ ਲੱਗਦਾ ਹੈਗਾ। ਤੇ ਮੈਂ ਵੀ ਇਸ ਟਾਈਮ ਪਿੰਡ ਜਗਪਾਲ, ਜਿਵੇਂ ਕਿ ਅੱਜ ਤੁਹਾਨੂੰ ਸੈਰ ਕਰਾ ਰਿਹਾ ਹੈਗਾ, ਇਸ ਟਾਈਮ ਇਸ ਪਿੰਡ ਦੀਆਂ ਬੀਬੀਆਂ ਜਿਹੜੀਆਂ ਕਿ ਤੁਸੀਂ ਮੇਰੇ ਆਲੇ ਦੁਆਲੇ ਬੈਠੀਆਂ ਦੇਖ ਰਹੇ ਹੋ, ਗੁਰੂ ਘਰ ਦੀ ਇੱਕ ਪਾਸੇ ਇੱਕ ਦਰਖਤ ਦੇ ਥੱਲੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਿਹੜਾ ਹੈਗਾ ਆ ਉਹ ਇਸ ਬਾਰੇ ਮਨਾਇਆ ਜਾ ਰਿਹਾ ਹੈਗਾ ਵਿਸ਼ਵ ਪੱਧਰ ਦੇ ਉੱਤੇ। ਔਰ ਪਿੰਡ ਦੀਆਂ तमाम ਬੀਬੀਆਂ ਜਿਹੜੀਆਂ ਹੈਗੀਆਂ ਇਸ ਪ੍ਰੋਗਰਾਮ ਦੇ ਵਿੱਚ, ਇਸ ਧਾਰਮਿਕ ਸਮਾਗਮ ਦੇ ਵਿੱਚ ਆ ਕੇ ਹਿੱਸਾ ਲੈਂਦੀਆਂ ਹੈਗੀਆਂ ਔਰ ਉਹ ਪਾਠ ਕਰਦੀਆਂ। ਇਹ ਸੇਵਾ ਦੀ ਭਾਵਨਾ ਜਿਹੜੀ ਹੈਗੀ ਆ ਉਹ ਹਰੇਕ ਘਰ ਦੇ ਵਿੱਚ ਇੱਕ ਸਿੱਖੀ ਦੀ ਜਿਹੜੀ ਚਿਣਗ ਹੈ ਉਹਨੂੰ ਵੀ ਜਗਾਉਂਦੀ ਹੈਗੀ ਆ। ਤੁਸੀਂ ਸਾਰੇ ਠੀਕ ਠਾਕ ਹੋ ਜੀ? ਚਲੋ, ਬੜੀ ਖੁਸ਼ੀ ਦੀ ਗੱਲ ਹੈ ਜੀ। ਚੜ੍ਹਦੀ ਕਲਾ ਹੀ ਚਾਹੀਦੀ ਹੈਗੀ। ਸਾਰੇ ਪੰਜਾਬੀਆਂ ਦੇ ਮਨ ਦੇ ਵਿੱਚ ਜਿਹੜੀ ਗੱਲ ਹੈ ਜੀ ਉਹ ਇਹੀ ਆ ਕਿ ਚੜ੍ਹਦੀ ਕਲਾ ਜਿਹੜੀ ਹੈ ਨਾ ਉਹ ਸਭ ਤੋਂ ਵੱਡਾ ਸਾਡੀ ਖੁਸ਼ੀ ਦਾ ਪ੍ਰਤੀਕ ਹੈਗਾ ਆ। 550 ਸਾਲ ਜਿਹੜੇ ਹੈਗੇ ਉਹ ਇਸ ਵਾਰੀ ਜਿਹੜਾ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਹੈਗਾ ਆ। ਤੇ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਸੁਖਮਣੀ ਸਾਹਿਬ ਦੀ ਜਿਹੜੀ ਸੁਸਾਇਟੀ ਇੱਥੇ ਬਣੀ ਹੋਈ ਆ ਉਹਦੇ ਵਿੱਚ ਕਿਸ ਤਰੀਕੇ ਜਿਹੜੇ ਹੈਗਾ ਤੁਸੀਂ ਹਰ ਦਿਨ ਕਰਦੇ ਹੋ ਕਿ ਕੋਈ ਖਾਸ ਦਿਨ ਜਿਹੜਾ ਹੈਗਾ ਉਹ ਰੱਖਿਆ ਹੋਇਆ? ਹਾਂਜੀ ਹਾਂਜੀ, ਅਸੀਂ ਸ਼ਨੀਵਾਰ ਨੂੰ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਜੀ ਦਾ। ਹਾਂਜੀ, ਕਿੰਨੇ ਕੁ ਟਾਈਮ? ਸਵੇਰੇ 10:30 ਤੋਂ 11 ਵਜੇ ਆਰੰਭ ਹੋ ਜਾਂਦਾ, 12 ਵਜੇ ਸਮਾਪਤੀ ਹੋ ਜਾਂਦੀ ਹੈ। ਹਾਂਜੀ, ਤੇ ਪਿੰਡ ਦੀਆਂ ਸਾਰੀਆਂ ਬੀਬੀਆਂ ਇਕੱਲੀਆਂ ਬੀਬੀਆਂ ਆਉਂਦੀਆਂ ਕਿ ਪਿੰਡ ਦੀ ਹੋਰ ਸੰਗਤ ਵੀ ਆਉਂਦੀ? ਹਾਲੇ ਸੰਗਤ ਤਾਂ ਨਹੀਂ ਆਉਂਦੀ ਪਰ ਬੀਬੀਆਂ ਆਉਂਦੀਆਂ ਆ। ਚਲੋ, ਇਹ ਵੀ ਵੱਡਾ ਉਦਮ ਹੈਗਾ ਹੈ ਕਿ ਜਿਹੜਾ ਵਿਹਲਾ ਸਮਾਂ ਹੈਗਾ ਉਹ ਕਿਤੇ ਨਾ ਕਿਤੇ ਇਹੋ ਜਿਹੇ ਆਰੇ ਲਾਇਆ ਜਾਵੇ ਤੇ ਧਰਮ ਕਰਮ ਦੀ ਜਿਹੜੀ ਗੱਲ ਆ ਉਹ ਵੀ ਇੱਥੇ ਹੋਣੀ ਚਾਹੀਦੀ ਹੈ। ਪਰ ਅੱਜ ਜਿਹੜਾ ਧਾਰਮਿਕ ਰੰਗ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਧਾਰਮਿਕ ਸ਼ਬਦ ਜਿਹੜਾ ਹੈਗਾ ਉਹ ਅਸੀਂ ਇਹਨਾਂ ਬੀਬੀਆਂ ਕੋਲੋਂ ਸੁਣਦੇ ਆ। ਤੇ ਲਓ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਧਾਰਮਿਕ ਸ਼ਬਦ ਜਿਹੜਾ ਤੁਸੀਂ ਮੈਨੂੰ ਦੱਸਿਆ ਸੀ ਉਹ ਸਾਰੇ ਜਣੇ ਜਿਹੜਾ ਸਾਨੂੰ ਰਲ ਮਿਲ ਕੇ ਆਪਾਂ ਸਾਰੇ ਸਮੂਹ ਦੇ ਵਿੱਚ ਗਾਈਏ। ਹਾਂਜੀ, ਕਰਿਓ ਸ਼ੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ।
ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ 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 ਚੱਕੀ ਤਾਂ ਚੱਲਦੀ ਬੇਸ਼ੁਮਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਧਾਰਮਿਕ ਰੰਗ ਜਿਹੜਾ ਹੈਗਾ ਤੁਸੀਂ ਇਹਨਾਂ ਬੀਬੀਆਂ ਦੀ ਆਵਾਜ਼ ਵਿੱਚ ਮਾਣਿਆ ਹੈਗਾ ਕਿਸ ਤਰੀਕੇ ਨਾਲ ਪਿੰਡ ਦੀ ਸੱਥ ਵਿੱਚ ਇਕੱਠੀਆਂ ਹੋ ਕੇ ਸਾਰੀਆਂ ਬੀਬੀਆਂ ਜਿਹੜੀਆਂ ਹੈਗੀਆਂ ਉਹ ਧਾਰਮਿਕ ਗਾਇਨ ਕਰਦੀਆਂ ਪਰ ਹੋਰ ਰੰਗ ਵੀ ਜਿਹੜੇ ਹੈ ਅਸੀਂ ਦਿਖਾਵਾਂਗੇ ਇਸ ਵਿਰਸੇ ਨਾਲ ਸੰਬੰਧਿਤ ਤੇ ਆਓ ਫਿਰ ਚੱਲਦੇ ਹਾਂ ਅੱਗੇ ਤੇ ਕਰਦੇ ਹਾਂ ਹੋਰ ਰੰਗਾਂ ਦੇ ਨਾਰੇ ਜਾਣ ਪਛਾਣ ਬੀਬੀ ਛੱਡਣੀ ਪੀੜੀ ਦਾ ਪਾਵਾ ਤੇਰਾ ਕਾਦਾ ਦਾਵਾ ਨੀ ਦਾਵੇ ਵਾਲੇ ਲੈ ਨੀ ਚੱਲੇ ਬੀਬੀ ਦੋਸਤੋ ਪੰਜਾਬੀ ਵਿਰਸੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਖਾਸ ਤੌਰ ਦੇ ਉੱਤੇ ਸਾਉਣ ਦੇ ਮਹੀਨੇ ਗੀਤ ਸੰਗੀਤ ਜਾਂ ਗਿੱਧੇ ਦੀ ਗੱਲ ਨਾ ਕੀਤੀ ਜਾਵੇ ਤਾਂ ਸਵਾਦ ਨਹੀਂ ਆਉਂਦਾ ਅੱਜ ਵੀ ਇਸ ਪਿੰਡ ਦੇ ਵਿੱਚ ਅਸੀਂ ਆਏ ਹਾਂ ਤੇ ਤੁਹਾਡੇ ਨਾਲ ਧਾਰਮਿਕ ਗੀਤਾਂ ਦੀ ਹੁਣੇ ਅਸੀਂ ਬੀਬੀਆਂ ਕੋਲ ਸੁਣਿਆ ਪਰ ਨਾਲ ਹੀ ਮੈਂ ਤੁਹਾਨੂੰ ਗੱਲ ਕੀਤਾ ਸੀਗਾ ਗੀਤ ਸੰਗੀਤ ਦੇ ਰੰਗ ਦੀ ਤੇ ਹੁਣ ਇਸ ਟਾਈਮ ਬੀਬੀਆਂ ਮੇਰੇ ਆਲੇ ਦੁਆਲੇ ਆ ਤੇ ਸਾਉਣ ਦੇ ਮਹੀਨੇ ਦਾ ਇਹ ਰੰਗ ਜਿਹੜਾ ਹੈਗਾ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਆਪਾਂ ਗਿੱਧਾ ਜਿਹੜਾ ਹੈਗਾ ਉਹ ਵੀ ਪੇਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਸੁਹਾਗ ਤੇ ਘੋੜੀਆਂ ਮੇਰੇ ਨਾਲ ਬੀਬੀਆਂ ਖੜੋਤੀਆਂ ਨੇ ਪਿੰਡ ਦੀਆਂ ਤੇ ਪਹਿਲਾਂ ਉਹਨਾਂ ਕੋਲ ਸੁਹਾਗ ਤੇ ਘੋੜੀਆਂ ਜਿਹੜੀਆਂ ਆ ਉਹ ਸੁਣਦੇ ਆ ਹਾਂਜੀ ਹਰੀਏ ਨੀ ਰਸ ਪਰੀਏ ਖਜੂਰੇ ਕੇਨੇ ਤੈਨੂੰ ਦਿੱਤਾ ਦੂਰੇ ਹਰੀਏ ਨੀ ਰਸ ਪਰੀਏ ਖਜੂਰੇ ਕੇਨੇ ਦਿੱਤਾ ਐਨੀ ਦੂਰੇ ਇੱਕ ਮੇਰਾ ਬਾਬਾ ਜੀ ਦੇ ਸੰਗ ਰਾਜਾ ਸੀ ਬਾਬਾ ਕਹਿੰਦੇ ਸੰਤ ਰਾਜਾ ਸੀ ਇੱਕ ਮੇਰਾ ਬਾਬਾ ਸੀ ਦੇਸਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ ਇੱਕ ਮੇਰਾ ਬਾਬਾ ਦੇਸਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ ਬਾਬਲ ਮੇਰਾ ਦੇਸਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ ਬਾਬਲ ਮੇਰਾ ਦੇਸਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ ਉੱਚੀ ਸੜਕ ਤੇ ਟਾਂਗਾ ਜਾਂਦਾ ਉੱਚੀ ਸੜਕ ਤੇ ਟਾਂਗਾ ਜਾਂਦਾ ਟਾਂਗੇ ਦੀ ਟੁੱਟ ਗਈ ਚੂਲ ਮਾਪਿਆਂ ਭੋਲਿਆਂ ਨੇ ਧੀਆਂ ਵਿਆਹੀਆਂ ਦੂਰ ਮਾਪਿਆਂ ਭੋਲਿਆਂ ਨੇ ਧੀਆਂ ਵਿਆਹੀਆਂ ਦੂਰ ਮਾਪਿਆਂ ਭੋਲਿਆਂ ਦੇ ਮਾਪਿਆਂ ਵਿਆਹੀਆਂ ਦੂਰ ਵਗਦੀ ਰਾਵੀ ਦੇ ਵਿੱਚ ਉੱਡਣ ਪਮੀਰੀਆਂ ਵਗਦੀ ਰਾਵੀ ਦੇ ਵਿੱਚ ਉੱਡਣ ਪਮੀਰੀਆਂ ਭੱਜੋ ਵੀ ਰੋਵੇ ਭੈਣਾ ਮੰਗਣ ਜੰਜੀਰੀਆਂ ਭੱਜੋ ਵੀ ਰੋਵੇ ਭੈਣਾ ਮੰਗਣ ਜੰਜੀਰੀਆਂ ਆਪਤ ਪੀਂਦਾ ਨਿੱਤ ਸ਼ਰਾਬਾਂ ਆਪਤ ਪੀਂਦਾ ਨਿੱਤ ਸ਼ਰਾਬਾਂ ਸਾਤੋਂ ਡਲ ਗਈ ਦਾਲ ਵੇ ਜੈਤੋਂ ਦਾ ਕਿਲਾ ਟਪਾ ਦਊਂ ਜੇ ਕੱਢੀ ਮਾਂ ਦੀ ਗਾਲ ਵੇ ਜੈਤੋਂ ਦਾ ਕਿਲਾ ਟਪਾ ਦਊਂ ਜੇ ਕੱਢੀ ਮਾਂ ਦੀ ਗਾਲ ਵੇ ਜੈਤੋਂ ਦਾ ਕਿਲਾ ਟਪਾ ਦਊਂ ਜੇ ਕੱਢੀ ਮਾਂ ਦੀ ਗਾਲ ਵੇ ਸਰਜੀਤ ਕਹਿੰਦੇ ਗਾਂ ਲੈਣੀਆਂ ਉਹ ਕਹਿੰਦੇ ਚੱਲ ਗਾਂ ਲੈਣੀ ਜਦ ਲੱਗੇ ਚੋਣ ਸਰਜੀਤ ਨੂੰ ਚੋਣੀ ਨਾ ਆਵੇ ਚਿੰਦਾ ਕਹਿੰਦੇ ਕੰਜਰਾਂ ਦੀਏ ਐ ਚੋ ਕੰਜਰਾਂ ਦੀਏ ਐ ਚੋ ਕੰਜਰਾਂ ਦੀਏ ਐ ਚੋ ਕੰਜਰਾਂ ਦੀਏ ਐ ਚੋ
ਬੱਲੇ ਬੱਲੇ ਵੇ ਗੰਡੇ ਤਾਂ ਕਰੇਲੇ ਵੇਖਦੇ ਆ ਜਾਓ ਹੁਣ ਉਹ ਕਦੇ ਵੀਰ ਵੀ ਕਣੇ ਨਾ ਆਏ ਵੇ ਗੰਡੇ ਤਾਂ ਕਰੇਲੇ ਵੇਖਦੇ ਤੇ ਵੀਰ ਵੀ ਕਣੇ ਨਾ ਆਏ ਵੇ ਗੰਡੇ ਤਾਂ ਕਰੇਲੇ ਵੇਖਦੇ ਉਹ ਬੱਲੇ ਬੱਲੇ ਵੇ ਕਾਗਜ਼ਾਂ ਦੇ ਵੀਰ ਵੇਖਦੇ ਚਲੋ ਗਾਂ ਹੋਵੇ ਉਹ ਭੁੱਲ ਕੇ ਲੈ ਨਾ ਲਵੀਂ ਮਟਿਆਰੇ ਨੀ ਕਾਗਜ਼ਾਂ ਦੇ ਵੀਰ ਵੇਖਦੇ ਬੱਲੇ ਬੱਲੇ ਵੇ ਕੱਚਾ ਬੂਹਾ ਕਾਗਜ਼ਾਂ ਦਾ ਉਹ ਨਿੰਮ ਕੇ ਨੰਗ ਵੇ ਸਰਬਣਾ ਵੀਰਾ ਵੇ ਕੱਚਾ ਬੂਹਾ ਕਾਗਜ਼ਾਂ ਦਾ ਉਹ ਬੱਲੇ ਬੱਲੇ ਵੇ ਕੋਠੇ ਕੋਠੇ ਆ ਜਾ ਵੀਰਨਾ ਉਹ ਸੱਸ ਚੰਦਰੀ ਕੁੰਡਾ ਨਾ ਖੋਲੇ ਵੇ ਕੋਠੇ ਕੋਠੇ ਆ ਜਾ ਵੀਰਨਾ ਉਹ ਗੱਡਾ ਆਇਆ ਨੀ ਸੰਦੂਕੋਂ ਖਾਲੀ ਨੀ ਬਹੁਤਿਆਂ ਭਰਾਵਾਂ ਵਾਲੀਏ ਬੋਤੇ ਤੇਰੇ ਨੂੰ ਕਾਦਾ ਠੋਕਰਾ ਤੈਨੂੰ ਦੋ ਪ੍ਰਸ਼ਾਦੇ ਨੇ ਮਹਿਟ ਕੱਤ ਦੀ ਗੂੰਜ ਸੁਣੇ ਦੀਦੀ ਗੂੰਜ ਸੁਣੇ ਦਰਵਾਜ਼ੇ ਨੇ ਮੇਟ ਦਰਵਾਜ਼ੇ ਨੇ ਮੇਟ ਕੱਤਦੀ ਦੀ ਗੂੰਜ ਸੁਣੇ ਦਰਵਾਜ਼ੇ ਗਿੱਧਾ ਹਾਰ ਗਿਆ ਹਾਰੀ ਨਾ ਮਲਵੇਣੇ ਗਿੱਧਾ ਹਾਰ ਗਿਆ ਹਾਰੀ ਨਾ ਮਲਵੇਣੇ ਗਿੱਧਾ ਹਾਰ ਗਿਆ ਵਾਹ ਜੀ ਵਾਹ, ਬਹੁਤ ਬਹੁਤ ਨਜ਼ਾਰਾ ਜਿਹੜਾ ਹੈਗਾ ਉਹ ਆ ਰਿਹਾ ਹੈਗਾ। ਦੁਆਬੇ ਵਿੱਚ ਵੀ ਮਲਵੈਣਾ ਵਾਲੀ ਜਿਹੜੀ ਬੋਲੀ ਆ ਮੈਨੂੰ ਸੁਣਨ ਨੂੰ ਮਿਲੀ ਹੈਗੀ ਆ। ਪਰ ਇੱਕ ਗੱਲ ਇਹ ਜ਼ਰੂਰ ਮੈਂ ਕਹਿਣੀ ਚਾਹੂੰਗਾ, ਬੀਬੀਆਂ ਸਾਰੀਆਂ ਖੜੀਆਂ ਹੈਗੀਆਂ, ਪਿੰਡ ਦੀਆਂ ਨੌਜਵਾਨ ਇੱਥੋਂ ਦੀਆਂ ਧੀਆਂ ਵੀ ਹੋਣਗੀਆਂ, ਨੂੰਹ ਵੀ ਹੈਗੀਆਂ, ਤੇ ਪੁਰਾਣੀਆਂ ਜਿਹੜੀਆਂ ਸੀਗੀਆਂ ਇੱਥੇ ਵਿਆਹ ਕੇ ਆਈਆਂ ਬੀਬੀਆਂ, ਮਾਵਾਂ ਬਣੀਆਂ ਇੱਥੇ, ਕੋਈ ਚਾਚੀ ਆ, ਕੋਈ ਤਾਈ ਆ, ਕੋਈ ਮਾਂ ਬੜੀ ਬੇਬੇ ਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਅੱਜ ਤੁਸੀਂ ਇਹ ਵੀ ਇੱਕ ਦੇਖ ਲਿਆ ਕਿ ਸਾਡੇ ਸੱਭਿਆਚਾਰ ਵਿਰਸੇ ਨੂੰ ਜਿਹੜਾ ਕਿੱਡਾ ਵੱਡਾ ਖੋਰਾ ਲੱਗ ਰਿਹਾ ਹੈਗਾ। ਨਵੀਂ ਪੀੜ੍ਹੀ ਦੀਆਂ ਖਾਸ ਤੌਰ ਤੇ ਲੜਕੀਆਂ ਜਿਹੜੀਆਂ ਉਹ ਆਪਣੇ ਗੀਤਾਂ ਤੋਂ ਵੀ ਚਾਲੂ ਹੋ ਗਈਆਂ, ਬੋਲੀਆਂ ਤੋਂ ਵੀ ਚਾਲੂ ਹੋ ਗਈਆਂ। ਤੇ ਮੈਂ ਖਾਸ ਤੌਰ ਦੇ ਉੱਤੇ ਇਸ ਮਾਂ ਦਾ, ਜਿਸ ਕਰਕੇ ਅੱਜ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ, ਤੇ ਇਹ ਬੀਬੀ ਜੀ ਹੋਣਾ ਕਰਕੇ ਕਹਿੰਦੇ ਆ ਇਹ ਬੜਾ ਸੁਚੱਜਾਪਣ ਹੁੰਦਾ ਆ ਕਿ ਪਤਾ ਲੱਗਦਾ ਹੈ। ਤਾਂ ਕਹਿੰਦੇ ਆ ਭਾਈ ਕੁੜੀ ਇਹ ਬੀਬੀ ਬਾਹਲੀ ਸਚਿਆਰੀ ਆ। ਸਚਿਆਰੀ ਪਤਾ ਕਿਉਂ ਆ? ਸਚਿਆਰੀ ਇਸ ਕਰਕੇ ਵੀ ਹੁੰਦੀ ਆ ਕਿ ਇਹਦੀ ਮਾਂ ਬੜੀ ਗੁਣੀ ਹੋਊਗੀ, ਇਸ ਕਰਕੇ ਇਹ ਬੀਬੀ ਵੀ ਸਚਿਆਰੀ ਹੈ, ਮਾਂ ਦੇ ਗੁਣ ਆਏ। ਤੇ ਸਭ ਤੋਂ ਪਹਿਲਾਂ ਬੀਬੀ ਜੀ ਤੁਸੀਂ ਆਪਦਾ ਨਾਮ ਦੱਸੋ। ਮੇਰਾ ਨਾਮ ਸੁਰਿੰਦਰ ਕੌਰ ਹੈ ਜੀ। ਤੇ ਤੁਹਾਡੇ ਪੇਕੇ ਕਿਹੜੇ ਪਿੰਡ ਪਏ? ਆਹੀ ਪੇਕੇ ਆ ਜੀ। ਅੱਛਾ ਪੇਕੇ ਆ। ਅੱਛਾ ਪਿੰਡ ਦੀ ਧੀ ਆ। ਚਲੋ ਆ ਸ਼ੁਕਰ ਆ ਪਿੰਡ ਦੀ ਧੀ ਆ ਜੀ। ਸਾਉਣ ਦੇ ਮਹੀਨੇ ਕਹਿ ਸਕਦੇ ਹੈਗੇ ਪੇਕੇ ਘਰ ਆਈ ਹੋਈ ਆ। ਤੇ ਇਹ ਵੀ ਕਹਿ ਸਕਦੇ ਆ ਕਿ ਗੀਤਾਂ ਦਾ ਇੱਕ ਖਜ਼ਾਨਾ ਹੈਗਾ। ਤੇ ਇਹੋ ਜਿਹੀਆਂ ਮਾਵਾਂ, ਇਹੋ ਜਿਹੀਆਂ ਭੈਣਾਂ, ਇਹੋ ਜਿਹੀਆਂ ਧੀਆਂ ਜਿਹੜੀਆਂ ਹੈਗੀਆਂ ਸਾਡੇ ਪੰਜਾਬ ਦੀ ਉਸ ਵਿਰਾਸਤ ਨੂੰ ਸੰਭਾਲਣ ਵਾਲੀ ਆ। ਤੇ ਜਿੰਨੀਆਂ ਇੱਥੇ ਭੈਣਾਂ ਖੜੋਤੀਆਂ ਆ, ਬੀਬੀਆਂ ਖੜੋਤੀਆਂ, ਮੈਂ ਸਾਰਿਆਂ ਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਘੱਟੋ ਘੱਟ ਤੁਹਾਡੇ ਪਿੰਡ ਦਾ ਇਹ ਉਹ ਵਿਰਸਾ ਆ ਜਿਹੜਾ ਤੁਹਾਡੀ ਝੋਲੀਆਂ ਦੇ ਵਿੱਚ ਕੁਛ ਨਾ ਕੁਛ ਪਾ ਕੇ ਜਾਊਗਾ। ਔਰ ਰਹੀ ਗੀਤ ਸੰਗੀਤ ਦੀ ਗੱਲ, ਤੇ ਜਿਹੜੇ ਗੀਤ ਆ ਇਹ ਬੋਲੀਆਂ ਜਾਂ ਗਿੱਧਾ ਹੈਗਾ, ਤੁਸੀਂ ਜ਼ਰੂਰ ਇਹ ਤੋਂ ਸਿੱਖੋ। ਤੇ ਦੂਸਰੀ ਗੱਲ ਇਹ ਆ ਕਿ ਜਿਹੜਾ ਅੱਜ ਉਹ ਅਸੀਂ ਕਹਿ ਸਕਦੇ ਹਾਂ ਵੀ ਕੌਲੀ ਭਾਂਡਾ ਵਟਾਉਣ ਦਾ ਰਿਵਾਜ ਆ, ਉਹ ਵੀ ਤਾਂ ਖਤਮ ਹੋ ਗਿਆ। ਅੱਛਾ ਆਂਢ ਗੁਆਂਢ 'ਚ ਤੁਸੀਂ ਦੱਸੋ ਕਿੰਨੀਆਂ ਕੁ ਸਬਜ਼ੀ ਦਾਲ ਭਾਜੀ ਕਦੇ ਮੰਗੀ ਆ ਵੀ ਤੁਸੀਂ ਕੀ ਧਰਿਆ ਜੀ? ਹਾਂਜੀ ਅਸੀਂ ਮੰਗਦੇ ਆ। ਅਸੀਂ ਆਪਣੀ ਸਾਡੀ ਗਲੀ ਇਦਾਂ ਦੀ ਆ, ਅਸੀਂ ਇੱਕ ਦੂਸਰੇ ਨੂੰ ਦਾਲ ਸਬਜ਼ੀ ਇੱਕ ਪੁੱਛੀਦਾ, ਇੱਕ ਦੂਜੇ ਨੂੰ ਦੇਈਦੀ ਵੀ ਆ, ਲਈਦੀ ਵੀ ਆ। ਦੁਆਬੇ 'ਚ ਅਸੀਂ ਜਦੋਂ ਆਉਂਦੇ ਨਾ ਅਕਸਰ ਅਸੀਂ ਸੁਣਦੇ ਹੁੰਦੇ ਦੁਆਬੇ 'ਚ ਗੁੜ ਜਿਹੜਾ ਹੈਗਾ ਬਹੁਤ ਵਧੀਆ, ਗੰਨਾ ਇੱਥੇ ਬਹੁਤ ਜ਼ਿਆਦਾ, ਮੱਕੀ ਇੱਥੇ ਬਹੁਤ ਵਧੀਆ, ਮਿੱਠੀ ਮੱਕੀ ਦੁਆਬੇ ਦੀ ਸਾਨੂੰ ਯਾਦ ਆਉਂਦਾ, ਦੁਆਬੇ ਦੀ ਜਿਹੜੀ ਸਰੋਂ ਦਾ ਸਾਗ ਉਹ ਯਾਦ ਆਉਂਦਾ ਹੈਗਾ। ਤੇ ਬਾਹਰ ਵੀ ਚਲੇ ਜਾਈਏ ਤੇ ਅਸੀਂ ਭੁੱਲਦੇ ਨਹੀਂ ਦੁਆਬੇ ਵਾਲੇ ਜਿੰਨੇ ਵੀ ਹੈਗੇ ਹਨ ਜੇ। ਤੇ ਹੁਣ ਮੈਨੂੰ ਐਂ ਦੱਸੋ ਕਿ ਦਾਣੇ ਬਣਾਉਣ ਭੱਠੀ ਤੇ ਜਾਂਦੇ ਸੀ ਬਚਪਨ 'ਚ, ਤਾਂ ਸਾਡੇ ਕੋਲ ਇਹੋ ਜਿਹਾ ਸੀਗਾ। ਸਭ ਤੋਂ ਵੱਧ ਕਿਹੜੇ ਦਾਣੇ ਬਣਾ ਕੇ ਲਿਆਉਂਦੇ ਰਹੇ? ਮੱਕੀ ਬਣਾਉਂਦੇ ਸੀ ਕਿ ਛੋਲੇ ਬਣਾ ਕੇ ਲਿਆਉਂਦੇ? ਹਾਂਜੀ ਮੱਕੀ ਦੇ ਵੀ ਬਣਾਈਦੇ, ਛੋਲਿਆਂ ਦੇ ਵੀ ਬਣਾਈਦੇ ਸੀਗੇ। ਹਾਂਜੀ ਕਣਕ ਦੇ ਵੀ ਬਣਾਈਦੇ ਸੀਗੇ ਗੁੜ ਲਾ ਕੇ, ਤੇ ਉਹਨਾਂ ਨੂੰ ਮਿੱਠੇ ਜਿੱਦਾਂ ਮਿੱਠੇ ਰੋੜੇ ਕਹਿ ਦਿੰਦੇ ਹੁੰਦੇ ਸੀ, ਤੇ ਉਹ ਭੁੰਨ ਕੇ ਜ਼ਰੂਰ ਉਹ ਮਰੂੰਡੇ ਬਣ ਜਾਂਦੇ ਸੀ ਗੁੜ ਵਾਲੇ। ਪੀਂਦਾ ਜਿਹੜਾ ਤੁਹਾਡੇ ਵੇਲੇ ਸੀ ਬਚਪਨ ਦੇ, ਜਿਹੜੀਆਂ ਤੁਹਾਡੀਆਂ ਮਾਵਾਂ ਚੂਰੀਆਂ ਕੁੱਟ ਕੇ ਖਵਾਉਂਦੀਆਂ ਸੀਗੀਆਂ, ਦੇਸੀ ਘਿਓ 'ਚ ਖਾਣੇ ਬਣਾਉਂਦੇ ਸੀ, ਉਹਦੇ ਨਾਲ ਤਾਂ ਉਹ ਨਹੀਂ ਨਾ ਰਹੀ ਗੱਲ ਹੁਣ ਜੀ? ਨਹੀਂ ਰਹੀ ਹੁਣ ਨਹੀਂ। ਹਾਂ ਮਤਲਬ ਸਿਹਤ ਵੀ ਵਿਗੜ ਗਈ। ਵਿਗੜ ਗਈ। ਹਾਂ ਸਿਹਤਾਂ ਵੀ ਹੈ ਨਹੀਂ ਹੁਣ, ਪਚਦਾ ਵੀ ਕੁਛ ਨਹੀਂ। ਜੀ ਜੀ। ਹਾਂਜੀ ਹਾਂ। ਤੇ ਤੁਹਾਨੂੰ ਹੁਣ ਕੀ ਮਹਿਸੂਸ ਹੁੰਦਾ ਹੈਗਾ? ਇਹਨੂੰ ਤੁਸੀਂ ਚੰਗਾ ਵੇਲਾ ਕਹਿੰਦੇ ਹੋ ਕਿ ਮਾੜਾ ਵੇਲਾ? ਖਾਣ ਵਾਲੇ ਪਾਸੇ ਇਹਨੂੰ ਕਹਿੰਦੇ ਹੋ?
ਹਾਂਜੀ ਰੋਟੀ ਫੁਲਕਾ ਹੀ ਆ, ਫੁਲਕਾ ਦਾ ਹੋਰ ਕੁਛ ਨਹੀਂ। ਪਹਿਲਾਂ ਚੰਗਾ ਸੀ, ਹਾਂਜੀ ਪਹਿਲਾਂ ਚੰਗਾ ਸੀ। ਹਾਂਜੀ ਹਾਂਜੀ ਸੁੱਚੇ ਖਾਣੇ ਸੀ, ਹੁਣ ਉਹ ਖਾਣੇ। ਹਾਂ ਨਹੀਂ ਹੁਣ ਹੈ ਨਹੀਂ ਹਾਂਜੀ। ਚਲੋ ਜੀ, ਕੁੱਲ ਮਿਲਾ ਕੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਤੁਸੀਂ ਗਿੱਧਾ ਵੀ ਪਾਇਆ, ਘੋੜੀਆਂ ਵੀ ਜਿਹੜੀਆਂ ਸੀਗੀਆਂ ਉਹ ਗਾਈਆਂ, ਸੁਹਾਗ ਵੀ ਗਾਇਆ ਤੇ ਆਪਾਂ ਬੋਲੀਆਂ ਵੀ ਪਾ ਲਈਆਂ ਹੈਗੀਆਂ। ਸੋ ਬਹੁਤ ਆਨੰਦ ਆਇਆ। ਪਰ ਹੁਣ ਛੋਟੇ ਛੋਟੇ ਬੱਚੇ ਜਿਹੜੇ ਆ ਸਾਡੇ ਕੋਲ ਮੇਰੇ ਨਾਲ ਖੜੇ ਹੈਗੇ, ਵੀ ਉਡੀਕਦੇ ਆ। ਇਹ ਸਕੂਲੋਂ ਨੱਠ ਕੇ ਆਏ ਹੈਗੇ, ਇਹ ਵੀ ਦੱਸਦੇ ਆ ਵੀ ਇਹਨਾਂ ਨੇ ਵੀ ਆਪਣਾ ਜਿਹੜਾ ਰਾਗ ਰੰਗ ਲਾਉਣਾ। ਤੇ ਤੁਸੀਂ ਵੀ ਬਈ ਆਪਣਾ ਕੀ ਕੀ ਕਰੋਗੇ? ਗਿੱਧਾ ਪਾਉਣਾ ਹੈ? ਬੋਲੀ ਕੌਣ ਪਾਊਗਾ? ਚਲੋ ਜੀ, ਆ ਫਿਰ ਮੈਕ ਫੜ ਕੇ ਬੋਲੀ ਪਾਓ। ਜੀ ਬਹੁਤ ਹੀ ਆਨੰਦ ਆਇਆ। ਸਾਰਿਆਂ ਦਾ ਇਹ ਰੰਗ ਜਿਹੜਾ ਸੀ ਵਿਰਸੇ ਦਾ ਅਸੀਂ ਦੇਖਣ ਨੂੰ ਮਿਲਿਆ, ਚਾਹੇ ਉਹ ਗਿੱਧੇ ਦੇ ਰੂਪ ਸੀਗਾ, ਚਾਹੇ ਉਹ ਬੋਲੀਆਂ ਦੇ ਰੂਪ ਸੀਗਾ, ਤੇ ਚਾਹੇ ਉਹ ਲੰਮੀ ਹੇਕ ਵਾਲੇ ਗੀਤਾਂ ਦੇ ਰੂਪ ਸੀਗਾ। ਹੋਰ ਵੀ ਆਨੰਦ ਅਸੀਂ ਮਾਣਾਂਗੇ, ਪਰ ਇੱਥੇ ਹੁਣ ਚੱਲਦੇ ਹਾਂ ਸੱਥ ਦੇ ਵਿੱਚ ਤੇ ਉੱਥੇ ਜਾ ਕੇ ਬਾਕੀ ਵਸਨੀਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਪਿੰਡ ਬਾਰੇ ਜਾਣਕਾਰੀ ਦਿੰਦੇ ਹਾਂ। ਤੇ ਆਓ ਫਿਰ ਚਲੀਏ। ਦੋਸਤੋ, ਇਸ ਟਾਈਮ ਗੱਲ ਕਰ ਰਹੇ ਹੈਗੇ ਆ ਪਿੰਡ ਦੇ ਇੱਕ ਰਿਟਾਇਰਡ ਟੀਚਰ ਸਰਦਾਰ ਸਰਵਣ ਸਿੰਘ ਹੋਰਾਂ ਨਾਲ। ਕਿਸ ਤਰੀਕੇ ਦਾ ਉਹਨਾਂ ਦਾ ਤਜਰਬਾ ਰਿਹਾ ਸਾਰੀ ਉਮਰ ਅਧਿਆਪਨ ਦੇ ਖੇਤਰ ਨਾਲ ਜੁੜਨ ਤੋਂ ਬਾਅਦ, ਤੇ ਅੱਜ ਕੱਲ੍ਹ ਉਹ ਸੇਵਾ ਮੁਕਤ ਨੇ ਤੇ ਉਹ ਦੱਸਣਗੇ ਆਪਣੇ ਉਸ ਸਾਰੇ ਗੁਜ਼ਰੇ ਜ਼ਮਾਨੇ ਦੇ ਬਾਰੇ ਤੇ ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ। ਸਰ, ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ, ਪਿੰਡ ਜਗਪਾਲਪੁਰ ਦੇ ਜੀ। ਹਾਂਜੀ ਹਾਂਜੀ। ਸਰ, ਤੁਸੀਂ ਲੰਬਾ ਸਮਾਂ ਅਧਿਆਪਨ ਦੇ ਖੇਤਰ ਨਾਲ ਜੁੜੇ ਰਹੇ ਹੋ, ਕਿੰਨੇ ਸਾਲ ਸਰਵਿਸ ਕੀਤੀ? ਲਗਭਗ 35 ਸਾਲ ਜੀ। ਹਾਂਜੀ। ਇੱਥੇ ਹੀ ਪੜ੍ਹਾਇਆ ਪਿੰਡ ਕਿ ਬਾਹਰ ਵੀ ਕਿਤੇ? ਬਾਹਰ ਵੀ 3 ਸਕੂਲਾਂ 'ਚ ਪੜ੍ਹਾਇਆ ਜੀ। ਹਾਂਜੀ, ਲੋਕਲ ਹੀ ਪੜ੍ਹਾਇਆ। ਹਾਂਜੀ ਹਾਂਜੀ। ਤੇ ਹੁਣ ਸੇਵਾ ਮੁਕਤ ਤੋਂ ਕਿੰਨਾ ਚਿਰ ਹੋਇਆ? 4 ਸਾਲ ਹੋ ਗਏ। ਅੱਛਾ, ਤੇ ਤੁਹਾਡੇ ਤੋਂ ਇਲਾਵਾ ਇਸ ਪਿੰਡ ਵਿੱਚ ਹੋਰ ਕਿੰਨੇ ਕੁ ਟੀਚਰ ਰਹੇ? ਲਗਭਗ 12-13 ਕਰਾਏ। ਹਾਂਜੀ। ਯਾਨੀ ਕਹਿ ਸਕਦੇ ਪਿੰਡ ਵਿੱਚ ਕਾਫੀ ਲੋਕ ਜਿਹੜੇ ਸੀਗੇ, ਉਹ ਸ਼ਖਸੀਅਤਾਂ ਜਿਹੜੀਆਂ ਉਹ ਅਧਿਆਪਨ ਦੇ ਕਿੱਤੇ ਨਾਲ ਜੁੜੀਆਂ। ਹਾਂਜੀ ਹਾਂਜੀ। ਉਹਨਾਂ ਦੀਆਂ ਮਿਸਿਸ ਵੀ ਆ, ਮਤਲਬ ਲੇਡੀਜ਼ ਵੀ ਆ, ਹੈ ਕਿ ਨਹੀਂ? ਹਾਂ। ਤੇ ਇੱਕ ਸੇਵਾ ਮੁਕਤੀ ਤੋਂ ਬਾਅਦ ਜਿਹੜਾ ਜੀਵਨ ਹੁੰਦਾ ਕਿਸੇ ਵੀ ਆਦਮੀ ਦਾ ਆਪਾਂ ਲੈ ਲਈਏ, ਅੱਜ ਕੱਲ੍ਹ ਕਿਵੇਂ ਲੰਘ ਰਿਹਾ? ਤੁਸੀਂ ਕੀ ਕਰ ਰਹੇ ਹੋ ਅੱਜ ਕੱਲ੍ਹ, ਇਸ ਬਾਰੇ ਦੱਸੋ। ਦੇਖੋ ਜੀ, ਸੇਵਾ ਮੁਕਤੀ ਤੋਂ ਦੇ ਟਾਈਮ ਨਾਲ ਬੰਦਾ ਕਈ ਜ਼ਿੰਮੇਵਾਰੀਆਂ ਤੋਂ ਰਹਿਤ ਵੀ ਹੋ ਜਾਂਦਾ ਤੇ ਉਹਨੂੰ ਕਈ ਤਰ੍ਹਾਂ ਦੀਆਂ ਹੋਰ ਅਨੇਕਾਂ ਜ਼ਿੰਮੇਵਾਰੀਆਂ ਹੁੰਦੀਆਂ, ਉਹ ਸੰਭਾਲਣੀਆਂ ਵੀ ਪੈਂਦੀਆਂ ਆ। ਜੋ ਮੇਰਾ ਤਜਰਬਾ ਹੈ, ਮੈਂ ਤਾਂ ਖੁਸ਼ ਹਾਂ ਜੀ ਇਸ ਲਈ। ਹੈ ਬਹੁਤ ਵਧੀਆ ਟਾਈਮ ਬੀਤ ਹੋ ਰਿਹਾ ਜੀ। ਹਾਂਜੀ, ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਕਿਸੇ ਹੋਰ ਸ਼ਖਸੀਅਤ ਨਾਲ ਵੀ ਆਪਾਂ ਕਰਦੇ ਹਾਂ ਗੱਲਬਾਤ, ਤੇ ਆਓ ਫਿਰ ਚੱਲਦੇ ਹਾਂ। ਇਹ ਪਿੰਡ ਵਿੱਦਿਆ ਦੇ ਖੇਤਰ ਵਿੱਚ ਵੀ ਮੋਹਰੀ ਹੈ। ਸਦੀ ਪਹਿਲਾਂ ਪਿੰਡ ਵਿੱਚ ਸਕੂਲ ਤੇ ਗੁਰਦੁਆਰਾ ਸਾਹਿਬ ਇਕੱਠੇ ਹੁੰਦੇ ਸਨ, ਜਿਸ ਦੀ ਗਵਾਹੀ ਇਹ ਇਮਾਰਤ ਅੱਜ ਵੀ ਭਰਦੀ ਹੈ। ਇਸ ਤੋਂ ਬਾਅਦ ਦੂਸਰੇ ਪਾਸੇ ਨਵੀਂ ਇਮਾਰਤ ਉਸਾਰ ਕੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਬਣਾਏ ਗਏ। ਦੂਜਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ, ਜੋ ਜਗਪਾਲਪੁਰ ਅਤੇ ਰਾਣੀਪੁਰ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ। ਤੀਜਾ ਸਕੂਲ ਪ੍ਰਾਈਵੇਟ ਹੈ, ਜੋ ਕਦੇ SGPC ਵੱਲੋਂ ਕਾਲਜ ਵਜੋਂ ਮਨਜ਼ੂਰ ਕੀਤਾ ਗਿਆ ਸੀ। ਇਸ ਦਾ ਨੀਂਹ ਪੱਥਰ ਵੀ ਰੱਖ ਦਿੱਤਾ ਸੀ, ਪਰ ਫੰਡਾਂ ਦੀ ਸਹਾਇਤਾ ਨਾ ਮਿਲਣ ਕਰਕੇ ਇਹ ਅਧੂਰਾ ਹੀ ਰਿਹਾ, ਜਿਸ ਸਦਕਾ ਬਾਅਦ ਵਿੱਚ ਇਸ ਜਗ੍ਹਾ ਦੇ ਉੱਤੇ NRI ਭਰਾਵਾਂ ਨੇ ਪੂਰਾ ਸਹਿਯੋਗ ਦੇ ਕੇ ਅੰਗਰੇਜ਼ੀ ਮੀਡੀਅਮ ਦਾ ਸਕੂਲ ਚਾਲੂ ਕਰਵਾ ਦਿੱਤਾ, ਜਿੱਥੇ ਬੱਚੇ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਵਾਂਗੂ ਹੀ ਵਧੀਆ ਸਿੱਖਿਆ ਪ੍ਰਾਪਤ ਕਰ ਰਹੇ ਹਨ। ਮੈਂ ਗੱਲ ਕਰੂੰਗਾ ਜਗਪਾਲਪੁਰ ਦੇ ਵਿੱਚ ਇੱਥੋਂ ਦੇ ਨੰਬਰਦਾਰ ਸਾਹਿਬ ਜਿਹੜੇ ਇਸ ਟਾਈਮ ਮੌਜੂਦ ਨੇ ਸਾਡੇ ਨਾਲ, ਸਰਦਾਰ ਅਵਤਾਰ ਸਿੰਘ ਹੋਰੀ, ਜਿਹੜੇ ਕਿ ਸਫਲ ਕਿਸਾਨ ਵੀ ਨੇ, ਨੰਬਰਦਾਰੀ ਵੀ ਕਰਦੇ ਨੇ ਪਿੰਡ ਦੇ ਲੰਬੇ ਅਰਸੇ ਤੋਂ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਪ੍ਰਵਾਨ ਕਰੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ। ਨੰਬਰਦਾਰ ਸਾਹਿਬ, ਇੱਦਾਂ ਦੱਸੋ ਕਿ ਖੇਤੀ ਵਾਲੇ ਇਸ ਕਸਬ ਨਾਲ ਜੁੜਿਆ ਇਹ ਰਵਾਇਤੀ ਸੀਗਾ, ਖਾਨਦਾਨੀ ਸੀਗਾ ਕਿ ਅਪਣਾਇਆ? ਨਹੀਂ, ਖਾਨਦਾਨੀ ਸੀ ਜੀ। ਸਾਡੇ ਬਾਬੇ ਪੜਦਾਦੇ ਖੇਤੀ ਕਰਦੇ ਆਏ ਆ। ਹਾਂਜੀ, ਨੰਬਰਦਾਰੀ ਵੀ ਤੇ ਖੇਤੀ ਵੀ। ਹਾਂਜੀ।
ਦੁਆਬੇ ਦੇ ਵਿੱਚ ਅਸੀਂ ਬਾਕੀ ਇਲਾਕਿਆਂ ਨਾਲੋਂ ਵੇਖਦੇ ਹਾਂ ਕਿ ਜਿਹੜੀਆਂ ਫਸਲਾਂ ਆ ਉਹ ਬੜੀਆਂ ਅਲੱਗ-ਅਲੱਗ ਕਿਸਮ ਦੀਆਂ ਸੀਗੀਆਂ। ਪਹਿਲਾਂ ਕਿਹੜੀਆਂ-ਕਿਹੜੀਆਂ ਬਾਬਿਆਂ ਦੇ ਵੇਲੇ ਜਿਹੜੀਆਂ ਫਸਲਾਂ ਤੁਸੀਂ ਬਚਪਨ 'ਚ ਦੇਖਦੇ ਰਹੇ ਜੇ, ਕਿਹੜੀਆਂ-ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਸੀਗੀਆਂ? ਸਾਡੇ ਏਰੀਆ 'ਚ ਤਾਂ ਫਸਲਾਂ ਵੈਸੇ ਇਹੀ ਸੀਗੀਆਂ, ਕਣਕ, ਝੋਨਾ, ਗੰਨਾ ਜਾਂ ਮੱਕੀ ਸੀ, ਜਾਂ ਆਲੂ ਵੀ। ਆਲੂ ਸਾਡੇ ਹੁਣ ਨਹੀਂ ਲਾਉਂਦੇ ਹੈਗੇ, ਕੋਈ ਕਿਸਾਨ ਲਾਉਂਦਾ ਨਹੀਂ ਤਾਂ ਨਹੀਂ, ਪਰ ਅਸੀਂ ਜਿਹੜੀ ਖੇਤੀ ਇਸ ਟਾਈਮ ਕਰਦੇ ਹਾਂ ਗੰਨਾ, ਝੋਨਾ ਤੇ ਕਣਕ, ਤੇ ਮੱਕੀ ਥੋੜ੍ਹੀ ਕਿਸੇ ਟਾਈਮ ਲਾ ਲਈਦੀ ਆ, 2 ਖੇਤ ਲਾ ਲਏ। ਕਿਉਂਕਿ ਮੱਕੀ ਦਾ ਜਿਹੜਾ ਕੰਮ ਆ ਇਹ ਇੱਕ ਤਾਂ ਜਿਹੜੇ ਪਸ਼ੂ ਵਾਰਾ ਆ ਉਹ ਨਹੀਂ ਹੋਣ ਦਿੰਦੇ, ਇੱਕ ਸਾਡੇ ਇੱਥੇ ਸੂਰ ਬਹੁਤ ਆ ਗਏ ਆ, ਉਹਨਾਂ ਦੇ ਕਰਕੇ ਮੱਕੀ ਹੁਣ ਸਾਨੂੰ ਬੀਜਣੀ ਬੜੀ ਔਖੀ ਆ ਕਿ ਉਹਦਾ ਨੁਕਸਾਨ ਬਹੁਤ ਹੁੰਦਾ ਹੈ ਮੱਕੀ ਦਾ, ਤਦ ਕਰਕੇ ਮੱਕੀ ਨੂੰ ਛੱਡ ਗਏ ਆ। ਮੇਰੇ ਨਾਲ ਖੜੇ ਹੋ, ਆਪਾਂ ਨੂੰ ਸਾਰੇ ਦਰਸ਼ਕ ਜਿਹੜੇ ਹੈਗੇ ਉਹ ਦੇਖ ਰਹੇ ਆ। ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੂੰਗਾ ਕਿ ਨਵੀਂ ਪੀੜ੍ਹੀ ਦੇ ਲੋਕ ਜਿਹੜੇ ਹੈਗੇ ਆ ਉਹ ਵੀ ਦੇਖ ਰਹੇ ਆ, ਇੱਕ ਨੰਬਰਦਾਰ ਦੇ ਕੰਮ ਕੀ ਕੀ ਹੁੰਦੇ ਆ ਪਿੰਡ ਲਈ, ਉਹ ਜਰਾ ਸਾਨੂੰ ਜ਼ਰੂਰ ਦੱਸੋ। ਨੰਬਰਦਾਰਾਂ ਦੇ ਕੰਮ ਜੀ, ਇੱਕ ਤਾਂ ਆਪਾਂ ਕੋਈ ਰਜਿਸਟਰੀ ਕਰਾਉਣੀ ਹੈ ਜਾ ਕੇ ਕਚਹਿਰੀਆਂ ਦੇ ਵਿੱਚ, ਉਹ ਜਾਂ ਕੋਈ ਸਾਨੂੰ ਜਿਹੜਾ ਕੋਈ ਆਉਂਦਾ ਬਾਹਰੋਂ ਅਫਸਰ ਆਉਂਦਾ ਆ ਉਹ ਸਾਨੂੰ ਬੁਲਾਉਂਦਾ ਆ ਕਿ ਤੁਸੀਂ ਇਹਦੀ ਬੰਦੇ ਦੀ ਪਛਾਣ ਕਰਨੀ ਆ, ਜਾਂ ਉਹਨਾਂ ਨੂੰ ਆਇਆਂ ਨੂੰ ਅਸੀਂ ਬਹਾਲਣਾ, ਕਿੱਥੇ ਬਹਾਲਣਾ, ਉਸ ਵੇਲੇ ਅਸੀਂ ਮੋਹਰੇ ਹੋਣਾ ਚਾਹੀਦੇ ਆ ਹੁਣ। ਅਤੇ ਜਾਂ ਆਪਾਂ ਕੋਰਟ ਮੈਰਿਜ ਕਰਾਉਂਦੇ ਆ ਉਸ ਟਾਈਮ। ਨੰਬਰਦਾਰੀਆਂ ਦੇ ਕੰਮ ਹੈਗੇ ਆ, ਮਤਲਬ ਇੱਦਾਂ ਦੇ ਕਾਫੀ ਕੰਮ ਆ, ਜੇ ਕਰਨੇ ਹੁਣ ਤਾਂ ਕਰੀਦੇ ਆ, ਸਾਰੇ ਕਰੀਦੇ ਆ, ਆਪਣਾ ਟਾਈਮ ਕੱਢ ਕੇ, ਕੋਈ ਇੱਦਾਂ ਦੀ ਗੱਲ ਨਹੀਂ। ਹਾਂਜੀ, ਪਿੰਡ ਜਗਪਾਲਪੁਰ ਦੇ ਵਿੱਚ ਯੂਨਾਈਟਿਡ ਵੈਲਫੇਅਰ ਸਪੋਰਟਸ ਜਿਹੜਾ ਕਲੱਬ ਹੈਗਾ ਆ, ਉਹਨਾਂ ਵੱਲੋਂ ਕਾਫੀ ਜਿਹੜਾ ਕੰਮ ਵਧੀਆ ਕੀਤਾ ਜਾ ਰਿਹਾ ਹੈਗਾ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਸ ਬਾਰੇ ਦੇਖੋ ਜੀ, ਯੂਨਾਈਟਿਡ ਸਪੋਰਟਸ ਕਲੱਬ ਦਾ ਕੰਮ ਜਿਹੜਾ ਇਸ ਵੇਲੇ ਬਹੁਤ ਵਧੀਆ ਚੱਲ ਰਿਹਾ ਆ। ਜੋ ਉਹੀ ਜਿਹੜਾ ਪੈਸਾ ਆ NRI ਵੀਰਾਂ ਦਾ, ਪਿੰਡ ਦੇ ਬੰਦਿਆਂ ਦਾ, ਉਹ ਹੋਰ ਵੀ ਆਲੇ ਦੁਆਲੇ ਹੋਰ ਸਫਾਈ 'ਤੇ ਵੀ ਲੱਗ ਰਿਹਾ ਹੈ, ਸਫਾਈ ਕਰਨੇ ਨੂੰ ਜਾਂ ਕਿਤੇ ਬੂਟੇ ਲਾਉਣੇ ਆ, ਅਤੇ ਉਹ ਬਹੁਤ ਵਧੀਆ ਕੰਮ ਚੱਲ ਰਿਹਾ। ਉੱਥੇ ਗਰਾਊਂਡ ਦੇ ਵਿੱਚ ਬੂਟੇ ਇਸ ਵੇਲੇ ਲੱਗ ਵੀ ਗਏ ਆ, ਬੜੇ ਜ਼ੋਰ ਨਾਲ ਕੰਮ ਚੱਲ ਰਿਹਾ ਹੈ, ਬਹੁਤ ਵਧੀਆ ਕੰਮ ਚੱਲ ਰਿਹਾ ਆ। ਵਧੀਆ ਲੱਗਿਆ, ਇਹ ਗੱਲ ਬਹੁਤ ਵਧੀਆ ਹੈਗੀ ਕਿ ਜਿਵੇਂ ਨੰਬਰਦਾਰ ਸਾਹਿਬ ਨੇ ਦੱਸਿਆ ਹੈਗਾ ਕਿ ਪਿੰਡ ਦੇ ਵਿੱਚ ਬੂਟੇ ਵੀ ਜਿਹੜੇ ਹੈਗੇ ਆ ਉਹ ਯੂਨਾਈਟਿਡ ਸਪੋਰਟਸ ਐਂਡ ਜਿਹੜਾ ਇਨਵਾਇਰਨਮੈਂਟ ਕਲੱਬ ਬਣਿਆ ਹੈਗਾ, ਬਹੁਤ ਵੱਡਾ ਉਦਮ ਹੈਗਾ ਆ। ਚਰਨਜੀਤ ਸਿੰਘ ਖਾਲਸਾ ਹੋਣੀ ਜਿਹੜੇ ਹੈਗੇ ਔਰ ਇਹਨਾਂ ਦੀ ਬਾਕੀ ਸਾਰੀ ਤਮਾਮ ਟੀਮ ਜਿਹੜੀ ਇਹਨਾਂ ਦੀ ਪ੍ਰਧਾਨਗੀ ਵਿੱਚ ਜਿਹੜੀ ਪਿੰਡ 'ਚ ਕੰਮ ਕਰਦੀ ਪਈ ਹੈ, ਬਹੁਤ ਵਧੀਆ ਉਪਰਾਲੇ ਹੋ ਗਿਆ। ਮੇਰੇ ਆਲੇ ਦੁਆਲੇ ਖੇਤਾਂ 'ਚ ਤਾਂ ਮੈਂ ਖੜਾ ਹੀ ਹਾਂ, ਪਰ ਜਿਹੜੇ ਆਸੇ-ਪਾਸੇ ਜਿਹੜੀ ਇੰਨੀ ਹਰਿਆਵਲ ਨਜ਼ਰ ਆ ਰਹੀ ਉਹ ਇਸ ਕਲੱਬ ਦਾ ਇੱਕ ਬਹੁਤ ਵੱਡਾ ਜਿਹੜਾ ਆ ਉਹ ਉਦਮ ਹੈ। ਸੋ ਅੱਗੇ ਵੀ ਆਪਾਂ ਗੱਲ ਕਰਦੇ ਕਿਸੇ ਹੋਰ ਸ਼ਖਸੀਅਤ ਨਾਲ, ਆਓ ਚੱਲੀਏ। 2.5 ਦਹਾਕੇ ਪੁਰਾਣੇ ਵਸੇ ਇਸ ਪਿੰਡ ਵਿੱਚ ਕਈ ਘਰ ਅਜਿਹੇ ਵੀ ਪਏ ਹਨ ਜੋ ਪਿੰਡ ਦਾ ਪੁਰਾਤਨ ਇਤਿਹਾਸ ਸਾਂਭੀ ਬੈਠੇ ਹਨ, ਪਰ ਨਵੇਂ ਅਤੇ ਵਿਦੇਸ਼ ਗਏ ਸ਼ੌਕੀਨਾਂ ਨੇ ਕੋਠੀਆਂ ਤੇ ਬੰਗਲੇ ਉਸਾਰ ਕੇ ਪਿੰਡ ਦੀ ਨੁਹਾਰ ਨੂੰ ਹੋਰ ਨਿਖਾਰ ਦਿੱਤਾ ਹੈ। ਪਿੰਡ ਦੀਆਂ ਕੋਠੀਆਂ ਤੇ ਬਣੀਆਂ ਵੱਖ-ਵੱਖ ਮੂਰਤਾਂ ਪਿੰਡ ਦੀ ਰੌਣਕ ਨੂੰ ਵਧਾਉਂਦੀਆਂ ਨੇ। ਇਸ ਪਿੰਡ ਦੀ ਇੱਕ ਚਰਚਾ ਫਿਲਮ ਰੱਬ ਦਾ ਰੇਡੀਓ ਤੇ ਦਾਣਾ ਪਾਣੀ ਦੇ ਜ਼ਰੀਏ ਵੀ ਹੋਈ ਹੈ। ਕਿਉਂ ਹੋਈ ਆ? ਕਿਉਂਕਿ ਉਸ ਨੂੰ ਫਿਲਮ ਨੂੰ ਬਣਾਉਣ ਵਾਲਾ ਜਿਹੜਾ ਫਿਲਮ ਮੇਕਰ ਸੀਗਾ ਤਰਨਬੀਰ ਸਿੰਘ ਜਗਪਾਲ, ਹਾਂ ਤਰਨਬੀਰ ਸਿੰਘ ਜਗਪਾਲ ਨੇ ਇਸ ਪਿੰਡ ਦਾ ਨਾਂ ਰੌਸ਼ਨ ਕੀਤਾ ਹੈਗਾ ਔਰ ਪੰਜਾਬੀ ਸਿਨੇਮੇ ਨੂੰ ਬਹੁਤ ਸੋਹਣੀਆਂ ਜਿਹੜੀਆਂ ਫਿਲਮਾਂ ਦਿੱਤੀਆਂ ਹੈਗੀਆਂ। ਅੱਜ ਜਦੋਂ ਅਸੀਂ ਪਿੰਡ ਆਏ ਤਾਂ ਤਰਨਬੀਰ ਪਿੰਡ ਵਿੱਚ ਹਾਜ਼ਰ ਨਹੀਂ ਸੀ, ਲੱਗਦਾ ਉਹ ਕਿਸੇ ਸ਼ੂਟਿੰਗ ਦੇ ਉੱਤੇ ਜਿਹੜੇ ਆ ਰੁੱਝੇ ਹੋਏ ਹੈਗੇ ਆ। ਅਤੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਮੌਜੂਦ ਨੇ, ਸਰਦਾਰ ਮਹਿੰਦਰ ਸਿੰਘ ਜਿਹੜੇ ਕਿ ਰਿਟਾਇਰ ਪਟਵਾਰੀ ਨੇ ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਇਲਾਕੇ ਦੇ ਜਿਹੜੇ ਉਹ ਕਾਫੀ ਸਮਾਜ ਸੇਵੀ ਕੰਮਾਂ ਵਿੱਚ ਵੀ ਹਿੱਸਾ ਲੈਂਦੇ ਆ ਅਤੇ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਪਿੰਡ ਸੰਬੰਧੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ ਤੁਹਾਡਾ? ਮੇਰਾ ਨਾਮ ਮਹਿੰਦਰ ਸਿੰਘ ਹੈ। ਤੁਸੀਂ ਪਟਵਾਰੀ ਰਿਟਾਇਰ? ਹਾਂ, ਮੈਂ ਕਾਨੂੰਗੋ ਰਿਟਾਇਰ ਹੋਇਆ, ਵੈਸੇ ਪਿੰਡ ਵਿੱਚ ਪਟਵਾਰੀ ਕਹਿੰਦੇ ਆ। ਉਹ ਪਹਿਲਾਂ ਉਹ ਜਿਹੜੀ ਗੱਲ ਪੱਕ ਗਈ ਹੈ ਪਟਵਾਰੀ ਵਾਲੀ, ਉਸੇ ਦੇ ਪੱਕੇ ਨੇ। ਹਾਂਜੀ ਹਾਂਜੀ।
ਠੀਕ ਸਰ ਕਿੰਨਾ ਚਿਰ ਸੇਵਾ ਕੀਤੀ? 35 ਸਾਲ ਨੌਕਰੀ ਕੀਤੀ ਜੀ। ਅੱਛਾ ਜੀ। ਤੇ ਇਸ ਪਿੰਡ 'ਚ ਹੋਰ ਵੀ ਪਟਵਾਰੀ ਤੁਹਾਡੇ ਤੋਂ ਇਲਾਵਾ? ਸਿਰਫ ਇੱਕ ਪਟਵਾਰੀ ਹੈ ਜੀ, ਉਹ ਵੀ ਰਿਟਾਇਰ ਹੋ ਚੁੱਕੇ ਆ। ਉਹ ਬਾਹਰ ਵਿਦੇਸ਼ ਗਏ ਹੋਏ। ਹਾਂਜੀ। ਤੇ ਜੇ ਮੈਂ ਗੱਲ ਕਰਾਂ, ਬੜੀ ਹੈਰਾਨੀ ਦੀ ਗੱਲ ਆ ਕਿ ਤੁਹਾਡਾ ਜਿਹੜਾ ਫੀਲਡ ਸੀਗਾ ਉਹ ਪਟਵਾਰੀ ਤੋਂ ਕਾਨੂੰਗੋ ਤੱਕ ਦਾ ਤੁਹਾਡਾ ਜ਼ਿੰਦਗੀ ਦਾ ਜਿਹੜਾ ਸਫ਼ਰ ਰਿਹਾ। ਹੁਣ ਤੁਸੀਂ ਸੇਵਾ ਮੁਕਤ ਹੋ। ਜਦੋਂ ਅਸੀਂ ਗੱਲ ਤੁਹਾਡੇ ਬੇਟੇ ਦੀ ਕਰਦੇ ਹੈਗੇ ਆ, ਉਹਨੇ ਇੱਕੋ ਦਮ ਜਿਹੜਾ ਫਿਲਮਾਂ ਵਾਲਾ ਜਿਹੜਾ ਸੀਗਾ ਉਹ ਰਾਹ ਚੁਣਿਆ, ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੁਸੀਂ? ਬਹੁਤ ਵਧੀਆ ਮਹਿਸੂਸ ਕਰਦੇ ਹਾਂ ਜੀ। ਉਹਦਾ ਪੜ੍ਹਾਈ ਤੋਂ ਬਾਅਦ ਐਨੀਮੇਸ਼ਨ ਡਿਜ਼ਾਈਨਿੰਗ ਵੱਲ ਧਿਆਨ ਗਿਆ ਤੇ ਉੱਥੋਂ ਉਸ ਪਾਸੇ ਫਿਲਮਾਂ ਵੱਲ ਚ ਗਿਆ। ਐਨੀਮੇਸ਼ਨ ਡਿਜ਼ਾਈਨਿੰਗ ਇੱਕ ਟ੍ਰੇਨ ਗਿਆ 3 ਸਾਲ ਦੀ, ਉਹ ਚੰਡੀਗੜ੍ਹੋਂ ਕੀਤੀ ਸੀ। ਉਹ ਤੋਂ ਬਾਅਦ ਉਹਦਾ ਲਿੰਕ ਉਹਨਾਂ ਫਿਲਮ ਵਾਲੇ ਪਾਸੇ ਬਣ ਗਿਆ। ਇਸ ਪਿੰਡ ਦੀਆਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲ ਕਰਨ ਤੋਂ ਬਾਅਦ ਇੱਕ ਹੋਰ ਸ਼ਖਸੀਅਤ ਨੇ, ਖਾਸ ਤੌਰ ਤੇ ਅਗਰ ਮੈਂ ਭਾਰਤੀ ਫੌਜ ਦੀ ਗੱਲ ਕਰਾਂ ਤੇ ਭਾਰਤੀ ਫੌਜ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਸੇਵਾ ਮੁਕਤ ਹੋਏ ਨੇ। ਇਸ ਪਿੰਡ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਭਾਰਤੀ ਫੌਜ ਦੇ ਵਿੱਚ ਜਾ ਕੇ ਜਿਹੜਾ ਹੈਗਾ ਆ ਆਪਣਾ ਯੋਗਦਾਨ ਪਾਇਆ ਹੈਗਾ। ਖਾਸ ਤੌਰ ਤੇ ਇੱਕ ਅਹਿਮ ਗੱਲ ਇਸ ਪਿੰਡ ਦੀ ਇਹ ਆ ਕਿ ਜਦੋਂ ਪਹਿਲਾ ਵਿਸ਼ਵ ਯੁੱਧ ਲੱਗਿਆ ਸੀਗਾ ਤਾਂ ਇਸ ਪਿੰਡ ਦੇ ਇੱਕ ਸ਼ਹੀਦ ਹੋਏ ਆ। ਮੈਂ ਉਸ ਬਾਰੇ ਗੱਲ ਨਹੀਂ ਕਰੂੰਗਾ, ਉਸ ਬਾਰੇ ਮੈਂ ਸਰਦਾਰ ਅਮਰਦੀਪ ਸਿੰਘ ਉਹਨਾਂ ਨਾਲ ਹੀ ਗੱਲ ਕਰੂੰਗਾ ਜਿਹੜੇ ਇਸ ਟਾਈਮ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਰ ਤੁਹਾਨੂੰ ਸਤਿ ਸ਼੍ਰੀ ਅਕਾਲ। ਸਾਡੇ ਮੈਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਵਧੀਆ। ਸਰ ਤੁਸੀਂ ਕਿੰਨਾ ਅਰਸਾ ਫੌਜ ਦੇ ਵਿੱਚ ਜਿਹੜੀ ਆ ਸੇਵਾ ਕੀਤੀ? ਮੈਂ 26 ਸਾਲ ਕੀਤੀ ਜੀ ਸਿਗਨਲ ਕੋਰ ਦੇ ਵਿੱਚ। ਹਾਂਜੀ। ਕਿੱਥੇ ਕਿੱਥੇ ਡਿਊਟੀ ਰਹੀ? ਮੈਂ ਅਸਾਮ, MP, ਜੰਮੂ ਕਸ਼ਮੀਰ, ਸ੍ਰੀਨਗਰ, ਪੰਜਾਬ, ਬਿਹਾਰ, ਸਾਰੇ ਹਰ ਜਗ੍ਹਾ ਤੇ ਨੌਕਰੀ ਕੀਤੀ ਹੈ ਜੀ। ਵਧੀਆ ਰਿਹਾ ਤਜਰਬਾ? ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ। ਸਰ ਇਸ ਪਿੰਡ 'ਚੋਂ ਤੁਹਾਡੇ ਤੋਂ ਇਲਾਵਾ ਜਿਹੜੇ ਆ ਆਰਮੀ ਵਿੱਚ ਹੋਰ ਕਿਹੜੇ ਕਿਹੜੇ ਸੱਜਣ ਰਹੇ ਨੇ, ਉਹਨਾਂ ਬਾਰੇ ਕੁਝ ਪਤਾ ਤੁਹਾਨੂੰ? ਹਾਂ, ਕੁਛ ਮੈਨੂੰ ਸੱਜਣਾ ਬਾਰੇ ਪਤਾ ਆ, ਜੋ ਕਿ ਇਸ ਪਿੰਡ ਦੇ ਵਿੱਚ ਕਮ ਸੇ ਕਮ 16 ਸੱਜਣ ਜਿਹੜੇ ਆ ਉਹਨਾਂ ਨੇ ਆਪਣਾ ਆਰਮੀ ਦੇ ਵਿੱਚ ਸੇਵਾ ਕੀਤੀ ਆ। ਗੁਰਜੀਤ ਸਿੰਘ ਸੀਗੇ ਜਿਨ੍ਹਾਂ ਨੇ 71 ਦੀ ਲੜਾਈ ਜਿਹੜੀ ਆ ਉਹ ਵੀ ਇਹਨਾਂ ਨੇ ਲੜੀ ਆ। ਤੁਹਾਨੂੰ ਵੀ ਕੋਈ ਜੰਗ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ? ਮੈਨੂੰ ਕਾਰਗਿਲ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਰਾਜਸਥਾਨ ਦੇ ਵਿੱਚ ਮੌਕਾ ਮਿਲਿਆ ਸੀਗਾ, ਔਰ ਇਹੀ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਇਸ ਚੀਜ਼ ਦਾ। ਠੀਕ ਹੈ ਜੀ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਤੇ ਹੁਣ ਕਰਦੇ ਹਾਂ ਕਿਸੇ ਹੋਰ ਸੱਜਣ ਨਾਲ ਵੀ ਗੱਲਬਾਤ। ਪਿੰਡ ਦੇ ਆਲੇ ਦੁਆਲੇ ਖੇਤਾਂ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਸਨ। ਪ੍ਰਵਾਸੀ ਮਜ਼ਦੂਰ ਖੇਤਾਂ ਵਿੱਚ ਝੋਨਾ ਲਾਉਣ ਦੇ ਆਖਰੀ ਪੜਾਅ ਪੂਰੇ ਕਰ ਰਹੇ ਸਨ। ਦੇਸ਼ ਦੇ ਅੰਨ ਦਾ ਭੰਡਾਰ ਭਰਨ ਵਾਲੇ ਪੰਜਾਬ ਦੇ ਇਹਨਾਂ ਖੇਤਾਂ ਦੇ ਵਿੱਚ ਜੇ ਮੈਂ ਦੁਆਬੇ ਦੀ ਗੱਲ ਕਹਾਂ ਤੇ ਕਦੇ ਮੱਕੀ, ਬਾਜਰਾ, ਗੰਨਾ ਤੇ ਇਸ ਤੋਂ ਇਲਾਵਾ ਆਲੂ, ਮੂੰਗੀ ਤੇ ਦਾਲਾਂ ਵਾਲੀਆਂ ਬਹੁਤ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਸਨ। ਅੱਜ ਵੀ ਦੁਆਬਾ ਇਹਨਾਂ ਖੇਤੀ ਦੇ ਕੰਮਾਂ ਦੇ ਵਿੱਚ ਸਭ ਤੋਂ ਮੂਹਰੇ ਹੈ। ਕਹਿ ਸਕਦੇ ਹਨ ਬੇਸ਼ੱਕ ਬਹੁਤੇ ਲੋਕ ਵਿਦੇਸ਼ਾਂ ਵਿੱਚ ਜਾ ਵਸੇ ਹਨ, ਪਰ ਦੁਆਬੇ ਦੀਆਂ ਮਿੱਠੀਆਂ ਜ਼ਮੀਨਾਂ ਦੀ ਗੱਲ ਅੱਜ ਵੀ ਹੁੰਦੀ ਰਹਿੰਦੀ ਹੈ। ਅੰਨ ਦਾ ਭੰਡਾਰ ਭਰਨ ਵਾਲੇ ਇਸ ਪੰਜਾਬ ਦੀ ਇਹ ਧਰਤੀ ਇਸੇ ਤਰ੍ਹਾਂ ਹੀ ਖੁਸ਼ਹਾਲ ਰਵੇ, ਰੌਣਕਾਂ ਲੱਗੀਆਂ ਰਹਿਣ, ਸਾਡੀਆਂ ਦਿਲੀ ਦੁਆਵਾਂ ਨੇ, ਸਾਡੀਆਂ ਦਿਲੀ ਦੁਆਵਾਂ ਨੇ। ਦੋਸਤੋ ਇੱਕ ਜ਼ਮਾਨਾ ਹੁੰਦਾ ਸੀਗਾ ਜਦੋਂ ਟਾਹਲੀਆਂ ਦੇ ਉੱਤੇ ਤੇ ਵੱਡੇ ਦਰਖਤਾਂ ਦੇ ਉੱਤੇ ਲੱਜ ਦੀ ਜਿਹੜੀ ਪੀਂਘ ਆ ਮੋਟਾ ਰੱਸਾ ਵੱਟ ਕੇ ਪਾਈ ਜਾਂਦੀ ਸੀ ਤੇ ਸਾਉਣ ਦੇ ਮਹੀਨੇ ਵਿੱਚ ਅਕਸਰ ਹੀ ਚਾਹੇ ਉਹ ਕੁੜੀਆਂ ਸੀਗੀਆਂ ਤੇ ਚਾਹੇ ਨੌਜਵਾਨ ਸੀ ਤੇ ਚਾਹੇ ਬੱਚੇ ਸੀ, ਉਹਨਾਂ ਪੀਂਘਾਂ ਦੇ ਉੱਤੇ ਝੂਟੇ ਲੈਂਦੇ ਸੀਗੇ। ਪਰ ਪਿੰਡ ਜਗਪਾਲਪੁਰ ਦੇ ਖੇਡ ਸਟੇਡੀਅਮ ਦੇ ਵਿੱਚ ਜਿੱਥੇ ਕਿ ਹਜੇ ਕੰਮ ਚੱਲ ਰਿਹਾ ਹੈ, ਉੱਥੇ ਇਹ ਆਸਟ੍ਰੇਲੀਅਨ ਝੂਲਾ ਜਿਹਦੇ ਉੱਤੇ ਤੁਸੀਂ ਸਾਨੂੰ ਦੇਖ ਰਹੇ ਹੋ, ਮੇਰੇ ਨਾਲ ਨੇ ਸਾਰੇ ਪਿੰਡ ਦੇ ਵਸਨੀਕ ਤੇ ਚਰਨਜੀਤ ਸਿੰਘ ਖਾਲਸਾ ਹੋਰੀ ਮੇਰੇ ਨਾਲ ਨੇ। ਮੈਂ ਉਹਨਾਂ ਨਾਲ ਹੀ ਗੱਲਬਾਤ ਕਰਦਾ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਬਈ ਇਹ ਕਿੱਦਾਂ ਦਾ ਝੂਲਾ ਹੈਗਾ। ਅਸੀਂ ਵੀ ਪਹਿਲੀ ਵਾਰੀ ਵੇਖ ਰਹੇ ਹਾਂ ਤੇ ਇਹਦਾ ਝੂਟੇ ਉੱਤੇ, ਇਸ ਝੂਲੇ ਦੇ ਉੱਤੇ ਅਸੀਂ ਚੜ੍ਹ ਕੇ ਜਿਹੜੇ ਹੈਗੇ ਆ ਉਹ ਲੁਤਫ ਲੈ ਰਹੇ ਹੈਗੇ ਆ। ਤੇ ਕਿਵੇਂ ਆ ਜੀ, ਕਿੱਥੋਂ ਬਣਵਾਇਆ ਹੈ ਝੂਲਾ ਤੇ ਕਿਵੇਂ ਆਸਟ੍ਰੇਲੀਅਨ ਝੂਲੇ ਦਾ ਖਾਬ ਆਇਆ ਤੁਹਾਨੂੰ? ਖਾਬ ਤਾਂ ਦੇਖੋ ਜੀ, ਫੋਟੋ ਦੇਖ ਕੇ ਆਇਆ ਆਪਾਂ ਨੂੰ। ਆਸਟ੍ਰੇਲੀਅਨ ਝੂਲੇ ਦੀ ਫੋਟੋ ਦੇਖੀ ਜੀ, ਡੈਡੀ ਹੁਣੀ ਬਾਹਰ ਗਏ ਹੋਏ ਆ ਤੇ ਉੱਥੋਂ ਆ ਗਿਆ ਦਿਮਾਗ ਵਿੱਚ ਵੀ ਆਪਣੇ ਪਿੰਡ ਵਿੱਚ ਵੀ ਬਣਾਉਣਾ ਹੀ ਬਣਾਉਣਾ ਜੀ। ਬਾਕੀ ਪਿੰਡ ਵਾਸੀਆਂ ਨੇ ਸਾਥ ਦਿੱਤਾ, ਇਹ ਬਣ ਗਿਆ ਜੀ। ਹਾਂਜੀ। ਕਿੰਨਾ ਕੁ ਖਰਚਾ ਆ ਗਿਆ? ਖਰਚਾ ਤਾਂ ਹਜੇ ਬਣਾਉਣਾ ਹੀ ਆ ਜੀ। NRIਆਂ ਦਾ ਵਿਸ਼ੇਸ਼ ਸਹਿਯੋਗ ਆ, ਸਾਨੂੰ ਖਰਚੇ ਦੀ ਬਾਹਲੀ ਚਿੰਤਾ ਨਹੀਂ ਜੇ NRI ਨਾਲ ਇਦਾਂ ਹੀ ਜੁੜੇ ਰਹਿਣ ਜੀ। ਹਾਂਜੀ, ਬਹੁਤ ਵਧੀਆ ਗੱਲ ਆ ਜੀ। ਤੁਸੀਂ ਵੀ ਦੇਖ ਰਹੇ ਹੈਗੇ ਹੋ ਆਸਟ੍ਰੇਲੀਅਨ ਝੂਲਾ ਤੇ ਮੈਂ ਇਸ ਟਾਈਮ ਸਾਰਿਆਂ ਦੇ ਨਾਲ ਖੜੋ ਕੇ ਇਹਦੇ ਉੱਤੇ ਜਿਹੜੇ ਆ ਝੂਟੇ ਲੈ ਰਿਹਾ ਹੈਗਾ ਤੇ ਲੁਤਫ ਲਿਆ ਜਾ ਰਿਹਾ ਹੈਗਾ। ਸੋ ਕਰਦੇ ਆ ਜੀ, ਇਸ ਤੋਂ ਬਾਅਦ ਅੱਗੇ ਅਸੀਂ ਜਾ ਕੇ ਜਿਮ ਵਿੱਚ ਵੀ ਗੱਲ, ਨੌਜਵਾਨ ਉੱਥੇ ਆਏ ਹੋਏ ਆ ਤੇ ਉਹਨਾਂ ਨਾਲ ਵੇਖਦੇ ਆ ਕਿ ਕਿਸ ਤਰੀਕੇ ਨਾਲ ਉਹ ਕਰੜੀ ਸਰੀਰਕ ਮਿਹਨਤ ਕਰ ਰਹੇ ਆ। ਤੇ ਆਓ ਫਿਰ ਚੱਲਦੇ ਹਾਂ। ਨੌਜਵਾਨ ਪੀੜ੍ਹੀ ਨੂੰ
ਜਦੋਂ ਤੁਸੀਂ ਨਸ਼ਿਆਂ ਤੋਂ ਬਚਾਉਣਾ ਹੈਗਾ, ਜਦੋਂ ਉਹਨਾਂ ਨੂੰ ਮਾੜੇ ਕੰਮਾਂ ਤੋਂ ਬਚਾਉਣਾ ਹੈਗਾ ਤੇ ਉੱਥੇ ਗੱਲ ਸਿਹਤ ਦੀ ਛਿੜਨੀ ਬਹੁਤ ਜ਼ਰੂਰੀ ਹੁੰਦੀ ਹੈਗਾ। ਇਸ ਮਗਰ ਤੁਸੀਂ ਮੇਰੇ ਕੋਲ ਦੇਖ ਰਹੇ ਹੈਗੇ ਹੋ, ਜੀ ਹਾਂ ਬਿਲਕੁਲ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਮੇਰੇ ਮਗਰ ਸੂਬੇਦਾਰ ਸਾਧੂ ਸਿੰਘ ਹੈਲਥ ਕਲੱਬ ਜਗਪਾਲਪੁਰ ਦੇ ਵਿੱਚ ਇੱਥੇ ਇੱਕ ਜਿਮ ਬਣੀ ਹੋਈ ਆ, ਜਿੱਥੇ ਨੌਜਵਾਨ ਮੁੰਡੇ ਸਵੇਰੇ ਤੇ ਸ਼ਾਮ ਆਉਂਦੇ ਆ। ਪਰ ਆਪਾਂ ਅੰਦਰ ਜਾ ਕੇ ਦੇਖਦੇ ਹੈਗੇ ਆ ਕਿ ਕਿਸ ਤਰੀਕੇ ਨਾਲ ਉਹ ਜਿਹੜੀ ਹੈਗੀ ਆ ਜਿਮ ਕਰ ਰਹੇ ਹੈਗੇ ਆ, ਤੇ ਆਓ ਫਿਰ ਲੈ ਚੱਲਦਾ। ਨੌਜਵਾਨਾਂ ਨੂੰ ਨਸ਼ਿਆਂ ਤੇ ਮਾੜੀਆਂ ਆਦਤਾਂ ਤੋਂ ਦੂਰ ਰੱਖਣ ਲਈ NRI ਭਰਾਵਾਂ ਦੇ ਸਹਿਯੋਗ ਨਾਲ ਆਧੁਨਿਕ ਸਹੂਲਤਾਂ ਅਤੇ ਮਸ਼ੀਨਾਂ ਵਾਲਾ ਜਿਮ ਖੋਲ੍ਹਿਆ ਗਿਆ ਹੈ, ਜਿਸ ਵਿੱਚ ਸਵੇਰੇ ਸ਼ਾਮ ਪਿੰਡ ਤੋਂ ਇਲਾਵਾ ਦੂਜੇ ਪਿੰਡਾਂ ਦੇ ਨੌਜਵਾਨ ਵੀ ਆ ਕੇ ਕਸਰਤਾਂ ਕਰਦੇ ਅਤੇ ਸਰੀਰਕ ਦਿੱਖ ਨੂੰ ਵਧੀਆ ਬਣਾਉਣ ਲਈ ਵੱਖ-ਵੱਖ ਮਸ਼ੀਨਾਂ 'ਤੇ ਸਖਤ ਮਿਹਨਤ ਕਰਦੇ ਹਨ, ਜੋ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਚੰਗੀ ਮਿਸਾਲ ਵੀ ਹੈ। ਤੇ ਇਸ ਪਿੰਡ ਦੀ ਇਹ ਇੱਕ ਖਾਸੀਅਤ ਵੀ ਹੈ ਕਿ ਸ਼ਹਿਰਾਂ ਵਾਂਗੂ ਹੀ ਆਧੁਨਿਕ ਸਹੂਲਤਾਂ ਵਾਲਾ ਇੱਕ ਜਿਮ ਇਸ ਪਿੰਡ ਦੇ ਨੌਜਵਾਨਾਂ ਨੂੰ ਸੇਧ ਦੇ ਰਿਹਾ ਹੈ। ਉਹ ਕੀਤੀ ਜਾਂਦੀ ਹੈਗੀ ਆ। ਨੌਜਵਾਨ ਸਾਥੀ ਮੇਰੇ ਨਾਲ ਖੜੇ ਆ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਂ ਹੈ ਤੁਹਾਡਾ? ਸਾਜਨ ਜੀ। ਸਾਜਨ, ਕਿੰਨੇ ਚਿਰ ਤੋਂ ਇਸ ਕਲੱਬ ਵਿੱਚ ਆ ਰਹੇ ਹੋ? ਮੈਨੂੰ 2 ਤੋਂ 3 ਸਾਲ ਹੋ ਗਏ ਜੀ ਇੱਥੇ ਆਉਂਦੇ ਨੂੰ। ਤੇ ਯੂਨਾਈਟਿਡ ਸਪੋਰਟਸ ਕਲੱਬ ਜਗਪਾਲਪੁਰ ਵਿੱਚ ਬਹੁਤ ਵਧੀਆ ਜਿਮ ਆ, ਤੇ ਇਹਨਾਂ ਦੇ ਜਿਹੜੇ ਹੈੱਡ ਆ ਉਹ ਚਰਨਜੀਤ ਸਿੰਘ ਤੇ ਆਪਣੇ ਜਸਵਿੰਦਰ ਅੰਕਲ ਕੈਨੇਡੀਅਨ ਜੀ, ਤੇ ਬਹੁਤ ਵਧੀਆ ਉਪਰਾਲਾ ਕਰਦੇ ਜਿਮ ਲਈ। ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਪਿੰਡ ਨਸ਼ੇ ਰਹਿਤ ਹੋ ਰਿਹਾ ਆ, ਨਹੀਂ ਤਾਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਬਹੁਤ ਨਸ਼ਾ ਤੁਹਾਨੂੰ ਪਤਾ ਆ। ਤੇ ਅੱਗੇ ਇੰਨੇ ਮੈਂਬਰ ਨਹੀਂ ਆਉਂਦੇ ਸੀਗੇ ਇੱਥੇ, ਪਰ ਜਦੋਂ ਦੀ ਕਮੇਟੀ ਦੇ ਵਿੱਚ ਸੁਧਾਰ ਆਇਆ ਆ ਤੇ ਇੱਥੇ ਵੱਧ ਤੋਂ ਵੱਧ ਜਾਣੇ ਆ ਰਹੇ ਆ। ਕਿੰਨੇ ਮੁੰਡੇ ਆ ਰਹੇ ਹੋ? ਇਹ ਸ਼ਾਮ ਨੂੰ 30 ਤੋਂ 32 ਤੇ ਸਵੇਰੇ ਵੀ 30 ਤੋਂ 32 ਜਣੇ ਆਉਂਦੇ ਆ। ਤੇ ਬਾਕੀ ਜੋ ਪਿੰਡ ਵਾਲੇ ਦੀ ਫੀਸ ਆ ਉਹ ਉਹਨਾਂ ਨੇ 100 ਰੁਪਇਆ ਰੱਖੀ ਆ, ਤੇ ਜੋ ਬਾਹਰਲਿਆਂ ਦੀ ਆ 300 ਰੁਪਇਆ। ਜਿਮ ਵਰਗੀਆਂ ਚੀਜ਼ਾਂ ਜਾਂ ਗੇਮਾਂ ਜਿੰਨੀਆਂ ਵੀ ਨੌਜਵਾਨ ਅਗਰ ਕਰਨ, ਤੁਹਾਡਾ ਕੀ ਖਿਆਲ ਕੀ ਬਚਿਆ ਜਾ ਸਕਦਾ ਇਸ ਤਰ੍ਹਾਂ? ਬਿਲਕੁਲ ਜੀ, ਆਪਾਂ ਜਿਮ ਆਵਾਂਗੇ ਟਾਈਮ ਟੂ ਟਾਈਮ, ਆਪਾਂ ਨੂੰ ਨਸ਼ੇ ਦੀ ਭਾਵਨਾ ਜਿਹੜੀ ਆ ਉਹ ਖਤਮ ਹੋ ਜੂਗੀ। ਸਾਡੇ ਪਿੰਡ 'ਚ ਕਈ ਇੱਦਾਂ ਦੇ ਮੁੰਡੇ ਸੀਗੇ, ਹੁਣ ਹੁੰਦੇ ਹੀ ਆ ਹਰੇਕ ਪਿੰਡ ਦੇ ਵਿੱਚ, ਆਪਾਂ ਕਹਿ ਦਈਏ, ਜਿਹੜੇ ਅੱਜ ਜਿਮ ਸਟਾਰਟ ਕਰ ਰਹੇ ਆ ਤੇ ਨਸ਼ਾ ਛੱਡ ਰਹੇ ਆ। ਬਹੁਤ ਜਾਣੇ ਆ। ਤੇ ਬਾਕੀ ਮੈਂ ਤਾਂ ਇਹੀ ਕਹੂੰਗਾ ਵੱਧ ਤੋਂ ਵੱਧ ਜਿਮ, ਤੇ ਹਰੇਕ ਪਿੰਡ ਦੇ ਵਿੱਚ ਜਿਮ ਦੀ ਸਹੂਲਤ, ਤੇ ਹਰੇਕ ਪਿੰਡ ਵਿੱਚ ਕੋਈ ਨਾ ਕੋਈ ਗੇਮ ਹੋਣੀ ਚਾਹੀਦੀ ਆ, ਤੇ ਤਾਂ ਕਿ ਜੋ ਸਾਰੇ ਨੌਜਵਾਨ ਆ ਉਹ ਨਸ਼ਾ ਰਹਿਤ ਹੋਣ। ਇੰਨੀ ਵਧੀਆ ਸਿਹਤ ਬਣਾਈ ਹੈਗੀ ਆ, ਕਿੰਨੀ ਕੁ ਮਿਹਨਤ ਕਰਨੀ ਪੈਂਦੀ ਆ ਤੇ ਕੀ ਖੁਰਾਕ ਖਾਂਦੇ ਹੋ ਰੋਜ਼? ਬਸ ਖੁਰਾਕ ਤਾਂ ਸਿੰਪਲ ਜੋ ਦੁੱਧ ਮੱਖਣ ਹੁੰਦਾ ਆ ਜੀ, ਤੇ ਉਸ ਤੋਂ ਬਾਅਦ ਜਿਮ 2 ਘੰਟੇ ਲੱਗੇ ਹੋਣ ਤਾਂ ਵਧੀਆ ਰਹਿੰਦਾ ਸਰੀਰ, ਓਨਾ ਹੀ ਵਧੀਆ ਬਣਦਾ ਆ। ਖੁਰਾਕ ਬਾਕੀ ਇਹੀ ਆ, ਦੁੱਧ ਮੱਖਣ ਮਲਾਈਆਂ ਜੀ ਪਿੰਡਾਂ ਦੀ ਜੋ ਖੁਰਾਕ ਹੁੰਦੀ ਆ ਬਾਈ। ਬਹੁਤ ਵਧੀਆ ਗੱਲ ਹੈ। ਅੱਛਾ, ਅੱਜ ਕੱਲ੍ਹ ਇੱਕ ਹੋਰ ਵੀ ਗੱਲ ਆ ਕਿ ਤੁਸੀਂ ਵੀ ਜਿਮ ਆਉਂਦੇ ਹੈਗੇ ਆ। ਆਮ ਤੌਰ ਤੇ ਕੀ ਹੁੰਦਾ ਕਿ ਜਿਮ ਦੇ ਵਿੱਚ ਇੱਕ ਸਪੈਸ਼ਲ ਜਿਹੜਾ ਉਹਨਾਂ ਦਾ ਖਾਣ ਪੀਣ ਉਹ ਵੱਖਰਾ ਜਿਹਾ ਉਹ ਦੱਸਦੇ ਹੁੰਦੇ ਆ, ਉਹ ਵੀ ਕਰ ਰਹੇ ਹੋ ਕਿ ਸਿਰਫ ਜਿਵੇਂ ਦੇਸੀ ਇਹਨਾਂ ਨੇ ਸੰਜੀਵ ਹੋਣਾ ਨੇ ਦੱਸਿਆ ਉੱਦਾਂ ਦੇ ਖੁਰਾਕ ਖਾ ਰਹੇ ਹੋ? ਨਹੀਂ ਸਰ, ਵੈਸੇ ਦੇਖਿਆ ਜਾਵੇ ਤਾਂ ਉਹ ਚੀਜ਼ ਰਿਕੁਆਇਰਡ ਤਾਂ ਹੁੰਦੀ ਆ, ਪਰ ਜੇ ਆਪਾਂ ਕੰਪੀਟੀਸ਼ਨਾਂ ਵੱਲ ਜਾਣਾ ਹੋਵੇ ਤਾਂ ਫਿਰ ਅਸੀਂ ਜ਼ਿਆਦਾ ਦੇਸੀ ਖੁਰਾਕ ਪ੍ਰੈਫਰ ਕਰਦੇ ਹਾਂ, ਉਹ ਚੀਜ਼ਾਂ ਨਹੀਂ। ਹਾਂਜੀ ਸਰ, ਬਹੁਤ ਵਧੀਆ ਗੱਲ ਹੈ। ਤੇ ਤੁਸੀਂ ਰੋਜ਼ ਕਿੰਨਾ ਕੁ ਟਾਈਮ ਜਿਹੜਾ ਹੈਗਾ ਜਿਮ ਦੇ ਵਿੱਚ ਲਾਉਂਦੇ ਹੋ? ਸਵੇਰੇ ਸ਼ਾਮ ਦੋਨੇ ਟਾਈਮ ਹੀ ਆਉਂਦੇ ਹੋ? ਨਹੀਂ ਭਾਜੀ, ਇੱਕ ਟਾਈਮ ਹੀ ਆਈਦਾ ਤੇ 2 ਘੰਟੇ ਲਾਈਦੇ ਸ਼ਾਮ ਨੂੰ ਜੀ। ਕੀ ਕਰ ਰਹੇ ਹੋ ਨਾਲ ਇਸ ਤੋਂ ਇਲਾਵਾ? ਇਸ ਤੋਂ ਇਲਾਵਾ ਕੁਛ ਨਹੀਂ, ਜੌਬ ਕਰੀਦੀ ਰਾਮਗੜੀਆ ਪੋਲੀਟੈਕਨਿਕ ਕਾਲਜ ਐਜ ਇੰਸਟਰਕਟਰ ਆਪਾਂ ਜੌਬ ਕਰਦੇ ਹਾਂ ਭਾਜੀ। ਇਹ ਬਹੁਤ ਵਧੀਆ ਹੈ ਕਿ ਤੁਹਾਡੇ ਜਰੀਏ ਜਿਹੜਾ ਹੈਗਾ ਪੂਰੇ ਸਮਾਜ ਨੂੰ ਜਿਹੜਾ ਇੱਕ ਸੁਨੇਹਾ ਆ ਉਹ ਮਿਲ ਸਕਦਾ ਹੈਗਾ। ਤੇ ਭਾਈ ਆ ਬੜੇ ਗੁੱਟ ਤੇ ਆ ਬੰਨੀਆਂ ਹੋਈਆਂ ਟਾਕੇ ਟੁੱਕੀਆਂ, ਜੇ ਮੈਨੂੰ ਦੱਸੋ ਇਹ ਕੀ ਬੰਨਿਆ ਹੋਇਆ ਤੇ ਪੂਰੀ ਪ੍ਰੈਕਟਿਸ ਕਰਨ ਲੱਗਿਆ ਇਹ ਮੈਨੂੰ ਬੰਨਣਾ ਪੈਂਦਾ? ਹਾਂਜੀ ਭਾਜੀ, ਕਿਉਂਕਿ ਫਿਰ ਨਾ ਖੁੱਟ ਗੁੱਟ ਨਹੀਂ ਜਿੱਦਾਂ ਦੁਖਦੇ ਵਾਲੇ, ਤੇ ਤਾਂ ਕਰਕੇ ਆਪਣੀ ਸੇਫਟੀ ਲਈ। ਕਿੰਨਾ ਚਿਰ ਹੋ ਗਿਆ? ਸਾਲ ਕੁ ਹੋਏਗਾ ਭਾਜੀ। ਸਾਲ ਕੁ ਹੋ ਗਿਆ। ਹਾਂਜੀ।
ਤੇ ਬਹੁਤ ਵਧੀਆ ਗੱਲ ਹੈਗੀ ਆ। ਨੌਜਵਾਨ ਜਿਹੜੇ ਹੈਗੇ ਆ ਉਹ ਕਿਸੇ ਵੀ ਕਹਿ ਸਕਦੇ ਆ ਸਮਾਜ ਦੇ ਵਿੱਚ ਜੇ ਇਸ ਤਰੀਕੇ ਨਾਲ ਆਪਣੀ ਸਿਹਤ ਦਾ ਜਿਹੜਾ ਧਿਆਨ ਰੱਖਣ ਤੇ ਇਸ ਤਰੀਕੇ ਨਾਲ ਅਗਰ ਪਿੰਡ ਵੀ ਜਾਂ ਪਿੰਡ ਦੇ ਵਾਸੀ ਵੀ ਜਾਂ ਜਿਹੜੇ ਹੁਣ ਜਿਵੇਂ ਕਹਿ ਸਕਦੇ ਕਿ ਇਸ ਪਿੰਡ ਦੇ ਜਿਹੜੇ 50% ਲੋਕ ਹੈਗੇ ਆ ਉਹ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ, ਉਹ ਆਪਣੇ ਪਿੰਡ ਦਾ ਬੜਾ ਖਿਆਲ ਰੱਖ ਰਹੇ ਹੈਗੇ ਆ। ਪੰਜਾਬ ਦਾ ਸੁਧਾਰ ਹੋ ਸਕਦਾ ਹੈਗਾ ਆ ਦੋਸਤੋ ਇਸ ਤਰੀਕੇ ਨਾਲ ਕਿ ਜੇ ਉਹ NRI ਭਰਾ ਇਸੇ ਤਰੀਕੇ ਨਾਲ ਜਿਹੜੀ ਮਦਦ ਹੈਗੀ ਆਪਣੇ ਪਿੰਡਾਂ ਨੂੰ ਭੇਜਣ ਤਾਂ ਕਿ ਜਿਹੜੀ ਸਾਡਾ ਪਿੰਡ ਹੈਗਾ ਪਿੰਡ ਹੀ ਵਸਦੇ ਰਹਿਣ, ਸ਼ਹਿਰਾਂ ਤੱਕ ਜਾਣ ਦੀ ਸਾਡੀਆਂ ਲੋੜਾਂ ਨਾ ਹੋਣ, ਪਿੰਡ ਦੇ ਵਿੱਚ ਹੀ ਉਹ ਸਾਰੀਆਂ ਸਹੂਲਤਾਂ ਜੋ ਸਾਡਾ ਅਸਲੀ ਜਿਹੜਾ ਸੁਪਨਿਆਂ ਦਾ ਪਿੰਡ ਸੀਗਾ ਉਹ ਪਿੰਡ ਸਿਰਜਿਆ ਜਾ ਸਕੇ। ਸੋ ਬਹੁਤ ਵਧੀਆ ਲੱਗਿਆ ਇਸ ਜਿਮ ਦੇ ਵਿੱਚ ਆ ਕੇ। 250 ਸਾਲ ਪਹਿਲਾਂ ਵਸੇ ਪਿੰਡ ਜਗਪਾਲਪੁਰ ਤੇ ਜਿਸ ਦੀ ਆਬਾਦੀ 3000 ਦੇ ਕਰੀਬ ਹੈ। ਸਵੇਰੇ ਲਗਾਤਾਰ 8 ਵਜੇ ਤੋਂ ਲੈ ਕੇ ਤੇ ਇਸ ਟਾਈਮ ਸ਼ਾਮ ਦੇ ਬਿਲਕੁਲ 6 ਵੱਜ ਚੁੱਕੇ ਹਨ। ਚੜ੍ਹਦੇ ਸੂਰਜ ਤੋਂ ਲੈ ਕੇ ਤੇ ਢਲਦੇ ਪਰਛਾਵਿਆਂ ਤੱਕ ਜਿਹੜੀ ਹੈਗੀ ਆ ਪਿੰਡ ਦੇ ਸਾਰੇ ਹੀ ਵਸਨੀਕਾਂ ਨਾਲ ਗੱਲਬਾਤ ਕਰਦੇ ਹੋਏ, ਪਿੰਡ ਦੇ ਸਥਾਨ ਦੇਖਦੇ ਹੋਏ ਮੈਂ ਇਸ ਟਾਈਮ ਖੜੋਤਾ ਹੈਗਾ ਜੀ ਇਸ ਜਗ੍ਹਾ ਦੇ ਉੱਤੇ। ਕਲੱਬ ਜਿਹੜੀ ਬਣੀ ਹੋਈ ਮੇਰੇ ਮਗਰ ਤੁਸੀਂ ਦੇਖ ਰਹੇ ਹੈਗੇ ਹੋ, ਸਾਧੂ ਸਿੰਘ ਜਿਹੜੇ ਕਿ ਸੂਬੇਦਾਰ ਸਾਧੂ ਸਿੰਘ ਸੀਗੇ ਉਹਨਾਂ ਦੀ ਯਾਦ ਵਿੱਚ ਇਹ ਕਲੱਬ ਬਣੀ ਹੈਗੀ। ਮੈਂ ਉਸ ਬਾਰੇ ਗੱਲ ਕਰੂੰਗਾ ਪਰ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਉਹ ਕੀਤਾ ਆ ਯੂਨਾਈਟਿਡ ਜਿਹੜੀ ਆਪਣੀ ਕਲੱਬ ਹੈਗੀ ਆ ਉਹਨਾਂ ਵੱਲੋਂ ਕੀਤਾ ਗਿਆ ਹੈਗਾ। ਯੂਨਾਈਟਿਡ ਸਪੋਰਟਸ ਕਲੱਬ ਦਾ ਜਿਹੜਾ ਇਹ ਉਪਰਾਲਾ ਸੀਗਾ ਇਹ ਮੇਰੇ ਨਾਲ ਸਾਰੇ ਹੀ ਉਹ ਮੈਂਬਰ ਖੜੇ ਆ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ। ਪਰ ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗਾ ਕਿ ਜਿਹੜਾ ਇਹ ਕਲੱਬ ਬਣਿਆ ਹੋਇਆ ਇਹਦੇ ਪਿੱਛੇ ਜਿਹੜਾ ਇੱਕ ਨਾਮ ਹੈਗਾ ਆ ਸਾਨੂੰ ਸੂਬੇਦਾਰ ਸਾਹਿਬ ਦਾ ਨਜ਼ਰ ਆ ਰਿਹਾ, ਆਖਰ ਕੌਣ ਸਨ ਸੂਬੇਦਾਰ ਸਾਹਿਬ ਤੇ ਕਿਉਂ ਉਹਨਾਂ ਦੀ ਯਾਦ ਵਿੱਚ ਹੀ ਇਹ ਚੀਜ਼ ਬਣਾਈ ਗਈ ਹੈ। ਮੈਂ ਪੁੱਛੂੰਗਾ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਅਸ਼ੋਕ ਕੁਮਾਰ ਜੀ। ਅਸ਼ੋਕ ਕੁਮਾਰ ਜੀ ਕੌਣ ਸਨ ਸੂਬੇਦਾਰ ਸਾਹਿਬ ਤੇ ਕਿਵੇਂ ਉਹਨਾਂ ਦੀ ਯਾਦ ਵਿੱਚ ਇਹ ਕਲੱਬ ਬਣਿਆ? ਇਹ ਸਾਡੇ ਪਿੰਡ ਦੇ ਸਰਪੰਚ ਸੀਗੇ ਸਰਦਾਰ ਸਾਧੂ ਸਿੰਘ ਸੂਬੇਦਾਰ ਜੀ। ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਪਿੰਡ ਦਾ ਜਿਹੜਾ ਉਪਰਾਲਾ ਸਾਰੇ ਪਿੰਡ ਨੇ ਸਾਂਝਾ NRI ਵੀਰਾਂ ਦੇ ਨਾਲ ਰਲ ਕੇ ਇਹ ਕਲੱਬ ਜਿਹੜਾ ਬਣਾਇਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਕਿਉਂਕਿ ਉਹਨਾਂ ਨੇ ਪਿੰਡ ਦੇ ਲਈ ਹੀ ਬਹੁਤ ਕੁਝ ਕੀਤਾ, ਬਹੁਤ ਹੀ ਵਧੀਆ ਉਹਨਾਂ ਦੇ ਕੰਮ ਕੀਤੇ ਆ। ਸਾਰੇ ਪਿੰਡ ਦਾ ਜਿੰਨਾ ਵੀ ਪਹਿਲਾਂ ਤੋਂ ਵਿਕਾਸ ਹੋਇਆ ਜਿਹੜਾ ਉਹਨਾਂ ਦੇ ਸਹਿਯੋਗ ਦੇ ਨਾਲ ਹੋਇਆ ਸਾਰਾ ਜੀ। ਬਹੁਤ ਵਧੀਆ ਗੱਲ ਹੈਗਾ ਕਿ ਇਸ ਤਰ੍ਹਾਂ ਦੀ ਜਿਹੜੀ ਸ਼ਖਸੀਅਤ ਉਹਨੂੰ ਅਸੀਂ ਅੱਗੇ ਲਿਆਉਣੇ ਹੈਗੇ ਤੇ ਮੇਰੇ ਨਾਲ ਇੱਧਰ ਬਾਪੂ ਜੀ ਵੀ ਖੜੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਤੁਹਾਡਾ? ਅਮਰਜੀਤ ਸਿੰਘ। ਤੁਸੀਂ ਦੱਸੋ ਸੂਬੇਦਾਰ ਸਾਹਿਬ ਨੂੰ ਤੁਸੀਂ ਮਿਲੇ ਆ? ਹਾਂਜੀ ਸੂਬੇਦਾਰ ਸਾਹਿਬ ਨੇ ਜੀ ਇਹ ਗਰਾਊਂਡ ਵੀ ਉਹਨਾਂ ਦੀ ਦੇਣ ਆ, ਕਲੱਬ ਵੀ ਉਹਨਾਂ ਦੀ ਦੇਣ ਆ, ਸ਼ਮਸ਼ਾਨ ਘਾਟ ਦਾ ਸਾਰਾ ਸਿਲਸਿਲਾ ਉਹਨਾਂ ਦਾ ਹੀ ਦੇਣ ਆ। ਇਹਨਾਂ ਦੇ ਨਾਲ ਇਹਨਾਂ ਦੇ ਦੋਸਤ ਦਿਲਬਾਗ ਸਿੰਘ ਸੀਗੇ, ਉਹ ਜਿਹੜਾ ਸ਼ਮਸ਼ਾਨ ਘਾਟ ਦਾ ਥੈਂ ਆ ਉਹਨਾਂ ਦੇ ਕਰਕੇ ਮਿਲਿਆ, ਸੂਬੇਦਾਰ ਸਾਹਿਬ ਦੇ ਕਰਕੇ। ਉਹ ਕੋਈ ਸ਼ਾਮ ਲਾਟ ਨਹੀਂ ਗਈ, ਉਹ ਉਹਨਾਂ ਦੀ ਆਪਣੀ ਦੇਣ ਆ, ਨਿੱਜੀ ਜਗ੍ਹਾ। ਹਾਂ ਨਿੱਜੀ ਜਗ੍ਹਾ ਸੀਗੀ। ਇਸ ਕਰਕੇ ਸੂਬੇਦਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਬਣਾ ਗਏ। ਅੱਜ ਨਹੀਂ ਦੁਨੀਆ ਤੇ ਰਹੇ ਤਾਂ ਨਹੀਂ ਰਹੇ ਤੇ ਮਤਲਬ ਉਹ ਚੱਲ ਰਿਹਾ ਆ। ਕਹਿ ਸਕਦੇ ਹਾਂ ਕਿ ਇਹੋ ਜਿਹੜੇ ਲੋਕ ਹੁੰਦੇ ਆ ਉਹ ਵਾਕਈ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਰਹਿੰਦਾ ਆਪਣੇ ਚੰਗੇ ਕੰਮਾਂ ਕਰਕੇ। ਬੇਸ਼ੱਕ ਵਜੂਦ ਜਿਹੜਾ ਹੈਗਾ ਉਹਨਾਂ ਦਾ ਬੇਸ਼ੱਕ ਧਰਤੀ ਤੋਂ ਮਿਟ ਜਾਵੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੇ ਕੀਤੇ ਕੰਮ ਜਿਹੜੇ ਹੈਗੇ ਉਹ ਇਸ ਰੂਪ ਵਿੱਚ ਸਦਾ ਹੀ ਬੋਲਦੇ ਹੈਗੇ। ਇੱਕ ਬਹੁਤ ਵਧੀਆ ਉਹਨਾਂ ਦਾ ਜਿਹੜਾ ਸੀਗਾ ਇਹ ਹੁੰਗਾਰਾ ਸੀ, ਉਪਰਾਲਾ ਸੀਗਾ ਪਿੰਡ ਦੇ ਵਾਸਤੇ, ਪਿੰਡ ਦੇ ਨੌਜਵਾਨਾਂ ਵਾਸਤੇ। ਤੇ ਚਰਨਜੀਤ ਜੀ ਮੇਰੇ ਨਾਲ ਖੜੇ ਹੈਗੇ ਆ, ਜਰਾ ਤੁਸੀਂ ਅੱਗੇ ਆ ਜਾਓ ਮੈਂ ਤੁਹਾਡੇ ਨਾਲ ਗੱਲਬਾਤ ਕਰ ਲਾਂ। ਸੋ ਪਿੰਡ ਦੇ ਜਿਹੜਾ ਹੁਣ ਜਿਨ੍ਹਾਂ ਗੱਲਾਂ ਨੂੰ ਮੈਂ ਚਰਚਾ ਨਹੀਂ ਕਰ ਸਕਿਆ ਤੁਹਾਨੂੰ ਲੱਗਿਆ, ਤੁਸੀਂ ਸਵੇਰ ਦੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੈਗੇ ਹੋ, ਤੁਸੀਂ ਉਹ ਦੱਸੋ ਕਿ ਜਿਵੇਂ ਦਰਖਤਾਂ ਦੀ ਆਪਾਂ ਗੱਲ ਕਰ ਰਹੇ ਸੀਗੇ, ਕੁਝ ਜਿਹੜੀਆਂ ਜਗ੍ਹਾ ਰਹਿੰਦੀਆਂ ਹੈਗੀਆਂ ਉਹਨੂੰ ਬਣਾਉਣ ਦੀ ਗੱਲ ਹੋ ਰਹੀ ਸੀਗੀ, ਉਹ ਤੁਸੀਂ ਹੀ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਦੇਖੋ ਜੀ ਯੂਨਾਈਟਿਡ ਸਪੋਰਟਸ ਕਲੱਬ ਦੇ ਥਰੂ ਤੇ ਪਿੰਡ ਵਾਸੀਆਂ ਸਾਰੇ ਭਰਾਵਾਂ ਦੇ ਥਰੂ ਬਹੁਤ ਕੁਝ ਬਣਿਆ ਤੇ ਬਹੁਤ ਕੁਝ ਬਣਾਉਣ ਦੀ ਜਿਹੜੀ ਆ ਸਾਡੀ ਆਸ ਆ, ਇਹ ਬਣਾਵਾਂਗੇ, ਬਸ ਸਾਥ ਚਾਹੀਦਾ ਸਾਨੂੰ ਜੀ। ਪਿੰਡ ਦੇ ਨੌਜਵਾਨ ਵਰਗ ਦਾ ਤੁਹਾਨੂੰ ਕਿੰਨਾ ਕੁ ਸਹਿਯੋਗ ਆ? ਕਾਫੀ ਸਹਿਯੋਗ ਆ ਜੀ। ਨੌਜਵਾਨਾਂ ਦੇ ਸਿਰ 'ਤੇ ਆ ਦੇਖ ਲਓ ਖੜੇ ਆ, ਆਪਾਂ ਜਾਤ ਪਾਤ ਦੇ ਸਿਰ 'ਤੇ ਆ ਵੀ ਜਾਤ ਪਾਤ ਖਤਮ ਕਰਨੀ ਹੈ, ਕਿ ਉਹੀ ਸੁਪਨਾ ਆ ਵੀ ਜਾਤ ਪਾਤ ਖਤਮ ਕਰੀਏ ਜੀ, ਗੁਰੂ ਘਰ ਤੇ ਸ਼ਮਸ਼ਾਨ ਇੱਕ ਕਰੀਏ। ਤੇ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ, ਇਹ ਜਿਮ ਆ ਸ਼ਮਸ਼ਾਨ ਆ ਇਹ ਲੋਕਾਂ ਨੇ ਪਿੰਡ ਵਾਸੀਆਂ ਨੇ ਤੇ NRIਆਂ ਨੇ ਨਿੱਜੀ ਤੌਰ ਤੇ ਬਣਾਇਆ, ਇਹਦੇ ਵਿੱਚ ਕੋਈ ਸਰਕਾਰ ਦਾ ਕੋਈ ਗ੍ਰਾਂਟ ਨਹੀਂ ਲੱਗੀ ਜੀ 2016 ਤੋਂ ਬਾਅਦ। ਹਜੇ ਗਰਾਊਂਡ ਦਾ ਕੰਮ ਕਾਫੀ ਮੈਂ ਦੇਖਿਆ ਅਧੂਰਾ ਹੈਗਾ ਤੇ ਭਵਿੱਖ ਵਿੱਚ ਉਹਦੀ ਕੀ ਯੋਜਨਾ? ਬਸ ਜੀ 3-4 ਮਹੀਨਿਆਂ ਵਿੱਚ ਪੂਰਾ ਕੰਮ ਕੰਪਲੀਟ ਹੋ ਜਾਣਾ ਆ। ਅੱਗੇ ਟੂਰਨਾਮੈਂਟ ਹੁੰਦੇ ਸੀਗੇ ਹਰ ਸਾਲ, ਉਹ 2-4 ਸਾਲ ਤੋਂ ਬੰਦ ਆ, ਹੁਣ ਅਗਲੇ ਸਾਲ ਤੋਂ ਟੂਰਨਾਮੈਂਟ ਤੇ ਵਿਰਾਸਤੀ ਖੇਡਾਂ ਵੀ ਕਰਾਈਆਂ ਜਾਣਗੀਆਂ ਜੀ। ਠੀਕ ਹੈ ਜੀ, ਬਹੁਤ ਵਧੀਆ ਜੀ। ਤੇ ਇਹ ਸੀਗੀ ਗੱਲਬਾਤ ਉਹਨਾਂ ਸਾਰੇ ਪਿੰਡ ਦੇ ਵਸਨੀਕਾਂ ਨਾਲ ਜਿਹੜੇ ਮੇਰੇ ਆਲੇ ਦੁਆਲੇ ਖੜੋਤੇ ਆ, ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਕੀਤਾ ਗਿਆ। ਦੋਸਤੋ ਇਹ ਉਹ ਸਥਾਨ ਹੈ ਜਿਹਨੂੰ ਸ਼ਮਸ਼ਾਨ ਘਾਟ ਕਿਹਾ ਜਾਂਦਾ ਆ ਔਰ ਕਹਿ ਸਕਦੇ ਹਾਂ ਕਿ ਬੰਦੇ ਦੀ ਆਖਰੀ ਆਰਾਮਗਾਹ ਆ। ਪਰ ਜੇ ਇਹ ਆਰਾਮਗਾਹ ਵੀ
ਪੂਰੀ ਆਰਾਮਗਾਹ ਦੇ ਰੂਪ ਦੇ ਵਿੱਚ ਖੂਬਸੂਰਤ ਦਿੱਖ ਵਾਲੀ ਹੋਵੇ ਤਾਂ ਕਹਿ ਸਕਦੇ ਹੈਗੇ ਕਿ ਵਾਕਿਆ ਹੀ ਦਿਲ ਕਰਦਾ ਕਿ ਇਹੋ ਜਿਹੀ ਜਗ੍ਹਾ ਜਿਹੜੀ ਆ ਉਹ ਸ਼ਾਂਤੀ ਦੀ ਗੱਲ ਉੱਥੇ ਹੁੰਦੀ ਹੋਵੇ ਔਰ ਖੂਬਸੂਰਤੀ ਦੀ ਗੱਲ ਹੁੰਦੀ ਹੋਵੇ, ਜਿੱਥੇ ਬੰਦੇ ਦੀ ਆਖਰੀ ਜਿਹੜੀ ਹੈਗੀ ਆ ਉਹ ਮਿੱਟੀ ਜਿਹੜੀ ਹੈਗੀ ਆ ਖਪਦੀ ਹੈਗੀ ਆ। ਇਸ ਟਾਈਮ ਵੀ ਮੈਂ ਜਗਪਾਲਪੁਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਆਇਆ ਆ, ਜਿੱਥੇ ਕਿ NRI ਵੀਰਾਂ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਹੋ ਜਿੰਨਾ ਵੀ ਇਹ ਟਾਈਲਾਂ ਲਾਉਣ ਦਾ ਔਰ ਇਹ ਬਰਾਂਡੇ ਵਿੱਚ ਬਣੇ ਹੋਏ ਜਿਹੜੇ ਬੈਂਚ ਹੈਗੇ ਆ, ਇਹਨਾਂ ਦਾ ਸਾਰਾ ਹੀ ਜਿਹੜਾ ਕੰਮ ਹੈਗਾ। ਤੇ ਇਸ ਤੋਂ ਇਲਾਵਾ ਮੈਂ ਦਿਖਾਉਣਾ ਚਾਹੂੰਗਾ ਕਿ ਆਹ ਜਿਹੜਾ ਸ਼ੈੱਡ ਜਿਹੜਾ ਬਣਾਇਆ ਗਿਆ, ਆਏ ਹੋਏ ਜਿਹੜੀ ਨਾਲ ਸੰਗਤ ਆ, ਪਿੰਡ ਦੇ ਵਸਨੀਕ ਜਦੋਂ ਕਿਸੇ ਦੀ ਮਈਤ ਨੂੰ ਇੱਥੇ ਸੰਸਕਾਰ ਕਰਨ ਆਉਂਦੇ ਹੈ, ਉਹਨਾਂ ਦੇ ਵਿਸ਼ਰਾਮ ਕਰਨ ਵਾਸਤੇ, ਉਹਨਾਂ ਦੇ ਆਰਾਮ ਕਰਨ ਵਾਸਤੇ ਇਹ ਜਿਹੜੀ ਜਗ੍ਹਾ ਆ ਉਹ ਬਣਾਈ ਗਈ ਹੈਗੀ ਆ। ਔਰ ਬਹੁਤ ਖੂਬਸੂਰਤ ਜਿਹੜੀ ਆ ਉਹ ਜਗ੍ਹਾ ਇਹ ਬਣਾਈ ਗਈ ਹੈਗੀ ਆ ਔਰ ਵਧੀਆ ਵਾਤਾਵਰਨ ਹੈਗਾ। ਹਾਲੇ ਵੀ ਇੱਥੇ ਜਿਹੜਾ ਆ ਕੰਮ ਆ ਉਹ ਟਾਈਲਾਂ ਇੱਥੇ ਪਈਆਂ, ਰੇਤਾ ਬਜਰੀ ਪਈ ਹੈਗੀ ਆ, ਹਾਲੇ ਵੀ ਉਹ ਕੰਮ ਜਿਹੜਾ ਹੈ ਉਹ ਚੱਲ ਪਿਆ ਹੈਗਾ। ਬਾਕੀ ਇਹ ਹੈ ਕਿ ਆਲੇ ਦੁਆਲੇ 'ਚ ਅਸੀਂ ਦੇਖ ਰਹੇ ਹਾਂ ਕੋਲ ਹੀ ਇਹ ਸਟੇਡੀਅਮ ਆ, ਇਹਦੇ ਸ਼ਮਸ਼ਾਨ ਘਾਟ ਦੇ ਬਿਲਕੁਲ ਲਾਗੇ, ਤੇ ਅੰਦਰ ਜਿਹੜੇ ਆਸੇ-ਪਾਸੇ ਜਿਹੜੇ ਹਰਿਆਵਲ ਆ ਦਰਖਤ ਹੈਗੇ ਆ ਉਹ ਵੀ ਜਿਹੜੇ ਆ ਵੰਨੋ ਵੰਨੀ ਦੇ ਜਿਹੜੇ ਹੈਗੇ ਆ ਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈਗੀ ਆ। ਕਹਿ ਸਕਦੇ ਹੈਗੇ ਆ ਕਿ ਆਖਰੀ ਜਿਹੜੇ ਸਫ਼ਰ ਦੀ ਇਹ ਜਗ੍ਹਾ ਆ ਉਹ ਬਹੁਤ ਹੀ ਖੂਬਸੂਰਤ ਬਣਾਈ ਗਈ ਹੈਗੀ ਹੈ। ਔਰ ਮੈਂ ਤਾਂ ਚਾਹੁੰਦਾ ਹੈਗਾ ਕਿ ਪੰਜਾਬ ਦੇ ਹਰੇਕ ਪਿੰਡ 'ਚ ਜਿਹੜੀ ਇਹ ਆਖਰੀ ਆਰਾਮਗਾਹ ਸ਼ਮਸ਼ਾਨ ਘਾਟ ਦੇ ਰੂਪ ਵਿੱਚ ਹੈਗੀ ਆ ਉਹ ਖੂਬਸੂਰਤ ਹੀ ਬਣਨੀ ਚਾਹੀਦੀ ਆ। ਕਹਿ ਸਕਦੇ ਹਾਂ ਕਿ ਇਹ ਇੱਕ ਵਧੀਆ ਮਾਡਲ ਦਾ ਰੂਪ ਹੈਗੀ ਆ ਜਿਹੜੀ ਕਿ ਇਹ ਜਗ੍ਹਾ ਬਣੀ ਹੋਈ ਆ। ਸੌਂਚੀ ਪੱਕੀ, 12 ਟਾਹਣੀ, ਗੁੱਲੀ ਡੰਡਾ ਤੇ ਡੰਡਾ ਡੁੱਕ, ਇਹ ਬਹੁਤ ਸਾਰੀਆਂ ਪੇਂਡੂ ਖੇਡਾਂ ਸੀਗੀਆਂ। ਫਿਰ ਗੱਲ ਉਹ ਵਿਹਲੇ ਸਮੇਂ ਦੀ ਆ ਗਈ ਢਾਣੀਆਂ ਦੇ ਉੱਤੇ, ਹਾਣੀਆਂ ਦੇ ਉੱਤੇ। ਢਾਣੀ ਤੇ ਹਾਣੀ ਸਮਿਆਂ ਦੇ ਨਾਲ ਵਿਸਰ ਗਏ, ਪਰ ਹਾਲੇ ਵੀ ਕਿਸੇ ਨਾ ਕਿਸੇ ਪਿੰਡ ਵਿੱਚ ਇਹ ਸੱਥ ਮਹਿਫਲ ਜਿਹੜੀ ਆ ਉਹ ਲੱਗਦੀ ਆ। ਬੇਸ਼ੱਕ ਹੁਣ 12 ਟਾਹਣੀ ਨਹੀਂ ਖੇਡੀ ਜਾਂਦੀ, ਕਿਤੇ ਕਿਤੇ ਤਾਸ਼ ਜਿਹੜੀ ਆ ਉਹ ਸਾਨੂੰ ਮਿਲ ਜਾਂਦੀ ਹੈਗੀ ਆ, ਖੇਡਦੇ ਨਜ਼ਰ ਆਉਂਦੇ ਆ। ਪਰ ਜਦੋਂ ਮੈਂ ਇਸ ਪਿੰਡ ਆਇਆ ਤੇ ਮੈਨੂੰ ਇਸ ਪਿੰਡ ਦੇ ਵਿੱਚ ਇੱਕ ਸੱਥ ਦੇ ਰੂਪ ਵਿੱਚ ਜੁੜ ਕੇ ਬੈਠੇ ਸਾਰੇ ਵਸਨੀਕ ਜਿਹੜੇ ਆ ਵਿਹਲੇ ਸਮੇਂ ਦੇ ਵਿੱਚ, ਕਿਉਂਕਿ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਜੀਰੀ ਆ, ਝੋਨੇ ਆ, ਉਹ ਲਾ ਕੇ ਹੁਣ ਵੇਲ ਥੋੜ੍ਹੀ ਜਿਹੀ ਮਿਲੀ ਆ, ਤੇ ਉਹ ਵੇਲ ਦਾ ਵੀ ਕੁਝ ਫਾਇਦਾ ਹੁੰਦਾ ਆ ਕਿ ਪਿੰਡ ਦੇ ਵਿਕਾਸ ਦੀਆਂ ਗੱਲਾਂ ਛੋਲੀਏ, ਪਿੰਡ ਦੀਆਂ ਸਾਂਝੀ ਵਾਲਤਾ ਦੀਆਂ ਗੱਲਾਂ ਛੋਲੀਏ। ਸੋ ਪਿੰਡ ਦੀ ਇਸ ਸੱਥ ਵਿੱਚ ਦੋਸਤੋ ਮੈਂ ਬੈਠਾ ਹਾਂ ਜਗਪਾਲਪੁਰ ਦੇ ਵਿੱਚ। ਇੱਕ ਮੈਨੂੰ ਹੋਰ ਕਵਿਤਾ ਜਿਹੜੀ ਆ ਤੁਹਾਡੇ ਰੂਬਰੂ ਕਰ ਰਿਹਾ ਹੈਗਾ। ਇਸੇ ਪਿੰਡ ਦੇ ਵਸਨੀਕ ਜਿਹੜੇ ਕਿ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਵਸ ਰਹੇ ਨੇ, ਪ੍ਰੋਫੈਸਰ ਸਰਦਾਰ ਕੇਵਲ ਸਿੰਘ ਜਗਪਾਲ ਜੀ ਲਿਖਾਰੀ ਨੇ, ਬਹੁਤ ਸੋਹਣੀਆਂ ਕਵਿਤਾਵਾਂ ਲਿਖਦੇ ਨੇ। ਉਹਨਾਂ ਦੀ ਇੱਕ ਕਵਿਤਾ ਮੈਂ ਸਾਂਝੀ ਕਰਨੀ ਚਾਹੁੰਦਾ ਹੈਗਾ, ਕਿਉਂਕਿ ਆਹ ਜਿਹੜਾ ਸਾਰਾ ਪ੍ਰੋਗਰਾਮ ਹੈਗਾ ਆ, ਮੈਂ ਉਹ ਬਾਹਰ ਬੈਠੇ ਇਸ ਟਾਈਮ ਮੈਂ ਕਹਿ ਸਕਦਾ ਹੈਗਾ ਕਿ ਉਹਨਾਂ ਦੀ ਵਜ੍ਹਾ ਕਰਕੇ ਇਹ ਸਾਰਾ ਹੀ ਪ੍ਰੋਗਰਾਮ ਜਿਹੜਾ ਹੈਗਾ ਉਹ ਲਿਖਿਆ ਗਿਆ। ਤੇ ਬਹੁਤ ਸੋਹਣੀਆਂ ਕਵਿਤਾਵਾਂ ਉਹਨਾਂ ਦੀਆਂ ਵੱਖ-ਵੱਖ ਅਖਬਾਰਾਂ ਦੇ ਵਿੱਚ ਛਪਦੀਆਂ ਰਹਿੰਦੀਆਂ। ਕਹਿੰਦੇ ਦਿਨੇ ਸੂਰਜ ਡੁੱਬਦੇ ਦੇਖੇ, ਬਣਦੇ ਦੀਵੇ ਬੁਝਦੇ ਦੇਖੇ, ਸੱਚ ਦਾ ਕੋਈ ਮੁੱਲ ਨਾ ਜਾਣੇ, ਝੂਠੇ ਲੀਡਰ ਬਣਦੇ ਦੇਖੇ। ਮਾਪਿਆਂ ਦੇ 4 ਕਮਾਊ ਪੁੱਤਰ, ਪਰ ਮਾਪੇ ਭੁੱਖੇ ਮਰਦੇ ਵੇਖੇ। 4 ਪੁੱਤ ਵਿਆਹੇ ਮਾਪਿਆਂ ਦੇ, ਤੇ ਪੁੱਤ ਮਾਪਿਆਂ ਨੂੰ ਘਰੋਂ ਕੱਢਦੇ ਵੇਖੇ। ਹਾਲਾਤ ਕੁਛ ਇੱਦਾਂ ਦੇ, ਬੜਾ ਸੱਚ ਉਹਨਾਂ ਨੇ ਲਿਖਿਆ ਹੈ। ਕਵਿਤਾ ਬਹੁਤ ਲੰਬੀ ਹੈ, ਪਰ ਮੈਂ 2 ਲਾਈਨਾਂ ਜਿਹੜੀਆਂ ਜੀ ਮੈਂ ਸੁਣਾਈਆਂ ਜੀ ਉਹਨਾਂ ਦੀਆਂ, ਤੇ ਮਾਣ ਆ ਉਹ ਇਸ ਪਿੰਡ ਦਾ। ਤੇ ਕਹਿ ਸਕਦੇ ਹੈਗੇ ਆ ਕਿ ਅੱਜ ਮੈਂ ਪਿੰਡ ਦੀ ਸੱਥ ਵਿੱਚ ਬੈਠਾ ਹੈਗਾ ਤੇ ਉਸ ਢਾਣੀ ਤੇ ਜਿਹਦੀ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਹੈਗਾ, ਤੇ ਗੱਲਬਾਤ ਅਸੀਂ ਕਰਾਂਗੇ ਸਾਰਿਆਂ ਦੇ ਨਾਲ ਹੀ। ਮੈਂ ਇਸ ਟਾਈਮ ਬੈਠਾ ਜੀ ਇਸੇ ਪਿੰਡ ਦੀ ਸੱਥ ਵਿੱਚ ਢੱਕ ਜਗਪਾਲਪੁਰ, ਜਿਵੇਂ ਕਿ ਮੈਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਜਿਹੜਾ ਹੈਗਾ ਉਹ ਕਰ ਚੁੱਕਿਆ ਹੈਗਾ। ਤੇ ਮੇਰੇ ਨਾਲ ਤੁਸੀਂ ਸਾਰੇ ਪਿੰਡ ਦੇ ਜਿਹੜੇ ਵਸਨੀਕ ਹੈਗੇ ਆ ਇਸ ਸੱਥ ਦੇ ਰੂਪ ਵਿੱਚ ਬੈਠੇ ਆ, ਤੇ ਇਹਨਾਂ ਨਾਲ ਹੀ ਆਪਾਂ ਜਿਹੜੀਆਂ ਖੁੱਲੀਆਂ ਗੱਲਾਂ ਕਰਾਂਗੇ, ਪੁਰਾਣੇ ਵੇਲੇ ਦੀਆਂ ਗੱਲਾਂ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਇੱਧਰੋਂ ਸ਼ੁਰੂਆਤ ਕਰਦਾ ਹੈਗਾ, ਤੇ ਕੀ ਉਸ ਵੇਲੇ 'ਚ ਜਦੋਂ ਤੁਸੀਂ ਆਪਦਾ ਬਚਪਨ ਇਸ ਪਿੰਡ 'ਚ ਬਿਤਾਇਆ, ਜਵਾਨੀ ਬਿਤਾਈ, ਹੁਣ ਇਸ ਉਮਰ ਦੇ ਵਿੱਚ ਆ ਗਏ ਹੋ, ਕੀ ਫਰਕ ਮਹਿਸੂਸ ਕਰਦੇ ਹੋ? ਫਰਕ ਜੀ ਬਹੁਤ ਹੈ। ਅੱਗੇ ਨਾਲ ਤਾਂ ਖੇਤੀਬਾੜੀ ਦਾ, ਅੱਗੇ ਹਲਾਂ ਨਾਲ ਕਰਦੇ ਹੁੰਦੇ ਸੀਗੇ ਬੋਲਦਾਂ ਨਾਲ, ਹੁਣ ਟਰੈਕਟਰਾਂ ਨਾਲ ਆ, ਮੋਟਰਾਂ ਆ, ਅੱਗੇ ਖੂਹ ਚਲਾਈਦੇ ਸੀ। ਇੱਦਾਂ ਫਰਕ ਤਾਂ ਬਹੁਤ ਆ। ਹਾਂਜੀ, ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੋਰ ਕਾਫੀ ਸਾਰੀਆਂ ਸ਼ਖਸੀਅਤਾਂ ਮੇਰੇ ਨਾਲ ਬੈਠੀਆਂ ਨੇ, ਇੱਧਰ ਬੈਠੇ ਨੇ ਬਾਪੂ ਜੀ, ਹੋਰ ਉਹਨਾਂ ਨਾਲ ਵੀ ਗੱਲ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਹਾਰਾਜ। ਹਾਂਜੀ, ਕੀ ਨਾਂ ਹੈ ਤੁਹਾਡਾ? ਦੁੰਮਣ ਸਿੰਘ ਹੈ ਜੀ। ਇਸੇ ਪਿੰਡ ਦੇ ਵਸਨੀਕ ਹੋ? ਹਾਂਜੀ। ਅੱਛਾ, ਮੈਨੂੰ ਇਸ ਤਰ੍ਹਾਂ ਦੱਸੋ ਕਿ ਹੁਣ ਅੱਜ ਦਾ ਜਿਹੜਾ ਜ਼ਮਾਨਾ ਆ ਉਹ ਇਸ ਤਰ੍ਹਾਂ ਦਾ ਹੋ ਗਿਆ ਵੀ ਕਿਸੇ ਕੋਲੇ ਕੋਈ ਗੱਲ ਕਰਨ ਦੀ ਵਿਹਲ ਨਹੀਂ ਹੈਗੀ, ਭਾਈਚਾਰਕ ਜਿਹੜੀਆਂ ਸਾਂਝਾਂ ਉਹ ਜਮਾਂ ਹੀ ਖਤਮ ਹੋ ਚੱਲੀਆਂ ਹੈਗੀਆਂ, ਤੇ ਤੁਹਾਨੂੰ ਇਹਦੇ ਕੀ ਕਾਰਨ ਲੱਗਦੇ ਆ?
ਦੇਖੋ ਜੀ ਆਪਣੇ ਕੋਲ ਤਾਂ ਹਾਲੇ ਵੀ ਉੱਦਾਂ ਹੀ ਮਹਿਫਲ ਲੱਗਦੀ ਹੈ ਜਿੱਦਾਂ ਪਹਿਲਾਂ ਬਹਿੰਦੇ ਸੀਗੇ ਕੰਮ ਕਰਦੇ ਅਸੀਂ ਲਵਾਰਾ ਤਖਾਣਾ ਬੈਠੇ ਕੰਮ ਕਰੀ ਤਾਂ ਮਹਿਫਲ ਲੱਗੀ ਰਹਿੰਦੀ ਕੋਈ ਨਾ ਕੋਈ ਬੰਦੇ ਬੈਠੇ ਰਹਿੰਦੇ 5-10 ਬੰਦੇ ਚੱਕੀ ਆ ਰਿਹਾ ਹੈ ਆਪਣਾ। ਅੱਛਾ ਅੱਛਾ ਹਾਂਜੀ ਠੀਕ ਹੈ। ਤੇ ਉਹ ਜਿਹੜੇ ਪਹਿਲਾ ਕੰਮ ਸੀਗੇ ਮਤਲਬ ਜੇ ਆਪਾਂ ਗੱਲ ਤੁਸੀਂ ਆਰੇ ਦੀ ਕੀਤੀ ਆ ਵੀ ਪਿੰਡ ਦੇ ਜਿਹੜੀਆਂ ਰੌਣਕਾਂ ਉਹ ਆਰਿਆਂ ਤੇ ਅਕਸਰ ਲੱਗੀਆਂ ਰਹਿੰਦੀਆਂ ਹੁੰਦੇ ਸੀ ਕੋਈ ਨਾ ਕੋਈ ਕੰਮ ਕਰਾਉਣ ਆਇਆ ਰਹਿੰਦਾ ਜੀ ਬਿਲਕੁਲ ਆਇਆ ਰਹਿੰਦਾ ਜੀ। ਹਾਂਜੀ ਤੇ ਅੱਛਾ ਉਹ ਵੇਲੇ ਜਿਹੜੇ ਪਹਿਲਾਂ ਦੇ ਸੀਗੇ ਤੇ ਅੱਜ ਤਾਂ ਕੁਝ ਫਰਕ ਪੈ ਗਿਆ ਨਾ ਮਸ਼ੀਨਰੀ ਦੇ ਯੁੱਗ 'ਚ ਆ ਕੇ ਕੀ ਮਹਿਸੂਸ ਕਰਦੇ ਹੋ? ਥੋੜਾ ਫਰਕ ਤਾਂ ਹੈਗਾ ਜੀ ਥੋੜਾ ਸਾਇੰਸ ਆ ਗਈ ਜਾਂ ਵੱਧ ਗਈ ਆ ਜ਼ਿਆਦਾ ਅੱਗੇ ਨਾਲੋਂ ਅੱਗੇ ਸਾਇੰਸ ਥੋੜੀ ਘੱਟ ਸੀਗੀ ਇਸ ਨਾਲ ਕਰਕੇ ਕੰਮ ਵਧੀਆ ਚੱਲ ਰਿਹਾ ਹੁਣ ਵੀ ਹਾਂਜੀ। ਇਹ ਪਿੰਡ ਜਿਹੜਾ ਸਾਡਾ ਸਭ ਤੋਂ ਪਹਿਲਾਂ ਰਾਮਗੜ੍ਹ ਦੇ ਨਾਂ ਤੇ ਮਸ਼ਹੂਰ ਸੀ। ਇਹ ਜਗਪਾਲਪੁਰ ਪਿੰਡ ਦੇ ਵਿੱਚੋਂ ਇਹ ਪਿੰਡ ਨਿਕਲਿਆ। 1906 ਦੇ ਵਿੱਚ ਇਸ ਪਿੰਡ ਦੀ ਨੀਂਹ ਰੱਖੀ ਗਈ। 1906 ਤੋਂ ਇਹ ਪਿੰਡ ਬਣਿਆ ਤੇ ਹੁਣ ਜਿਹੜੀ ਪੰਚਾਇਤ ਉਹ ਢੱਕ ਜਗਪਾਲਪੁਰ ਦੇ ਨਾਂ ਤੇ ਵੱਖਰੀ ਹੋਈ ਤਕਰੀਬਨ 20 ਕੁ ਸਾਲ ਹੋ ਗਏ ਤੇ ਇਸੇ ਤਰ੍ਹਾਂ ਹੀ ਇਹ ਕੰਮ ਚੱਲ ਰਿਹਾ। ਪਿੰਡ ਦੇ ਵਿੱਚ ਭਾਈਚਾਰਕ ਸਾਂਝ ਆ, ਜਾਤ ਪਾਤ ਕੋਈ ਨਹੀਂ ਹੈ, ਧਰਮ ਦੇ ਨਾਂ ਤੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਸਾਰੇ ਪ੍ਰੇਮ ਤੇ ਸ਼ਾਂਤੀ ਦੇ ਨਾਲ ਰਹਿ ਰਹੇ ਆ। ਹਾਂਜੀ ਬਹੁਤ ਵਧੀਆ ਗੱਲ ਹੈਗੀ ਆ ਕਿਉਂਕਿ ਜਿਹੜੀਆਂ ਇਹ ਭਾਈਚਾਰਕ ਸਾਂਝਾਂ ਜਿਹੜੀਆਂ ਇਹ ਤੰਦਾਂ ਜਿਹੜੀਆਂ ਆ ਸਾਡੇ ਚੋਂ ਖਤਮ ਹੋ ਚੱਲੀਆਂ ਔਰ ਖਾਸ ਤੌਰ ਦੇ ਉੱਤੇ ਜਿਹੜਾ ਜਾਤ ਪਾਤ ਜਿਹੜਾ ਸਿਸਟਮ ਉਹਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਸੀ। ਪਰ ਗੱਲ ਇਹ ਕਿ ਅਸੀਂ ਬਾਬੇ ਨਾਨਕ ਦੇ ਸੁਨੇਹੇ ਦੀ ਗੱਲ ਕਰਨੀ ਆ, ਸਰਬ ਸਾਂਝੀਵਾਲਤਾ ਦੇ ਸੁਨੇਹੇ ਦੀ ਗੱਲ ਕਰਨੀ ਆ। ਸੋ ਇਹ ਸਾਬਕਾ ਸਰਪੰਚ ਵੀ ਰਹੇ ਹੋ ਤੁਸੀਂ? ਹਾਂਜੀ ਮੈਂ ਪਿਛਲੇ ਸਮੇਂ ਦੌਰਾਨ ਸਾਬਕਾ ਸਰਪੰਚ ਰਿਹਾ ਜੀ। ਕਿਸ ਤਰ੍ਹਾਂ ਦੇ ਵਿਕਾਸ ਕਾਰਜ ਆਪਣੇ ਸਮੇਂ 'ਚ ਕੀਤੇ ਤੁਸੀਂ? ਦੇਖੋ ਜੀ ਮੈਂ ਤਾਂ ਆਪਣੇ ਤਨੋਂ ਮਨੋਂ ਤੇ ਧਨੋਂ ਪੂਰਾ ਜ਼ੋਰ ਲਾਇਆ। ਉਹਦੇ ਵਿੱਚ ਕਈ ਪੈਂਡਿੰਗ ਸੀ। 1906 ਤੋਂ ਲੈ ਕੇ ਹੁਣ ਤੱਕ 110 ਸਾਲ ਹੋ ਗਏ ਸੀ। ਸਾਡਾ ਫਿਰਨੀ ਦਾ ਕੰਮ ਸੀ ਜਿਹੜਾ ਉਹ ਪੂਰਾ ਨਹੀਂ ਸੀ ਹੋਇਆ। ਫਿਰਨੀ ਦਾ ਕੰਮ ਪਹਿਲਾ ਸਟੈਪ ਸੀ ਜਿਹੜਾ ਫਿਰਨੀ ਦਾ ਕੰਮ ਚੱਕਿਆ। ਉਹਦੇ 'ਤੇ ਸਮਝ ਲਓ ਵੀ 150 ਟਰਾਲੀ ਮਿੱਟੀ ਦੀ ਪਈ, ਜਿਹੜੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ NRI ਵੀਰਾਂ ਦੇ ਸਹਿਯੋਗ ਦੇ ਨਾਲ ਉਹ ਮਿੱਟੀ ਪਾਈ ਕਿਉਂਕਿ ਗੌਰਮੈਂਟ ਮਿੱਟੀ ਨਹੀਂ ਪਾਉਂਦੀ। ਤੇ ਇਹ ਜਿਹੜਾ ਪਹਿਲਾ ਕੰਮ ਇਹ ਪੂਰਾ ਕੀਤਾ। ਸਭ ਤੋਂ ਵੱਡੀ ਗੱਲ ਹੈ ਜੀ, ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਜਿਹੜਾ ਤੁਸੀਂ ਕੰਮ ਕੀਤਾ। ਵਾਕਈ ਲਾਜਵਾਬ ਕੰਮ ਹੈਗਾ ਜੋ ਇਹਨਾਂ ਨੇ ਕੀਤਾ। ਮੈਂ ਅੱਗੇ ਵੀ ਗੱਲ ਕਰਦਾ, ਇੱਧਰ ਹੋਰ ਸੱਜਣ ਬੈਠੇ, ਮੈਂ ਉੱਠ ਕੇ ਗੱਲ ਕਰ ਲੂੰਗਾ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸੋਹਣ ਲਾਲ ਹੈ ਜੀ। ਹਾਂਜੀ ਮੈਂ ਇਸੇ ਪਿੰਡ ਦਾ ਵਸਨੀਕ ਹਾਂ। ਰਿਟਾਇਰਡ ਫਰੋਮ ਬਿਜਲੀ ਬੋਰਡ ਐਜ਼ ਏ ਸੁਪਰਡੈਂਟ ਤੇ ਨਾਓ ਆਈ ਐਮ ਇਨ ਮਾਈ ਹਾਊਸ। ਤੇ ਪਿਛਲੇ ਸਾਲ ਮਾਈ ਵਾਈਫ ਵਾਜ ਪੰਚ ਐਂਡ ਬੀ ਕੋਆਪਰੇਟਿਵ ਵਿਦ ਸਰਪੰਚ ਰਿਗਾਰਡਿੰਗ ਦੀ ਪਿੰਡ ਦੇ ਡਿਵੈਲਪਮੈਂਟ ਵਾਸਤੇ ਕਾਫੀ ਇਹਨਾਂ ਦੇ ਨਾਲ ਅਸੀਂ ਮਿਲ ਕੇ ਕੰਮ ਕੀਤਾ ਤੇ ਬਾਕੀ ਓਕੇ ਜੀ। ਚਲੋ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਗੱਲ ਮੈਂ ਸਾਰੇ ਬਜ਼ੁਰਗਾਂ ਨਾਲ ਹੀ ਨਹੀਂ ਕਰਨੀ ਹੈਗੀ, ਪਿੰਡ ਦੇ ਨੌਜਵਾਨ ਵੀ ਸਾਡੇ ਕੋਲੇ ਬੈਠੇ ਹੈਗੇ ਆ। ਉਹਨਾਂ ਦਾ ਜਿਹੜਾ ਸੀਗਾ ਕੀ ਜਿਹੜਾ ਹੈਗਾ ਆ ਯੋਗਦਾਨ ਜਿਹੜਾ ਹੈਗਾ ਆ ਉਹ ਪਾਇਆ ਜਾ ਸਕਦਾ ਹੈਗਾ, ਉੱਥੇ ਆਪਾਂ ਗੱਲ ਕਰਦੇ ਹੈਗੇ। ਪਰ ਪਹਿਲਾਂ ਮੈਨੂੰ ਇੱਧਰੋਂ ਸੁਨੇਹਾ ਆਇਆ ਕਿ ਐਨਕ ਵਾਲੇ ਬਾਪੂ ਜੀ ਬੈਠੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸੁਣਾਓ ਜੀ। ਹਾਂਜੀ ਕੀ ਨਾਂ ਹੈ ਤੁਹਾਡਾ? ਤਰਸੇਮ ਸਿੰਘ। ਅੱਛਾ ਜੀ, ਇਹ ਤੁਸੀਂ ਖੇਤੀਬਾੜੀ ਹੀ ਕਰਦੇ ਰਹੇ? ਖੇਤੀਬਾੜੀ ਕਰਦੇ ਹਾਂ। ਅੱਛਾ ਜੀ ਹਾਂਜੀ ਠੀਕ ਹੈ। ਤੇ ਪਹਿਲਾਂ ਦੀ ਖੇਤੀ 'ਚ ਤੇ ਹੁਣ ਦੀ ਖੇਤੀ 'ਚ ਕੀ ਫਰਕ ਮਹਿਸੂਸ ਕਰ ਰਹੇ ਹੋ? ਫਰਕ ਆ ਹੁਣ ਮਸ਼ੀਨਰੀ ਯੁੱਗ ਹੋ ਗਿਆ। ਪਹਿਲਾਂ ਹਲਾਂ ਨਾਲ ਪਹਿਲਾਂ ਇੰਜਣ ਚਲਾਇਆ, ਫਿਰ ਮੋਟਰ ਚਲਾਈ, ਫਿਰ ਖੂਹ ਚਲਾਏ। ਹੁਣ ਇੱਦਾਂ ਗਾਹਾਂ ਤੇ ਗਾਹਾਂ ਟਰੈਕਟਰ ਤੋਂ ਤਾਂ ਆ ਕੇ ਫਰਕ ਆ ਜਾਣੀ ਅੱਗੇ ਨਾਲੋਂ। ਮਰ ਇੱਦਾਂ ਥੋੜ੍ਹਾ ਜਿਹਾ ਇੱਦਾਂ ਹੋ ਗਿਆ ਵੀ ਜਿਹੜੀ ਪਹਿਲਾਂ ਸੀਗੀ ਆਪਸ ਵਿੱਚ ਸਾਂਝ ਉਹ ਥੋੜ੍ਹੀ ਜਿਹੀ ਖਤਮ ਹੋ ਗਈ। ਇਸ ਗੱਲ ਦਾ ਦੁੱਖ ਆ। ਜਿਹੜਾ ਪਹਿਲਾਂ ਸਾਂਝ ਜ਼ਿਆਦਾ ਸੀ, ਪਿਆਰ ਮੁਹੱਬਤ, ਕੰਮ ਦੂਏ ਨਾਲ ਕਰਾ ਲੈਣਾ, ਲੇਟ ਵੀ ਕਿਨੇ ਇਕੱਠੇ ਚੱਲ ਜਾਣਾ। ਹੁਣ ਸਾਂਝ ਥੋੜ੍ਹੀ ਜਿਹੀ ਖਤਮ ਹੋ ਗਈ, ਇਸ ਗੱਲ ਦਾ ਦੁੱਖ ਆ। ਬਾਕੀ ਠੀਕ ਵਾ। ਅੱਛਾ ਇੱਕ ਸਾਨੂੰ ਇਦਾਂ ਲੱਗਦਾ ਹੈਗਾ ਕਿ ਜਿਹੜੀ ਪਿੰਡ ਦੇ ਮੁੰਡਿਆਂ ਦੀ ਹੋਣ ਦੀ ਗੱਲ ਆਪਾਂ ਵੇਖਦੇ ਹਾਂ ਜਾਂ ਸ਼ਹਿਰਾਂ ਵਿੱਚ ਦੇਖਦੇ, ਨਸ਼ਾ ਬਹੁਤ ਵੱਧ ਗਿਆ, ਗੈਂਗਸਟਰ ਬਹੁਤ ਵੱਧ ਗਿਆ। ਇਹ ਤੁਹਾਨੂੰ ਤਕਲੀਫ ਨਹੀਂ ਹੁੰਦੀ? ਤੁਹਾਡੇ ਜ਼ਮਾਨੇ 'ਚ ਇਹ ਗੱਲਾਂ ਨਹੀਂ ਸੀ ਹੁੰਦੀਆਂ। ਸਾਨੂੰ ਤਾਂ ਲੱਸੀ ਮਿਲਦੀ ਸੀ ਇਕੱਲੀ, ਲੱਸੀ ਰੱਜ ਕੇ ਪੀ ਲੈਂਦੇ। ਨਸ਼ਾ ਕੋਈ ਦਿੰਦਾ ਨਹੀਂ। ਬੁੜਿਆਂ ਕੋ ਪੈਸੇ ਹੈ ਨਾ ਨਸ਼ੇ ਜੋਗੇ, ਲੱਸੀ ਲੂਣ ਪਾ ਕੇ ਉਹ ਦੇ ਦਿੰਦੇ। ਹੁਣ ਜਿਹੜੇ ਇੱਦਾਂ ਵੀ ਜਿਹੜੇ ਪੇਰੈਂਟਸ ਆ ਨਾ, ਗੁੱਸਾ ਵੀ ਨਹੀਂ ਕਰਨਾ, ਜਿਹੜੇ ਪੇਰ ਉਹ ਰੋਂਗ ਜ਼ਿਆਦਾ ਆ। ਉਹ ਇੱਦਾਂ ਜਾਂ ਨਿਆਣਾ ਪੜ੍ਹਨ ਜਾਂਦਾ 500 ਦੇ ਘਰ ਜੇਬ 'ਚ ਪਾਉਂਦੇ ਨਹੀਂ। ਅਸੀਂ ਪੜ੍ਹਦੇ ਰਹੇ, ਸਾਨੂੰ ਦਿੰਦੇ ਸੀ 1 ਧੇਲਾ 1 ਰੁਪਈਆ, ਅਤੇ ਉਹ 'ਚੋਂ ਨਸ਼ਾ ਕੀ ਕਰਨਾ ਤਾਂ ਖਾਣਾ ਕੀ। ਇੱਥੋਂ ਥੋੜ੍ਹਾ ਜਿਹਾ ਜਾਣੀ ਮਤਲਬ ਪੇਰੈਂਟ ਦਾ ਵੀ ਥੋੜ੍ਹਾ ਹੈਗਾ ਯੋਗਦਾਨ। ਨਿਆਣੇ ਨੂੰ ਉਨਾ ਖਰਚਾ ਦਿਓ, ਉਹਦਾ ਹਿਸਾਬ ਵੀ ਲਾਓ। ਜੇ ਤੁਸੀਂ ਪੈਸੇ ਦਿੱਤੇ ਆ, ਨਿਆਣੇ ਨੂੰ ਪੁੱਛੋ ਵੀ ਕਿੱਥੇ ਲਾਏ, ਕਿੱਥੇ ਹਿਸਾਬ ਲਾਓ। ਹਿਸਾਬ ਨਹੀਂ, ਇਸ ਗੱਲ 'ਚ ਫਿਰ ਥੋੜ੍ਹਾ ਗਲਤ ਹੋ ਜਾਂਦਾ ਨਿਆਣਾ। ਜੇ ਆਪਾਂ ਪੈਸੇ ਦਿੰਦੇ ਵੀ ਕਿਤਾਬਾਂ ਲਈਆਂ ਜਾਂ ਫੀਸ ਦਿੱਤੀ, ਉਹਨੂੰ ਪੁੱਛਣਾ ਚਾਹੀਦਾ। ਉਹ ਮਾਂ ਪਿਓ ਪੁੱਛਦਾ ਨਹੀਂ।
ਇੱਥੋਂ ਥੋੜੀ ਜਿਹੀ ਆਪਾਂ ਦੁੱਖ ਹੈਗਾ ਜਾਣੀ ਚਲੋ ਇਹਦੇ ਮਤਲਬ ਜਿਹੜਾ ਆਪਣਾ ਰਾਜ ਵਾ ਜਿਹੜੀ ਆਪਣੀ ਜੰਗ ਰਹੀ ਸੀ ਇਹਦੇ ਨਾਲ ਇਹ ਦੇਸ਼ ਵਾ ਜੇ ਇਹ ਆ ਤਾਂ ਆਪਣਾ ਦੇਸ਼ ਵਾ ਨੇ ਕੁਝ ਵੀ ਨਹੀਂ ਜੰਗ ਜਿਹੜੀ ਆਪਣੀ ਰਜਿਸਟ੍ਰੇਸ਼ਨ ਆ ਇਹਦੇ ਨਾਲ ਹੀ ਆ ਇਹਦੇ ਨਾਲ ਇਹ ਦੇਸ਼ ਵਾ ਇਹਦੇ ਨਾਲ ਸਭ ਕੁਝ ਹੁੰਦਾ। ਪਹਿਲਾਂ ਦੇ ਖਾਣੇ 'ਚ ਤੇ ਹੁਣ ਦੇ ਖਾਣੇ 'ਚ ਬਹੁਤ ਵੱਡਾ ਫਰਕ ਆ ਗਿਆ। ਮਿਲਾਵਟ ਜ਼ਿਆਦਾ ਪਹਿਲਾਂ ਪਿਓਰ ਸੀਗੇ ਉਹ ਤਾਂ ਚਲੋ ਹੁਣ ਆਟੋਮੈਟਿਕ ਸਾਰੀ ਦੁਨੀਆ ਤੇ ਹੀ ਆ ਹੁਣ ਮਿਲਾਵਟ ਜ਼ਿਆਦਾ ਪਹਿਲਾਂ ਪਿਓਰ ਹੁੰਦੇ ਸੀ ਖਾਣੇ ਹੁਣ ਹਰੇਕ ਚੀਜ਼ ਕੋਈ ਆਪਾਂ ਚੀਜ਼ ਚਾਹੇ ਕੋਈ ਫਰੂਟ ਲੈਂਦੇ ਆ ਮਠਿਆਈ ਹਰੇਕ ਚੀਜ਼ ਮਿਲਾਵਟ ਆ ਆਹੋ ਹੁਣ ਇਦਾਂ ਚਲੋ ਬਹੁਤ ਵਧੀਆ ਜੀ। ਇਸ ਤੋਂ ਬਾਅਦ ਜੀ ਮੈਂ ਗੱਲ ਕੀਤੀ ਸੀ ਕਿ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਮੇਰੇ ਨਾਲ ਇਧਰ ਵੀਰ ਜੀ ਬੈਠੇ ਹੈਗੇ ਆ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਂ ਹੈ ਤੁਹਾਡਾ? ਗੁਰਦੀਪ ਦੀ ਭਾਈ। ਗੁਰਦੀਪ ਜੀ ਨੌਜਵਾਨ ਹੋਣ ਦੇ ਨਾਤੇ ਪਿੰਡ ਦੇ ਬਜ਼ੁਰਗਾਂ ਦੇ ਨਾਲ ਸਾਥ 'ਚ ਬਹਿਣ ਦਾ ਮੌਕਾ ਮਿਲਦਾ ਇਹਨਾਂ ਦੇ ਤਜਰਬੇ ਜਿਹੜੇ ਆ ਉਹ ਵੀ ਤੁਹਾਨੂੰ ਸਾਂਝੇ ਕਰਨ ਦਾ ਮੌਕਾ ਮਿਲਦਾ ਸੁਣਨ ਦਾ ਮੌਕਾ ਮਿਲਦਾ ਹੈਗਾ। ਕਿਸ ਤਰ੍ਹਾਂ ਲੱਗਦਾ ਹੈਗਾ ਢਾਣੀਆਂ ਤੇ ਤਾਂ ਸੱਥਾਂ 'ਚ ਆ ਕੇ ਬਹਿ ਕੇ ਗੱਲਾਂ ਸੁਣਨੀਆਂ? ਪਹਿਲੀ ਗੱਲ ਤਾਂ ਭਾਈ ਇਹ ਦੇਖੋ ਵਧੀਆ ਲੱਗਦਾ ਕਿਉਂਕਿ ਬਜ਼ੁਰਗ ਗੱਲਾਂ ਸਿਆਣੀਆਂ ਕਰਦੇ ਆ ਉਹ ਆਪਾਂ ਨੂੰ ਗਾਹਾਂ ਕੰਮ ਆਉਣੀਆਂ ਠੀਕ ਹੈ ਨਾ ਭਾਈ ਜੀ। ਜੋ ਉਹਨਾਂ ਨੇ ਅੱਜ ਗੱਲ ਕੀ ਕਹਿੰਦੇ ਸਿਆਣੇ ਕਹਿੰਦੇ ਨੇ ਵੀ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ 'ਚ ਪਤਾ ਲੱਗਦਾ ਉਹ ਇਹ ਸਿਆਣੀਆਂ ਗੱਲਾਂ ਵੀ ਬਾਅਦ 'ਚ ਪਤਾ ਲੱਗਣਾ ਆਪਾਂ ਨੂੰ ਜੋ ਇਹ ਕਰਦੇ ਆ ਠੀਕ ਹੈ ਨਾ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕੋਈ ਸ਼ੱਕ ਨਹੀਂ ਗਾ ਵਾਕਈ ਇਹ ਵੱਡੀ ਗੱਲ ਹੈਗੀ ਆ। ਤੇ ਇਸ ਤੋਂ ਬਾਅਦ ਮੈਂ ਇੱਕ ਨੌਜਵਾਨ ਸਾਥੀ ਹੋਰ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਸਰ ਪ੍ਰਿੰਸ ਜੀ। ਪ੍ਰਿੰਸ ਕੀ ਕਰਦੇ ਹੋ? ਸਰ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ। ਅੱਛਾ ਮੈਨੂੰ ਲੱਗਦਾ ਨਵੀਂ ਭਰਤੀ ਹੋਈ ਹੈ ਕਿੱਦਾਂ ਲੱਗ ਰਿਹਾ ਹੈਗਾ ਨਵੇਂ ਮੁੰਡੇ ਦਾ ਪੰਜਾਬ ਪੁਲਿਸ 'ਚ ਜਾ ਕੇ ਸਰਵਿਸ ਕਰਨਾ? ਹੋਰ ਵੀ ਪਿੰਡ 'ਚੋਂ ਗਏ ਮੁੰਡੇ? ਹਾਂਜੀ ਹਾਂਜੀ ਸਰ ਬਹੁਤ ਜਾਣੀ ਕਿ 2016 ਦੀ ਭਰਤੀ ਵਿੱਚ ਜਿਹੜੀ ਕਪੂਰਥਲੇ ਜ਼ਿਲ੍ਹੇ 'ਚ ਭਰਤੀ ਹੋਈ ਸੀ ਮੈਂ ਇਕੱਲਾ ਹੀ ਸਿਲੈਕਟ ਹੋਇਆ ਸੀਗਾ ਸਰ। ਕਿੱਥੇ ਪੋਸਟਿੰਗ ਹੁਣ? ਜਲੰਧਰ ਸਰ ਜੀ। ਤੇ ਕਿਸ ਤਰੀਕੇ ਨਾਲ ਲੱਗ ਰਿਹਾ ਹੈਗਾ ਕਿ ਉਹ ਸਮਾਜ ਨੂੰ ਸੁਧਾਰਨ ਦਾ ਕੰਮ ਕਰੋਗੇ ਕਿ ਆਮ ਜਿਹੜਾ ਇੱਕ ਪੁਲਿਸ ਦਾ ਜਿਹੜਾ ਅਕਸ ਹੈ ਉਹ ਬਣ ਚੁੱਕਿਆ ਕਿ ਉਦਾਂ ਹੀ ਕਰੋਗੇ? ਨਹੀਂ ਸਰ ਜਿੰਨੇ ਵੀ ਹੁਣ 2016 ਦੀ ਨਵੀਂ ਜਿਹੜੀ ਪੰਜਾਬ ਪੁਲਿਸ ਦੀ ਭਰਤੀ ਹੋਈ ਆ ਉਹਦੇ ਵਿੱਚ ਨਵੇਂ ਮੁੰਡਿਆਂ ਦੀ ਕੋਸ਼ਿਸ਼ ਇਹ ਆ ਵੀ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਅਕਸਰ ਆ ਉਹ ਡਿੱਗਿਆ ਹੋਇਆ ਉਹਨੂੰ ਚੁੱਕਿਆ ਜਾਵੇ। ਹਾਂਜੀ ਸਰ ਜੀ ਸਰ। ਅਤੇ ਜਿੰਨਾ ਵੀ ਜਿਹੜਾ ਆਪਣਾ ਕ੍ਰਾਈਮ ਹੋ ਰਿਹਾ ਉਹਦੇ ਉਪਰੰਤ ਉਪਰਾਲੇ ਕਰਕੇ ਉਹਨੂੰ ਘਟਾਇਆ ਜਾਵੇ ਸਰ। ਹਾਂਜੀ ਸਰ। ਚਲੋ ਇਹ ਬਹੁਤ ਵਧੀਆ ਇੱਕ ਨੌਜਵਾਨ ਦੀ ਜਿਹੜੀ ਸੋਚ ਹੋਣੀ ਚਾਹੀਦੀ। ਬਜ਼ੁਰਗ ਸਾਥੀ ਬੈਠੇ ਮੈਂ ਉਹਨਾਂ ਨੂੰ ਪੁੱਛੂੰਗਾ ਕਿ ਗਾਉਣ ਦਾ ਕਿੰਨਾ ਕੁ ਸ਼ੌਂਕ ਹੈ ਤੇ ਹੈ ਕੋਈ ਹਜੇ ਵੀ ਸ਼ੌਕੀਨੀ ਕਿਉਂਕਿ ਕਹਿੰਦੇ ਨਾ ਕਿ ਬੰਦੇ ਦੀ ਜਿਹੜੀ ਸੋਚ ਆ ਜਵਾਨ ਹੋਣੀ ਚਾਹੀਦੀ ਬੁੱਢਾ ਨਹੀਂ ਹੁੰਦਾ ਤੇ ਆਵਾਜ਼ 'ਚ ਗੜਕਾ ਤਾਂ ਬੰਦੇ ਦੇ ਰਹਿੰਦਾ ਜਦੋਂ ਤੱਕ ਸਾਹ ਹੈਗੇ ਆ। ਹਾਂਜੀ ਗਾਉਣ ਦਾ ਨਹੀਂ ਸੁਣਨ ਦੇ ਸ਼ੌਕੀਨ ਆ ਸਰ। ਹਾਂ ਸੁਣਦੇ ਤੁਸੀਂ ਅੱਛਾ ਚਲੋ ਆਹ ਵਧੀਆ ਇਹ ਵਧੀਆ ਗੱਲ ਹੈ ਕਿ ਸੁਣਦੇ ਸ਼ੌਕੀਨ ਹੈਗੇ ਆ। ਕਿ ਕਿਹੜੇ ਗਾਇਕਾਂ ਨੂੰ ਜ਼ਿਆਦਾ ਸੁਣਿਆ ਜੀ? ਅਸੀਂ ਮਤਲਬ ਜ਼ਿਆਦਾ ਕੁਲਦੀਪ ਮਾਨਕ ਨੂੰ ਪਸੰਦ ਕਰਦੇ। ਹਾਂਜੀ ਕੋਈ ਖਾੜਾ ਵੀ ਉਹਨਾਂ ਦਾ ਸੁਣਿਆ ਇੱਧਰ? ਨਹੀਂ ਖਾੜਾ ਉੱਥੇ ਲੱਗਦਾ ਰਿਹਾ ਜਗਪਾਲਪੁਰ ਕਦੇ ਇੱਕ ਦੋ ਵਾਰ ਗਏ ਪਹਿਲਾਂ ਹੀ ਸਟਾਰਟਿੰਗ ਕੀਤੀ ਉਹਦੀ ਉਦੋਂ ਜਾਂਦੇ ਰਹੇ ਆ। ਕੋਈ ਉਹਨਾਂ ਦਾ ਗਾਣਾ ਜਿਹੜਾ ਤੁਹਾਨੂੰ ਬਹੁਤਾ ਪਸੰਦ ਹੋਵੇ? ਇਦਾਂ ਨਹੀਂ ਜ਼ਿਆਦਾ ਕੋਈ ਮਾੜਾ ਜਿਹਾ ਤੁੱਕ ਆਪਾਂ ਸੁਣਾਉਣਾ ਨਹੀਂਗਾ ਤੁਸੀਂ ਉਹੀ ਦੱਸ ਦਿਓ ਵੀ ਆਹ ਗਾਣਾ ਮੈਨੂੰ ਬੜਾ ਹੁਣ ਕਿੱਥੇ ਆ ਮਾਂ ਦਾ ਗਾਣਾ ਸਾਨੂੰ ਜ਼ਿਆਦਾ ਪਸੰਦ ਆ। ਮਾਂ ਹੁੰਦੀ ਹੈ ਮਾਂ ਇਹ ਜ਼ਿਆਦਾ ਲਾਈਕ ਕਰਦੇ ਆ ਇਹ ਬਹੁਤ ਸੋਹਣਾ ਗੀਤ ਸੀਗਾ ਕਿਉਂਕਿ ਜਿਹੜਾ ਗਾਇਕੀ ਆ ਜੀ ਉਹਦੇ ਵਿੱਚ ਵੀ ਜਿਹੜਾ ਨਿਗਾਰ ਆ ਬਹੁਤ ਵੱਡੇ ਪੱਧਰ ਦੇ ਉੱਤੇ ਆ ਚੁੱਕਿਆ। ਅੱਜ ਅਸ਼ਲੀਲ ਗਾਇਕੀ ਦਾ ਦੌਰ ਆ ਗਿਆ। ਇੱਕ ਉਹ ਵੇਲਾ ਸੀ ਜਦੋਂ ਇਹਨਾਂ ਨੇ ਸੁੱਚੀ ਗਾਇਕੀ ਜਿਹੜੀ ਹੈਗੀ ਆ ਉਹਦਾ ਰੰਗ ਜਿਹੜਾ ਸੀ ਉਹ ਮਾਣਿਆ ਤੇ ਅੱਜ ਉਹ ਵੀ ਚੀਜ਼ ਜਿਹੜੀ ਆ ਸਾਡੇ ਤੋਂ ਕੋਹਾਂ ਦੂਰ ਹੋ ਚੁੱਕੀ ਹੈਗੀ ਆ। ਇੱਕ ਸੱਜਣ ਮੇਰੇ ਨਾਲ ਪਰਲੇ ਪਾਸੇ ਬੈਠੇ ਨੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਮਲਕੀਤ ਸਿੰਘ ਖਾਲਸਾ। ਤੇ ਖੇਤੀਬਾੜੀ ਦੇ ਨਾਲ ਹੀ ਕਸਬ ਨਾਲ ਜੁੜੇ ਰਹੇ? ਖੇਤੀਬਾੜੀ ਨੇ ਜੀ। ਤੇ ਫਿਰ ਉਸ ਤੋਂ ਬਾਅਦ ਪੁੱਤਰਾਂ ਨੇ ਵੀ ਸੰਭਾਲਿਆ ਖੇਤੀ ਦਾ ਕੰਮ? ਅਜੇ ਬੱਚੇ ਸਾਡੇ ਤਾਂ ਛੋਟੇ ਹੀ ਆ ਅਸੀਂ ਕਰਦੇ ਰਹੇ ਸਾਡੇ ਬਜ਼ੁਰਗ ਕਰਦੇ ਰਹੇ ਆ। ਜੀ ਹਾਂਜੀ ਅੱਗੇ ਤੋਂ ਚੱਲ ਰਿਹਾ ਕੰਮ ਜੀ। ਹਾਂਜੀ ਤੇ ਹੁਣ ਤਾਂ ਖੇਤੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਔਖੀ ਲੱਗਦੀ ਹੈ ਕਿ ਸੌਖੀ ਲੱਗਦੀ? ਹੁਣ ਤਾਂ ਬਹੁਤ ਸੌਖੀ ਹੈ ਜੀ। ਅੱਗੇ ਹਲਟ ਸੀ ਸਾਰੀ ਦਿਹਾੜੀ ਹਲ ਟਾਕੀਦੇ ਸੀ ਹਲ ਵਾਹੇ ਅਸੀਂ ਆਪਣੇ ਹੱਥੀਂ ਮਸ਼ੀਨਾਂ ਨਾਲ ਕਣਕਾਂ ਕੁਤਰੀਆਂ ਕਮਾਦੀਆਂ ਆਪ ਲੱਦਦੇ ਸੀ ਛਿੱਲਦੇ ਸੀ ਗੰਨੇ ਗੁੜ ਕੱਢਦੇ ਸੀ। ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਇਸ ਬਾਰੇ ਗੁੜ ਕੀ ਹੁੰਦਾ ਆ ਕਿਸ ਤਰ੍ਹਾਂ ਬਣਾਉਣਾ ਆ ਤੇ ਇਸ ਕਰਕੇ ਬਹੁਤ ਚੇਂਜ ਆ ਗਿਆ ਕੰਮ। ਅੱਛਾ ਸਿਆਲਾਂ ਦੇ ਜਦੋਂ ਦਿਨ ਆਉਂਦੇ ਹੈਗੇ ਜੇ ਆਪਾਂ ਉਹ 'ਚ ਗੱਲ ਕਰ ਲਈਏ ਸਿਆਲਾਂ ਦੇ ਨਾਲ ਘੁਲਾੜੀਆਂ ਲੱਗਦੀਆਂ ਹੋਣੀਆਂ ਗੁੜ ਦੀਆਂ? ਬਹੁਤ ਜੀ ਸਾਡੇ ਪਿੰਡ ਹਜੇ ਵੀ ਕੁਛ ਘਰ ਹੈਗੇ ਜਿਹੜੇ ਚੱਲਦੇ ਆ। ਹਾਂਜੀ ਸਾਡੇ ਆਪਣੇ ਖੂਹ 'ਤੇ ਚੱਲਦਾ ਆ। ਇੱਕ ਜ਼ਮਾਨਾ ਸੀਗਾ ਮੈਂ ਇੱਥੇ ਗੱਲ ਜ਼ਰੂਰ ਕਹਿਣੀ ਚਾਹੁੰ ਇੱਕ ਜ਼ਮਾਨਾ ਸੀਗਾ ਕਿ ਜਦੋਂ ਮਾਲਵੇ ਦਾ ਜਿਹੜਾ ਇਲਾਕਾ ਸੀਗਾ ਉਹ ਗੁੜ ਲੈਣ ਵਾਸਤੇ ਲੁਧਿਆਣੇ ਤੇ ਇੱਧਰ ਦੁਆਬੇ ਦੇ ਏਰੀਏ ਦੇ ਵਿੱਚ ਹੀ ਆਉਂਦਾ ਹੁੰਦਾ ਸੀਗਾ ਕਿਉਂਕਿ ਜਦੋਂ ਪਤਾ ਲੱਗਣਾ ਵੀ ਹੁਣ ਵਾਢੀਆਂ ਸ਼ੁਰੂ ਹੋ ਗਈਆਂ ਵਾਢੀਆਂ ਤੋਂ ਪਹਿਲਾਂ ਉਹਨੇ ਕਹਿਣਾ ਵੀ ਦੁਆਬੇ ਜਾਓ ਤੇ ਦੁਆਬੇ ਵਾਲਿਆਂ ਦਾ ਗੰਨਾ ਜਿਹੜਾ ਬਹੁਤ ਵਧੀਆ ਹੁੰਦਾ ਜਿਹੜਾ ਸੀਗਾ ਜਿਹੜਾ ਪੋਨਾ ਗੰਨਾ ਸੀਗਾ ਕਾਠਾ ਗੰਨਾ ਸੀ ਉਹ ਬਹੁਤ ਮਸ਼ਹੂਰ ਰਿਹਾ ਇਸ ਇਲਾਕੇ ਦਾ ਤੇ ਉਹ ਗੰਨੇ ਦਾ ਜਿਹੜਾ ਗੁੜ ਸੀਗਾ ਉਹਦੀ ਵੀ ਖਾਸ ਰਵਾਇਤ ਰਹੀ ਹੈਗੀ ਔਰ ਦੂਰੋਂ ਇੱਥੋਂ ਗੱਡੇ ਭਰ ਕੇ ਜਿਹੜੇ ਗੁੜ ਦੇ ਵੱਲ ਜਾਂਦੇ ਰਹੇ ਵਾਕਈ ਕਿ ਹੁਣ ਦੀ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ। ਸਾਡੇ ਪਿੰਡੋਂ ਬਹੁਤ ਜਾਂਦਾ ਰਿਹਾ ਬਾਹਰ ਵੀ ਜਾਂਦਾ ਰਿਹਾ ਹੁਣ ਵੀ ਸਾਡੇ ਪਿੰਡ ਬਹੁਤ ਚੱਲ ਰਹੇ ਨੇ। ਹਾਂਜੀ
ਸੋ ਇਹ ਤਾਂ ਅਸੀਂ ਸੱਥ 'ਚ ਗੱਲਾਂ ਕਰਨੀਆਂ ਤਾਂ ਮੁੱਕਣੀਆਂ ਨਹੀਂ, ਪਰ ਅਸੀਂ ਸਮਾਂ ਵੀ ਵੇਖਣਾ ਹੈਗਾ ਆ। ਸੋ ਇੱਥੇ ਹੀ ਇਹ ਸਮਾਪਤ ਕਰਦੇ ਹਾਂ। ਬੜਾ ਹੀ ਚੰਗਾ ਲੱਗਾ ਇਸ ਪਿੰਡ ਦੀ ਸੱਥ ਵਿੱਚ ਬਹਿ ਕੇ। ਇਹ ਯਾਦ ਜਿਹੜੀ ਆ ਉਹ ਰਹੂਗੀ ਔਰ ਤੁਹਾਡੇ ਤੱਕ ਇਹ ਗੱਲਾਂ ਬਾਤਾਂ ਸਾਰੀਆਂ ਪਹੁੰਚਣਗੀਆਂ। ਸੋ ਇਸ ਤੋਂ ਬਾਅਦ ਕਿਸੇ ਹੋਰ ਨਾਲ ਵੀ ਗੱਲਬਾਤ ਕਰਦੇ ਹਾਂ, ਤੇ ਆਓ ਚਲੀਏ। ਦੋਸਤੋ ਹੁਣ ਮੈਂ ਬੈਠਾ ਆ ਪਿੰਡ ਟੱਕ ਜਗਪਾਲਪੁਰ, ਜਿਹਨੂੰ ਕਿ ਰਾਮਗੜ੍ਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ। ਉੱਥੋਂ ਦੀਆਂ ਬੀਬੀਆਂ, ਖਾਸ ਤੌਰ ਤੇ ਮੇਰੇ ਨਾਲ ਸਰਪੰਚ ਸਾਹਿਬਾ ਬੈਠੇ ਹੋਏ ਨੇ, ਜਿਨ੍ਹਾਂ ਦਾ ਨਾਂ ਬੀਬੀ ਬਲਜੀਤ ਕੌਰ ਹੈਗੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ। ਮੇਰੇ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੀ ਹਾਲ ਹੈ ਤੁਹਾਡਾ? ਹਾਂਜੀ ਠੀਕ ਠਾਕ ਜੀ। ਅੱਜ ਸਾਉਣ ਦਾ ਮਹੀਨਾ ਤੇ ਠੰਡੀਆਂ ਠੰਡੀਆਂ ਹਵਾਵਾਂ, ਤੇ ਅਸੀਂ ਤੁਹਾਡੇ ਪਿੰਡ ਆਏ ਹਾਂ ਤੇ ਬੜੀ ਰੌਣਕ ਵੇਲਾ, ਸਾਰੀਆਂ ਮਾਵਾਂ ਬੀਬੀਆਂ ਸਾਰੀਆਂ ਬੈਠੀਆਂ ਨੇ ਰਲ ਕੇ। ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਸਾਉਣ? ਬਹੁਤ ਵਧੀਆ ਜੀ ਮਹਿਸੂਸ ਕਰ ਰਹੇ ਹਾਂ। ਹਾਂਜੀ ਤੇ ਇੱਥੇ ਇਸ ਏਰੀਏ 'ਚ ਮੈਂ ਦੇਖ ਰਿਹਾ ਵੀ ਆਸੇ-ਪਾਸੇ ਆ ਝੋਨੇ ਦੇ ਖੇਤ ਖੜੇ ਆ, ਕਿਤੇ ਆ ਕਮਾਦ ਖੜਾ ਹੈਗਾ, ਤੇ ਤੁਸੀਂ ਇਸ ਸੋਹਣੇ ਜਿਹੇ ਵਾਤਾਵਰਨ ਦੇ ਵਿੱਚ ਰਹਿ ਕੇ ਕੀ ਮਹਿਸੂਸ ਕਰਦੇ ਹੋ? ਬਹੁਤ ਵਧੀਆ ਜੀ ਮਹਿਸੂਸ ਕਰਦੇ ਹਾਂ। ਸਾਡਾ ਪਿੰਡ ਸਭ ਨਾਲੋਂ ਜ਼ਿਆਦਾ ਵਧੀਆ ਹੈ। ਹਾਂਜੀ ਸ਼ਾਂਤਪੁਰ ਪਿੰਡ ਆ, ਵਧੀਆ। ਬਤੌਰ ਸਰਪੰਚ ਤੁਸੀਂ ਹੁਣ ਇਸ ਟਾਈਮ ਮੌਜੂਦਾ ਹੋ? ਹਾਂਜੀ ਹਾਂਜੀ ਮੌਜੂਦਾ ਸਰਪੰਚ। ਕਿੰਨੇ ਸਾਲ ਹੋ ਚੱਲੇ? ਨਹੀਂ ਜੀ ਹਲੇ ਤਾਂ 3 ਮਹੀਨੇ ਹੋਏ ਆ। 3 ਮਹੀਨੇ ਹੋਏ ਆ। ਅੱਛਾ ਸਰਪੰਚ ਆਏ ਨੂੰ। ਤੇ ਵਿਕਾਸ ਕਾਰਜ, ਲੋਕਾਂ ਦੀਆਂ ਸ਼ਿਕਾਇਤਾਂ, ਬਹੁਤ ਸਾਰਾ ਕੁਝ ਇਦਾਂ ਦਾ ਵੀ ਤੁਹਾਨੂੰ ਜਿਹੜਾ ਹੈਗਾ ਕੋਰਟ ਕਚਹਿਰੀਆਂ 'ਚ ਵੀ ਹੈ ਨਾ ਇੱਕ ਬੇਸ਼ੱਕ ਆਪਾਂ ਇਸ ਗੱਲ ਨੂੰ ਇਹ ਨਹੀਂ ਮੰਨਦੇ ਕਿ ਜਿਹੜਾ ਮਰਦ ਸਰਪੰਚ ਹੋ ਹੀ ਜਾਂਦਾ ਹੁਣ ਤਾਂ, ਕਿਉਂਕਿ ਮਰਦ ਔਰਤ 'ਚ ਮੈਂ ਨਹੀਂ ਫਰਕ ਸਮਝਦਾ। ਮਹਾਰਾਜ ਦੀ ਬਾਣੀ ਦੇ ਹਿਸਾਬ ਨਾਲ ਆਪਾਂ ਗੱਲ ਕਰ ਲਈ ਹੈ ਨਾ ਜੀ। ਤੇ ਇਸ ਤਰੀਕੇ ਨਾਲ ਤੁਹਾਡਾ ਸਹਿਯੋਗ ਲੈਂਦੇ ਤੁਹਾਨੂੰ ਜਾਣਾ ਪੈਂਦਾ ਹੋ? ਜਾਣਾ ਪੈਂਦਾ ਜੀ, ਜਾਣਾ ਪੈਂਦਾ ਹੈ। ਤੇ ਵਿਕਾਸ ਕਾਰਜਾਂ ਦੀਆਂ ਵੀ ਬਹੁਤ ਜਣੇ ਕਹਿੰਦੇ ਹੋਣੇ ਜੀ ਆਹ ਤੁਸੀਂ ਸਾਡਾ ਕਰਵਾ ਕੇ ਦਿਓ ਜੀ, ਆਹ ਗਲੀ, ਆਹ ਨਾਲੀ ਬਣਨ ਵਾਲੀ ਆ, ਫਲਾਨੀ ਚੀਜ਼ ਨੇ। ਤੇ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਕਰਵਾ ਰਹੇ ਹੋ ਪਿੰਡ 'ਚ? ਹਜੇ ਜੀ ਸ਼ੁਰੂ ਕਰਨੇ, ਅਸੀਂ ਕੀਤੇ ਨਹੀਂ ਗਏ ਸ਼ੁਰੂ। ਹਰ ਤਰ੍ਹਾਂ ਦਾ ਵਿਕਾਸ ਕਰਾਂਗੇ। ਹਾਂਜੀ ਜਿਨੀ ਬਹੁਤ ਉਮੀਦਾਂ ਦੇ ਨਾਲ ਸਾਨੂੰ ਚੁਣਿਆ ਹੈ, ਹਰ ਇੱਕ ਦੀ ਉਮੀਦ ਪੂਰੀ ਹੋਣੀ ਚਾਹੀਦੀ ਹੈ। ਤੇ ਪਿੰਡ ਦੇ ਵਿਕਾਸ ਨੂੰ ਅਸੀਂ ਸਰਕਾਰ ਨੂੰ ਉਡੀਕਦੇ ਰਹਿੰਦੇ ਹੈਗੇ ਵੀ ਸਰਕਾਰਾਂ ਹੀ ਜਿਹੜੀਆਂ ਉਹ ਕਰਨਗੀਆਂ। NRI ਦਾ ਸਹਿਯੋਗ ਜ਼ਿਆਦਾ ਸਮਝਦੇ ਹੋ ਕਿ ਸਰਕਾਰਾਂ ਦਾ ਸਮਝਦੇ ਹੋ? NRI ਭਾਜੀ ਭਰਾ ਭੈਣ ਭਰਾ ਜਿੱਦਾਂ ਜ਼ਿਆਦਾ ਸੰਯੋਗ ਦੇਣ ਤਾਂ ਬਹੁਤ ਵਧੀਆ ਆ। ਜਿੱਦਾਂ ਜੋ ਸਰਕਾਰ ਦਾ ਉਹ ਤਾਂ ਟਾਈਮ ਸਿਰ ਹੀ ਮਿਲਣਾ ਆ, ਤੁਹਾਨੂੰ ਪਤਾ ਹੀ ਆ, ਜਿੱਦਾਂ ਜਿੱਦਾਂ ਮਿਲਦਾ ਆ ਸਾਰਿਆਂ ਨੂੰ ਪਤਾ ਹੈ। ਬਹੁਤ ਵਧੀਆ ਗੱਲ ਹੈਗੀ ਆ ਕਿ ਇਸੇ ਤਰ੍ਹਾਂ ਸਹਿਯੋਗ ਦੇ ਨਾਲ ਹੀ ਕਿਸੇ ਵੀ ਜਿਹੜਾ ਪਿੰਡ ਦਾ ਹੈਗਾ ਆ ਉਹ ਵਿਕਾਸ ਜਿਹੜਾ ਹੈ ਆ ਉਹ ਹੋ ਸਕਦਾ ਹੈਗਾ। ਹੋਰ ਬੀਬੀਆਂ ਵੀ ਬੈਠੀਆਂ ਹੈਗੀਆਂ ਵੀ ਮੈਂ ਮਗਰ ਜਿਹੜੀ ਆ ਗੱਲਬਾਤ ਮੈਂ ਉੱਠ ਕੇ ਕਰ ਲੈਣਾ। ਲਓ ਜੀ ਮੈਂ ਇੱਧਰ ਹੋ ਜਾਂਦਾ ਹੈ ਤੇ ਤੁਸੀਂ ਜਿਹੜੇ ਆ ਕੈਮਰੇ ਘੁਮਾ ਲਓ ਸਾਡੇ ਬੰਨੀ। ਅੱਛਾ ਹੁਣ ਆਪਾਂ ਗੱਲ ਕਰਦੇ ਹੈਗੇ ਆ ਵੀ ਸਾਉਣ ਦਾ ਮਹੀਨਾ ਆ। ਸਾਉਣ ਦਾ ਮਹੀਨਾ ਪੈਂਦੀ ਤੀਆਂ 'ਚ ਧਮਾਲਵੇ ਮੁੜ ਜਾ ਸ਼ਕੀਨਾ, ਮੈਂ ਨਹੀਂ ਜਾਣਾ ਤੇਰੇ ਨਾਲ ਵੇ। ਤੇ ਖਾਸ ਤੌਰ ਤੇ ਮੈਂ ਕਹਿ ਸਕਦਾ ਕਿ ਸਾਡੀਆਂ ਬੋਲੀਆਂ ਸੀਗੀਆਂ ਸਾਉਣ ਦੇ ਮਹੀਨੇ ਜਿਹੜੀ ਆ ਧੀ ਨੇ ਪੇਕਿਆਂ ਨੂੰ ਆਉਣਾ ਹੁੰਦਾ ਸੀ। ਹੁਣ ਤਾਂ ਮੈਨੂੰ ਲੱਗਦਾ ਉਹ ਰਿਵਾਜ ਬਹੁਤ ਘੱਟ ਗਿਆ ਤੇ ਧੀਆਂ ਪੇਕੇ ਨਹੀਂ ਜਾਂਦੀਆਂ। ਤੁਸੀਂ ਵੀ ਇਸ ਪਿੰਡ ਦੇ ਵਿੱਚ ਕੁਛ ਧੀਆਂ ਹੋ, ਕੁਛ ਨੂੰਹਾਂ ਬਣ ਕੇ ਆਈਆਂ। ਧੀਆਂ ਜਿਹੜੀਆਂ ਆਪਦੇ ਪੇਕੇ ਘਰ ਨੂੰ ਕਦੇ ਨਹੀਂ ਭੁੱਲਦੀਆਂ ਹੁੰਦੀਆਂ। ਕਦੇ ਸਾਉਣ ਦੇ ਮਹੀਨੇ ਜਾਣ ਦੇ ਮੌਕੇ ਤੁਹਾਨੂੰ ਮਿਲੇ ਜੀ? ਬਹੁਤ ਮੌਕੇ ਮਿਲੇ ਆ। ਸਾਡੇ ਪਿੰਡ ਤਾਂ ਤੀਆਂ ਵੀ ਲੱਗਦੀਆਂ ਜੀ, ਬਡਾਲਾ ਮੰਜ ਕੀ। ਹਾਂਜੀ ਤੀਆਂ ਲੱਗਦੀਆਂ। ਤੁਹਾਡਾ ਪੇਕਾ ਪਿੰਡ? ਹਾਂਜੀ ਪੇਕਾ ਪਿੰਡ ਆ। ਹਾਂਜੀ ਜੀ ਇਹ ਨਾਲਿਆਂ ਦਾ। ਹਾਂਜੀ ਪੇਕੇ ਪਿੰਡ ਦੀਆਂ ਤੀਆਂ ਤੇ ਬੋਲੀਆਂ ਤੇ ਜ਼ਰੂਰ ਪਾਈਆਂ ਹੋਣੀਆਂ ਧੀ ਨੇ। ਕੋਈ ਯਾਦ ਆਉਂਦੀ ਹੋਣੀ ਹੈ ਕੋਈ ਬੋਲੀ ਤੀਆਂ ਦੇ ਸੰਬੰਧ ਨਾਲ, ਸਾਨੂੰ ਜ਼ਰੂਰ ਸੁਣਾ ਦਿਓ। ਹਾਂਜੀ ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ, ਦੌੜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ, ਦੌੜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ। ਆਹੋ ਨਾਲ ਜੁੜਦੀ ਬੋਲੀ ਵਗਦੀ ਰਾਵੀ ਦੇ ਵਿੱਚ ਉੱਡਣ ਪਮੀਰੀਆਂ, ਬੋਲੋ ਵੀਰੋ ਵੇ ਭੈਣਾ ਮੰਗਣ ਜੰਜੀਰੀਆਂ, ਬੋਲੋ ਵੀਰੋ ਵੇ ਭੈਣਾ ਮੰਗਣ ਜੰਜੀਰੀਆਂ। ਅੱਛਾ ਸਾਉਣ ਦੇ ਮਹੀਨੇ ਦੀ ਮੈਨੂੰ ਬੋਲੀ ਆ ਤਾਂ ਹੈਗੀ, ਆਪਾਂ ਗੱਲ ਸਾਉਣ ਦੀ ਕਰੀ ਜਾਂਦੇ ਤੇ ਸਾਉਣ ਦੇ ਮਹੀਨੇ ਦੀ ਜਿਹੜੀ ਬੋਲੀ ਉਹਦੇ ਵਿੱਚ ਇੱਕ ਹੋਰ ਵੀ ਗੱਲ ਆਉਂਦੀ ਹੈਗੀ ਨਾ ਵੀ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਨਹੀਂ ਸੱਸੇ ਤੇਰੀ ਮੈਂ ਮਰ ਜੇ। ਇਹ ਸੱਸ ਇੰਨੀ ਭੈੜੀ ਹੁੰਦੀ ਆ ਕਿ ਆਪਾਂ ਕਹਿੰਦੇ ਨਹੀਂ ਸੱਸੇ ਤੇਰੀ ਮੈਂ ਮਰ ਜੇ। ਸੱਸ ਚੰਗੀ ਵੀ ਤਾਂ ਹੋ ਸਕਦੀ। ਸੱਪ ਨੂੰ ਇੱਕ ਲੱਗਦਾ ਸੱਸਾ ਤੇ ਸੱਸ ਨੂੰ 2 ਲੱਗਦੀਆਂ ਨੋਹਾਂ ਇਦਾਂ। ਅੱਛਾ ਕੋਈ ਸ਼ੱਕ ਨਹੀਂ ਹੈਗਾ, ਵਾਕਈ ਇਹ ਬਹੁਤ ਗੱਲ ਆ। ਪਰ ਨਹੀਂ ਸਾਰੀਆਂ ਸੱਸਾਂ, ਦੇਖੋ ਮੇਰੀ ਗੱਲ ਸੁਣੋ, ਸੱਸਾਂ ਦਾ ਇੱਕ ਨੌਂ ਬਣ ਕੇ ਜਦੋਂ ਕੋਈ ਵੀ ਕੁੜੀ ਆਉਂਦੀ ਨਾ ਤੇ ਉਹਨੂੰ ਪਹਿਲਾਂ ਜਿਹੜੀ ਸੱਸ ਆ ਉਹਦਾ ਨਾਲ ਸਾਹਮਣਾ ਕਰਨਾ ਪੈਂਦਾ। ਮੁੜ ਕੇ ਜਦੋਂ ਆਪ ਸੱਸ ਬਣਦੀ ਫਿਰ ਕੇ ਭੁੱਲ ਜਾਂਦੀ ਉਹ। ਫੇਰ ਤਾਂ ਇਦਾਂ ਹੀ ਆ, ਫੇਰ ਤਾਂ ਭੁੱਲਣਾ ਹੀ ਹੁੰਦਾ ਆ। ਨਹੀਂ ਫਿਰ ਐ ਨਹੀਂ ਹੁੰਦਾ ਵੀ ਉਹ ਜਿਹੜਾ ਬਦਲਾ ਆ ਉਹ ਮੈਂ ਵੀ ਲਵਾਂਗੇ ਹੁਣ। ਬਦਲਾ ਫਿਰ ਗਾਹਾਂ ਉਹਨਾਂ ਦੇ ਬੱਚੇ ਲੈਣਗੇ। ਚਲੋ ਇਹ ਕਹਿ ਸਕਦੇ ਹੈਗੇ ਆ। ਅੱਛਾ ਮੈਂ ਇਸ ਮਾਮਲੇ ਨੂੰ ਐਂ ਕਹਿ ਸਕਦਾ ਹੈਗਾ, ਨਹੀਂ ਉਹ ਗੱਲ ਠੀਕ ਹੈ
ਇਹ ਗੱਲ ਹੈ ਵੀ ਨੂੰਹ ਵੀ ਜਿਹੜੀ ਹੈਗੀ ਇੱਕ ਚੰਗੀ ਧੀ ਸਾਬਤ ਹੋ ਸਕਦੀ ਹੈਗੀ। ਅੱਛਾ, ਜਿਹੜਾ ਇੱਕ ਸੱਸ ਦਾ ਰੂਪ ਹੈਗਾ, ਚਲੋ ਉਹ ਗੱਲ ਕਹਿ ਸਕਦੇ ਆ, ਤੁਹਾਨੂੰ ਕੀ ਲੱਗਦਾ ਸੱਸ ਨੂੰ ਇੱਕ ਮਾਂ ਦੇ ਰੂਪ 'ਚ ਰਹਿਣਾ ਚਾਹੀਦਾ ਹੈਗਾ ਕਿ ਸੱਸ ਬਣ ਕੇ ਡਾਂਗ ਚੱਕਣੀ ਚਾਹੀਦੀ? ਨਹੀਂ, ਮਾਂ ਦੇ ਰੂਪ 'ਚ ਰਹਿਣਾ ਚਾਹੀਦਾ। ਨਾ ਨੂੰ ਵੀ ਧੀ ਬਣਨਾ ਚਾਹੀਦਾ ਆ, ਦੋਨਾਂ ਨੂੰ ਬਣ ਕੇ ਰਹਿਣਾ ਚਾਹੀਦਾ। ਜੀ ਨੋ ਵੀ ਹੈ ਨਾ ਮਾਂ ਧੀ ਦੇ ਰੂਪ ਚ ਰਵੇ ਤੇ ਸੱਸ ਵੀ ਮਾਂ ਦੇ ਰੂਪ ਚ ਰਵੇ। ਹਾਂਜੀ, ਇਹ ਤਾਂ ਹੀ ਘਰ ਦੇ ਵਿੱਚ ਜਿਹੜੇ ਹੈਗੇ ਆ ਉਹ ਸ਼ਾਂਤੀ ਹੋ ਸਕਦੀ ਹੈ, ਨਿਆਂ ਹੋ ਸਕਦਾ, ਰਲ ਮਿਲ ਕੇ ਹੱਥ ਵੰਡਾਵੇ, ਹੈ ਨਾ, ਤੇ ਉਹ ਬਹੁਤ ਵਧੀਆ ਗੱਲ ਹੈਗੀ ਆ। ਅਸਲ ਵਿੱਚ ਆਮ ਤੌਰ ਤੇ ਅਸੀਂ ਹੁਣ ਵੀ ਬਹੁਤ ਸਾਰੇ ਕੇਸ ਪੜ੍ਹਦੇ, ਜਿਹੜੀ ਨੂੰਹ ਸੱਸ ਦੀ ਲੜਾਈ ਆ ਉਹ ਮੁੱਕਣੀ ਨਹੀਂ, ਹੈ ਨਾ, ਉਹ ਹੋਈ ਜਾਣੀ ਆ। ਨਹੀਂ, ਮੈਂ ਆਖਿਆ ਸੱਸ ਕੁੱਟਣੀ ਆ ਕਿ ਕੁੱਟਣੀ ਸੰਦੂਕਾਂ ਉਹੀ ਚੱਲੀ ਆਉਂਦਾ ਹੈਗਾ ਸਾਡੇ, ਮਤਲਬ ਨਹੀਂ, ਉਹ ਸੱਚੀ ਗੱਲ ਹੈਗੀ ਆ। ਬਾਕੀ ਪਤਾ ਕੀ ਹੁੰਦਾ, ਫਿਰ ਉਹ ਤੀਆਂ ਦੀ ਗੱਲ ਆਪਾਂ ਕਹਿ ਦਿੰਦੇ ਆ ਵੀ ਜਿਹੜੇ ਖੀਰ ਆ, ਪੂੜੇ ਆ, ਹੁਣ ਦੀਆਂ ਵੈਸੇ ਕੁੜੀਆਂ ਦੀ ਇੱਕ ਗੱਲ ਹੈਗੀ ਆ, ਹੈ ਨਾ, ਮਤਲਬ ਉਹ ਆਪਣੇ ਖਾਣੇ ਬਣਾਉਣ ਵਾਲੇ ਪਾਸੋਂ ਵੀ ਭੱਜਦੀਆਂ ਪਈਆਂ, ਖਾਣੇ ਬਣਾ ਕੇ ਰਾਜੀ ਨਹੀਂ ਹੋਈਆਂ। ਆਪਾਂ ਕੁੜੀਆਂ ਹੁਣ ਦੀਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਪੜ੍ਹਨ ਲਾਤੀਆਂ ਹੈਗੀਆਂ, ਪਰ ਖਾਣੇ ਬਣਾਉਣ ਵਾਲੇ ਪਾਸੇ ਮਾਂ ਵੀ ਉੱਥੇ ਕਿਤੇ ਜ਼ਿੰਮੇਵਾਰ ਹੈਗੀ ਹੈ, ਲੱਗਦਾ ਮਾਂ ਜ਼ਿੰਮੇਵਾਰ ਹੈਗੀ। ਪੂਰਾ ਜੀ ਜ਼ਿੰਮੇਵਾਰੀ ਮਾਂ ਦੀ। ਮਾਂ ਕਹਿੰਦੀ ਹੈ ਨਹੀਂ ਜੀ ਸਾਡੀ ਕੁੜੀ ਨੂੰ ਖਾਣਾ ਬਣਾਉਣਾ ਆਉਂਦਾ ਹੀ ਨਹੀਂ ਜੀ, ਆਉਂਦਾ ਹੀ ਨਹੀਂ, ਬਣਾਉਣਾ ਹੀ ਨਹੀਂ ਉਹਨੇ। ਚਲੋ ਮੈਂ ਆਖਿਰਲੀ ਗੱਲ ਇਹ ਪੁੱਛਦਾ ਜੀ, ਹੁਣ ਮੈਨੂੰ ਐਂ ਦੱਸੋ ਕਿ ਅੱਜ ਸਾਉਣ ਦਾ ਮਹੀਨਾ ਜਿਹੜਾ ਹੈਗਾ ਆ ਉਹ 2-3 ਦਿਨ ਬੀਤ ਚੁੱਕਿਆ ਹੈਗਾ, ਤੇ ਜਿਹੜੇ ਖੀਰ ਪੂੜੇ ਹੈਗੇ ਕਿਹੜੇ ਕਿਹੜੇ ਘਰਾਂ ਨੇ ਬਣਾਏ ਨੇ? ਪੂਰੇ ਨਹੀਂ ਬਣਾਏ ਹੱਲੇ ਕਿਸੇ ਨੇ ਪੂਰੇ ਬਣਾ ਲੈਣੇ, ਖੀਰ ਵੀ ਬਣਾ। ਚਲੋ ਹੁਣ ਐਂ ਗੱਲ ਕਰਦੇ ਹੈਗੇ ਆ ਵੀ ਆਪਾਂ ਗੱਲ ਨੂੰ ਕਰਦੇ ਆ ਇੱਥੇ ਸਮਾਪਤ, ਤੇ ਖੀਰ ਪੂੜੇ ਹੁਣ ਆਪਾਂ ਰਲ ਮਿਲ ਕੇ ਬਣਾਵਾਂਗੇ ਤੇ ਖਾਵਾਂਗੇ। ਹੁਣ ਤੁਹਾਡੇ ਪਿੰਡ ਆਏ ਤੇ ਮੇਰੇ ਖਿਆਲ ਆ ਵੀ ਇਹ ਲੁਤਫ ਜਿਹੜਾ ਜ਼ਰੂਰ ਲੈਣਾ ਚਾਹੀਦਾ। ਸੋ ਜੀ, ਗੱਲਬਾਤ ਕਰਕੇ ਬਹੁਤ ਚੰਗਾ ਲੱਗਾ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਹੁਣ ਚੱਲਦੇ ਆ ਅੱਗੇ ਤੇ ਕਰਦੇ ਆ ਕਿਸੇ ਟਿੱਲੇ ਤੂੰ ਉਹ ਸੂਰਤ ਦੀ ਆ ਹੀਰ ਦੀ, ਆ ਵੇਖ ਗੋਰਖਾ ਉੱਡਦੀਆਂ ਫੁਲਕਾਰੀ। ਗਾਣਾ ਸੁਣ ਕੇ ਤਾਂ ਤੁਹਾਨੂੰ ਬੜਾ ਕੁਝ ਚੇਤੇ ਆ ਗਿਆ ਹੋਣਾ, ਤੇ ਮੈਂ ਜਿੱਥੇ ਬੈਠਾ ਮੇਰੇ ਮਗਰ ਕੁਲਦੀਪ ਮਾਣਕ, ਕਲੀਆਂ ਦਾ ਬਾਦਸ਼ਾਹ, ਪੰਜਾਬ ਦੀ ਰੌਣਕ, ਪੰਜਾਬ ਦੀ ਗਾਇਕੀ ਦੀ ਰੌਣਕ, ਜਿੱਥੇ ਮੈਂ ਬੈਠਾ। ਕਹਿੰਦੇ ਆ ਕਿ ਇਸ ਪਿੰਡ ਵਿੱਚ ਇੱਕ ਸ਼ੌਕੀਨ ਹੈਗਾ ਜਿਹਦੀ ਵਜ੍ਹਾ ਕਰਕੇ ਮਾਣਕ ਦਾ ਬੁੱਤ ਬਣਿਆ, ਪਰ ਇੱਕ ਸ਼ੌਕੀਨ ਮੇਰੇ ਕੋਲੇ ਵੀ ਬੈਠਾ ਆ। ਮੇਰੀ ਮੁਰਾਦ ਜਗਦੇਵ ਮਾਣਕ ਕੋਲੋਂ ਹੈ, ਜਿਹੜਾ ਕਿ ਮਾਣਕ ਦਾ ਫੈਨ। ਕਹਿੰਦੇ ਜਦੋਂ ਮਾਣਕ ਤੁਰ ਗਿਆ ਤੇ ਉਸ ਤੋਂ ਬਾਅਦ ਜਗਦੇਵ ਹੋਰਾਂ ਨੇ ਆਪਣਾ ਜਿਹੜਾ ਇਹ ਹੋਲੀਆ ਬਣਾ ਲਿਆ, ਤੇ ਮਾਣਕ ਦੇ ਗਾਣੇ ਗਾ ਗਾ ਕੇ ਅੱਜ ਵੀ ਪਿੰਡ ਦੇ ਵਿੱਚ ਇਹ ਰੌਣਕਾਂ ਲਾ ਛੱਡਦੇ। ਤੇ ਆਪਾਂ ਇਹਨਾਂ ਕੋਲ ਸੁਣਦੇ ਹਾਂ ਮਾਣਕ ਦਾ ਗੀਤ। ਜਗਦੇਵ ਜੀ ਸੁਣਾਓ ਕੋਈ ਫਿਰ ਮਾਣਕ ਦਾ ਗੀਤ ਵਧੀਆ ਜਿਹਾ। ਇੱਕ ਮਾਂ ਹੁੰਦੀ ਮਾਂ ਦੁਨੀਆ ਵਾਲਿਓ, ਇਹ ਗੀਤ ਅਸੀਂ ਸਾਰੀਆਂ ਸੰਗਤਾਂ ਨੂੰ, ਅਸੀਂ ਆਪਣੇ ਭਰਾਵਾਂ ਨੂੰ ਗਾ ਕੇ ਸੁਣਾਵਾਂਗੇ। ਦਲਾ ਹੋ ਮਾਂ ਹੁੰਦੀ ਏ ਮਾਂ ਵੋ ਦੁਨੀਆ ਵਾਲਿਓ, ਹੋ ਮਾਂ ਠੰਡੜੀ ਛਾਂ ਵੋ ਦੁਨੀਆ ਵਾਲਿਓ, ਹੋ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਬਿਨਾ ਕੋਈ ਨਾ ਰੂਪ ਹੈ ਦੂਜਾ, ਹਾਏ ਖੋਲ੍ਹਦੇ ਟੁੱਕ ਕਾਂ ਵੋ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਵੋ ਦੁਨੀਆ ਵਾਲਿਓ, ਰੱਬਾ ਦੇ ਕਰੇ ਵਾਲੀ ਜੋੜੀ, ਬੱਚਿਆਂ ਦੀ ਮਾਂ ਮਰੇ ਨਾ ਕੋਈ, ਹੋ ਸਿਰ ਤੋਂ ਉੱਠਦੀ ਛਾਂ ਵੋ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਵੋ ਦੁਨੀਆ ਵਾਲਿਓ।
ਵਾਹ 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 ਵਾਹ, ਬਹੁਤ ਵਧੀਆ ਜਗਦੇਵ ਮਾਨਕ। ਵਾਕਈ ਮਾਨਕ ਦੇ ਗਾਣੇ ਬੜੇ ਵਧੀਆ ਤਰੀਕੇ ਨਾਲ ਚੇਤੇ ਆ। ਕਹਿ ਸਕਦੇ ਹਾਂ ਦੋਸਤੋ, ਇਸ ਤਰ੍ਹਾਂ ਦੇ ਲੋਕ ਜਗਦੇਵ ਮਾਨਕ ਵਰਗੇ ਕਿਸੇ ਵੀ ਪਿੰਡ ਦੀ ਵਿਰਾਸਤ ਦਾ ਇੱਕ ਹਿੱਸਾ ਹੁੰਦੇ ਆ। ਜਿਸ ਦਿਨ ਇਸ ਤਰ੍ਹਾਂ ਦੇ ਲੋਕ ਪਿੰਡਾਂ 'ਚੋਂ ਤੁਰ ਗਏ ਤੇ ਸਮਝ ਲਓ ਪਿੰਡਾਂ ਦੀ ਵਿਰਾਸਤ ਵੀ ਜਿਹੜੀ ਆ ਉਹ ਨਾਲ ਹੀ ਖਤਮ ਹੋ ਜਾਣੀ ਹੈ, ਕਿਉਂਕਿ ਇਹਨਾਂ ਦੀ ਵਜ੍ਹਾ ਕਰਕੇ ਹੀ ਜਿਹੜੇ ਹੈਗੇ ਆ ਉਹ ਵਿਰਾਸਤ ਦੇ ਜਿਹੜੇ ਚਿੰਨ੍ਹ ਆ ਉਹ ਸਾਡੇ ਸਾਹਮਣੇ ਨਜ਼ਰ ਆਉਂਦੇ ਹੈਗੇ। ਪਿੰਡ ਦੀ ਰੌਣਕ ਹੁੰਦੇ ਆ ਇਸ ਤਰ੍ਹਾਂ ਦੇ ਮਸਤ ਬੰਦੇ। ਤੇ ਆਓ ਫਿਰ ਚੱਲ ਕੇ ਗਾਂ ਵੀ ਕਿਸੇ ਹੋਰ ਸੱਜਣ ਨਾਲ ਕਰਦੇ ਹਾਂ ਗੱਲਬਾਤ। ਕੁਲਦੀਪ ਮਾਨਕ ਦੇ ਬੁੱਤ ਨੂੰ ਵੇਖਣ ਤੋਂ ਬਾਅਦ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿਸ ਸ਼ੌਕੀਨ ਨੇ ਉਹ ਬੁੱਤ ਲਵਾਇਆ ਸੀ, ਤੇ ਇਹ ਆ ਉਹਦਾ ਘਰ। ਮੇਰੀ ਮੁਰਾਦ ਸੁਰਿੰਦਰ ਲੱਡਾ, ਜਿਹੜੇ ਕਿ ਕੁਲਦੀਪ ਮਾਨਕ ਦਾ ਐਡਾ ਵੱਡਾ ਫੈਨ ਹੈ ਕਿ ਸਾਰੇ ਪਿੰਡ ਦੇ ਵਿੱਚ ਉਹਦੀ ਚਰਚਾ ਹੈਗੀ ਆ। ਤੇ ਉਹਦੀ ਸੁਣਿਆ ਕਿ ਮੈਂ ਉਸ ਬੂਹੇ 'ਚ ਖੜੋਤਾ ਆ ਵੀ ਡੋਰਬੈਲ ਵੀ ਵਜਾਈਏ ਤੇ ਕੁਲਦੀਪ ਮਾਨਕ ਦੇ ਗੀਤ ਵੱਜਦੇ। ਤੇ ਚਲੋ ਆਪਾਂ ਤਜਰਬਾ ਕਰਕੇ ਵੇਖਦੇ ਹਾਂ ਤੇ ਨਾਲੇ ਮਿਲਦੇ ਹਾਂ ਜਾ ਕੇ ਉਹਨਾਂ ਦੇ ਘਰ। ਵਾਹ ਜੀ ਵਾਹ, ਪੂਰੇ ਕਮਰੇ ਦੇ ਵਿੱਚ ਕੁਲਦੀਪ ਮਾਨਕ ਹੋਰਾਂ ਦੀਆਂ ਤਸਵੀਰਾਂ ਦੇ ਨਾਲ ਸਜਿਆ ਪਿਆ ਹੈਗਾ। ਵਾਕਈ ਖੂਬ ਰੌਣਕ ਲੱਗੀ ਆ ਔਰ ਵਾਕਈ ਪਤਾ ਲੱਗਦਾ ਹੈਗਾ ਕਿ ਵਾਕਈ ਸੁਰਿੰਦਰ ਲੱਡਾ ਜੀ ਜਿਹੜੇ ਆ ਉਹ ਕੁਲਦੀਪ ਮਾਨਕ ਹੋਰਾਂ ਦੇ ਸ਼ੌਕੀਨ ਆ। ਸੁਰਿੰਦਰ ਜੀ, ਕਿਵੇਂ ਸ਼ੌਂਕ ਪਿਆ ਇਹ? ਬਸ ਬਚਪਨ ਤੋਂ ਸ਼ੌਂਕ ਹੈ ਜੀ। ਸੁਣਦੇ ਰਹੇ ਉਹਨਾਂ ਨੂੰ? ਹਾਂਜੀ, ਮਾਨਕ ਸਾਹਿਬ ਦੀਆਂ ਕਲੀਆਂ ਸੁਣਨ ਦਾ। ਨਹੀਂ, ਉਹ ਸੁਣਦੇ ਰਹੇ ਕਿ ਉਹਨਾਂ ਦੇ ਖਾੜੇ ਵੀ ਸੁਣੇ? ਖਾੜੇ ਵੀ ਦੇਖੇ ਆ ਜੀ। ਅੱਛਾ, ਕਿੰਨੇ ਕ ਖਾੜੇ ਦੇਖੇ? 6-7 ਖਾੜੇ ਦੇਖੇ ਆ ਜੀ। ਤੇ ਇੱਥੇ ਆ ਮਗਰ ਮੈਨੂੰ ਬੋਰਡ ਤੇ ਲੱਗਿਆ ਕਿ ਕੁਲਦੀਪ ਮਾਨਕ ਹੋਣਾ ਦੀ ਯਾਦ 'ਚ, ਜਦੋਂ ਕਿ ਹੁਣ ਉਹ ਸਾਡੇ ਕੋਲੇ ਨਹੀਂ ਹੈਗੇ, ਤੇ ਉਹਨੇ ਯਾਦ 'ਚ ਕੋਈ ਪ੍ਰੋਗਰਾਮ ਕਰਾ ਰਹੇ ਹੋ? ਹਾਂਜੀ, 7 ਮੇਲੇ ਕਰਾਤੇ ਜੀ। 8ਵਾਂ ਮੇਲਾ 11ਵੇਂ ਮਹੀਨੇ ਪੇ ਹੋਣ ਜਾ ਰਿਹਾ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕੁਲਦੀਪ ਮਾਨਕ ਦੇ ਜਿਸ ਤਰ੍ਹਾਂ ਤੁਸੀਂ ਆ ਸਾਰਾ ਘਰ ਦੇ ਵਿੱਚ ਬੈਲ ਵੀ ਜਿਹੜੀ ਆ ਉਹ ਵੀ ਅਸੀਂ ਸੁਣੀ ਹੈਗੀ ਕਿ ਕੁਲਦੀਪ ਮਾਨਕ ਦੇ ਗੀਤਾਂ ਦੀ ਵੱਜੀ ਹੈਗੀ ਆ, ਔਰ ਸਾਰੀਆਂ ਤਸਵੀਰਾਂ ਤੋਂ ਵੀ ਨਜ਼ਰ ਆ ਰਿਹਾ ਹੈ ਕਿ ਵਾਕਈ ਕੋਈ ਬੰਦਾ ਜਿਹੜਾ ਜਨੂਨ ਦੀ ਹੱਦ ਤੱਕ ਸ਼ੁਦਾਈ ਹੁੰਦਾ ਹੈਗਾ, ਔਰ ਇਹ ਸ਼ੁਦਾਈਪੁਣਾ ਹੁੰਦਾ ਆ ਸਿਰਫ ਪਿਆਰ ਮੁਹੱਬਤ ਦੇ ਦਿਖਾਵੇ ਵਜੋਂ, ਜਿਹੜਾ ਕਿ ਇਹਨਾਂ ਦਾ ਕੁਲਦੀਪ ਮਾਨਕ ਹੋਰਾਂ ਦੇ ਨਾਲ ਹੈਗਾ ਆ। ਔਰ ਕਹਿ ਸਕਦੇ ਹਾਂ ਕਿ ਇੱਕ ਬਹੁਤ ਹੀ ਵਧੀਆ ਗੱਲ ਹੈਗੀ ਆ। ਸ਼ਾਇਦ ਹੀ ਇਹੋ ਜਿਹੇ ਬੰਦੇ ਜਿਹੜੇ ਆ ਬਹੁਤ ਘੱਟ ਮਿਲਦੇ ਹੈਗੇ। ਮੈਂ ਜਿਵੇਂ ਗੱਲ ਕੀਤੀ ਪਿੰਡ ਦੇ ਵਿਰਸੇ ਦੀ, ਹਰੇਕ ਪਿੰਡ ਦੇ ਵਿੱਚ ਵਾਕਈ ਇੱਕ ਅਲੋਕਾਰ ਜਿਹੜਾ ਹੈਗਾ ਆ, ਕੋਈ ਨਾ ਕੋਈ ਇਨਸਾਨ ਇੱਦਾਂ ਦਾ ਮਿਲ ਜਾਂਦਾ ਜਿਵੇਂ ਸਾਨੂੰ ਸੁਖਵਿੰਦਰ ਜੀ ਮਿਲਿਆ। ਤੇ ਉਹਨਾਂ ਦੇ ਜਿਹੜਾ ਗੀਤ ਆ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਗਾਉਂਦੇ ਹੋ ਜਾਂ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ, ਉਹ ਦੱਸੋ। ਆਪਣੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ। ਫਿਰ ਸਾਨੂੰ ਸੁਣਾਓ ਵੀ। ਮਾਨਕ ਸਾਹਿਬ ਜਦੋਂ ਸਟੇਜ ਤੇ ਆਉਂਦੇ ਸੀ ਪਹਿਲਾਂ ਬਾਬਾ ਬੰਦਾ ਸਿੰਘ। ਬਿਲਕੁਲ ਬਿਲਕੁਲ, ਇਹ ਇਹਨਾਂ ਦੀ ਪਹਿਲ ਸੀ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ। ਲੈ ਕੇ ਕਲਗੀ ਧਰ ਤੋਂ ਥਾਪੜਾ ਹੋ ਕੋਈ ਦਿਨ ਖੇਡ ਲੈ ਮੌਜਾਂ ਮਾਣ ਲੈ ਹਉ ਤੈਂ ਭਾਜਾਂ ਬਣਾ ਉਹ ਕੰਗਣਾ ਕੱਚ ਦਿਆ। ਤੇ ਇਕੱਲੇ ਹੀ ਸੁਣਦੇ ਸ਼ੌਕੀਨ ਹੋ ਕਿ ਪਿੰਡ 'ਚ ਤੁਹਾਡੇ ਸ਼ੌਂਕ ਨੂੰ ਵੇਖ ਕੇ ਕੋਈ ਜੁੜਿਆ ਵੀ ਆ ਨਾਲ ਵੀ, ਉਹ ਵੀ ਸ਼ੌਕੀਨ ਹੋਵੇ ਤੁਹਾਡੇ ਵਾਂਗੂ? ਹਾਂਜੀ, ਪਿੰਡ ਦੇ ਸਾਡੇ ਸਰਦਾਰ ਬੈਠੇ ਆ ਚਰਨਜੀਤ ਸਿੰਘ ਖਾਲਸਾ ਜੀ, ਸਾਡੇ ਨਾਲ ਜੁੜੇ ਆ, ਬਹੁਤ ਸਾਰਾ ਸਹਿਯੋਗ ਦਿੰਦੇ ਆ ਜੀ। ਹੋਰ ਸਾਡੇ ਮਾਸਟਰ ਜੀ ਸਰਬਣ ਸਿੰਘ ਜੀ ਭਾਜੀ, ਸਾਰੀ ਸੰਗਤ, ਨਗਰ ਪੰਚਾਇਤ, ਯਾਰ ਦੋਸਤ ਜਿੰਨੇ ਵੀ ਆ ਮੇਲੇ ਵਿੱਚ ਸਹਿਯੋਗ ਦਿੰਦੇ ਆ ਜੀ। ਤੁਸੀਂ ਆਪ ਕੀ ਕਰਦੇ ਹੋ ਕੰਮ? ਆਪ ਦੁੱਧ ਦਾ ਕੰਮ ਕਰਦੇ ਆ ਜੀ, ਵੇਰਕਾ ਸੁਸਾਇਟੀ 'ਚ। ਅੱਛਾ, ਵੇਰਕਾ ਸੁਸਾਇਟੀ 'ਚ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਮਾਨਕ ਦਾ ਜਿਹੜਾ ਗੀਤ ਉਹ ਵੀ ਅਸੀਂ ਸੁਣਿਆ। ਸੋ ਵਾਕਈ ਬਹੁਤ ਵੱਡੇ ਫੈਨ ਨੇ ਇਹ ਇਹਨਾਂ ਦੇ ਸਾਰੇ ਇਸ ਕਮਰੇ ਤੋਂ ਵੀ, ਔਰ ਇਹਨਾਂ ਨੂੰ ਮਿਲਣ ਗਿਲਣ ਵਾਲਿਆਂ ਨੂੰ, ਔਰ ਜਿਹੜੇ ਪਿੰਡ ਦੇ ਜਿਹੜੇ ਇਹਨਾਂ ਦੀ ਚਰਚਾ ਕਰ ਰਿਹਾ ਉਹਨਾਂ ਸਾਨੂੰ ਪਤਾ ਲੱਗਿਆ। ਸੋ ਬਹੁਤ ਵਧੀਆ, ਬਹੁਤ ਖੁਸ਼ੀ ਹੋਈ ਇਹਨਾਂ ਨਾਲ ਗੱਲਬਾਤ ਕਰ। ਦੋਸਤੋ, ਇਹ ਸੀਗਾ ਅੱਜ ਜਗਪਾਲਪੁਰ ਪਿੰਡ ਦੀਆਂ ਗਲੀਆਂ ਵਿੱਚ ਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ, ਤੁਹਾਡਾ ਪਿੰਡ ਪ੍ਰੋਗਰਾਮ ਦੇ ਜ਼ਰੀਏ। ਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਵਿੱਚ ਇੰਗਲੈਂਡ ਰਹਿੰਦੇ ਸਰਦਾਰ ਕੇਵਲ ਸਿੰਘ ਜਗਪਾਲ ਹੋਰਾਂ ਦਾ ਬਹੁਤ ਯੋਗਦਾਨ ਸੀਗਾ, ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਪਿੰਡ ਦੇ ਜ਼ਰੀਏ ਪਿੰਡ ਜਗਪਾਲਪੁਰ ਦੇਖਣ ਦਾ ਮੌਕਾ ਲੱਗਿਆ। ਕਿਸ ਤਰੀਕੇ ਦਾ ਲੱਗਿਆ ਹੈ ਪ੍ਰੋਗਰਾਮ ਤੁਸੀਂ ਸਾਨੂੰ ਜ਼ਰੂਰ ਦੱਸਣਾ। ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਆ ਕੇ ਅਸੀਂ ਇਹ ਪ੍ਰੋਗਰਾਮ ਕਰੀਏ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਰਾਬਤਾ ਕਰੋ ਸਿੱਖ ਚੈਨਲ ਦੇ ਜ਼ਰੀਏ, ਤੇ ਅਸੀਂ ਤੁਹਾਡੇ ਪਿੰਡ ਆ ਕੇ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਹੈਗਾ ਬਣਾਵਾਂਗੇ ਔਰ ਦੁਨੀਆ ਨੂੰ ਦਿਖਾਵਾਂਗੇ ਕਿ ਤੁਹਾਡਾ ਜਿਹੜਾ ਪਿੰਡ ਹੈਗਾ ਔਰ ਉੱਥੋਂ ਦਾ ਵਿਰਸਾ ਕੀ ਆ ਔਰ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਰਹਿਣ ਸਹਿਣ ਔਰ ਸੱਭਿਅਤਾ ਹੈਗੀ ਆ। ਸੋ ਅਗਲਾ ਪ੍ਰੋਗਰਾਮ ਕਿਸੇ ਹੋਰ ਪਿੰਡ ਕਰਾਂਗੇ ਜਾ ਕੇ, ਉਦੋਂ ਤੱਕ ਲਈ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।